ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ। ਔਰ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਕਿ ਕੱਲ੍ਹ ਦਾ ਦਿਨ ਕਾਫੀ ਅਹਿਮ ਮੰਨਿਆ ਜਾ ਰਿਹਾ ਸੀਗਾ। ਕਿਉਂਕਿ BC ਦੇ ਵਿੱਚ ਜਿਹੜੀਆਂ ਪਾਬੰਦੀਆਂ ਲੱਗੀਆਂ ਹੋਈਆਂ ਸੀ ਉਹਨਾਂ ਸੰਬੰਧੀ ਜਾਣਕਾਰੀ ਮਿਲਣੀ ਸੀ। ਜਾਣਕਾਰੀ ਮਿਲ ਚੁੱਕੀ ਹੈ। ਜਿਮ ਤੇ ਫਿਟਨੈਸ ਸੈਂਟਰ ਜਿਹੜੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਉਹਨਾਂ ਨੂੰ, ਪਰ ਫਿਰ ਵੀ ਸੁਰੱਖਿਆ ਦਾ ਕਾਫੀ ਖਿਆਲ ਰੱਖਣਾ ਪਏਗਾ ਔਰ ਜ਼ਿਆਦਾ ਭੀੜ ਨਾ ਪਵੇ। ਇਕੱਠ ਕਿਤੇ ਵੀ ਕਰਨਾ ਹੈ ਤਾਂ ਉਹਨਾਂ ਦਾ ਵੀ ਖਾਸ ਤੌਰ 'ਤੇ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਇਹ ਖਾਸ ਤੌਰ 'ਤੇ ਤਾਕੀਦ ਕੀਤੀ ਗਈ ਹੈ ਸਿਹਤ ਅਧਿਕਾਰੀਆਂ ਦੇ ਵੱਲੋਂ। ਇਸ ਤੋਂ ਇਲਾਵਾ ਕਿਤੇ ਵੀ ਜਾਣਾ ਹੈ, ਬਾਹਰ ਆਊਟਡੋਰ ਪ੍ਰੋਗਰਾਮ ਹੈ, ਉੱਥੇ ਵੀ ਇਕੱਠ ਜਿਹੜਾ ਉਹ ਸੀਮਿਤ ਰੱਖਣ ਦੀ ਗੱਲ ਕੀਤੀ ਗਈ। ਬਾਕੀ ਜਿਹੜੀਆਂ ਪਾਬੰਦੀਆਂ ਨੇ ਉਹ ਜਿਉਂਦੀਆਂ ਤਿਉਂ ਹਜੇ ਵੀ ਰਹਿਣਗੀਆਂ ਫਰਵਰੀ ਤੱਕ। ਸੋ ਇਹ ਤਾਕੀਦ ਕੀਤੀ ਗਈ ਹੈ ਔਰ ਕੋਸ਼ਿਸ਼ ਕਰੋ ਕਿ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ। ਨਾਲ ਦੀ ਨਾਲ ਬੂਸਟਰ ਸ਼ਾਟ ਨੂੰ ਲੈ ਕੇ ਲਗਾਤਾਰ ਅਪਡੇਟਸ ਆ ਰਹੇ ਨੇ। ਕਈ ਲੋਕਾਂ ਦੀ ਸ਼ਿਕਾਇਤ ਇਹ ਆ ਰਹੀ ਹੈ ਕਿ ਅਪਾਇੰਟਮੈਂਟਸ ਉਹ ਬੁੱਕ ਕਰਾਉਣਾ ਚਾਹੁੰਦੇ ਨੇ ਪਰ ਉਹਨਾਂ ਦੀ ਅਪਾਇੰਟਮੈਂਟਸ ਦੇ ਵਿੱਚ ਸ਼ਾਇਦ ਕੋਈ ਦਿੱਕਤ ਆ ਰਹੀ ਹੈ। ਪਰ ਸਰਕਾਰ ਦੇ ਵੱਲੋਂ ਲਗਾਤਾਰ ਮੋਬਾਈਲ ਥਰੂ, ਈਮੇਲ ਥਰੂ ਹਰ ਤਰੀਕੇ ਨਾਲ ਮੈਸੇਜ ਭੇਜਿਆ ਜਾ ਰਿਹਾ। ਜਿਨ੍ਹਾਂ ਦੀ ਬੂਸਟਰ ਸ਼ਾਟ ਦਾ ਸਮਾਂ ਹੋ ਚੁੱਕਿਆ ਹੈ ਉਹ ਬੂਸਟਰ ਸ਼ਾਟਸ ਜਿਹੜੇ ਨੇ ਆਪਣੇ ਲਗਵਾ ਲਓ। ਕਿਸੇ ਵੀ ਕਲੀਨਿਕ ਤੇ ਜਾ ਕੇ ਵੀ ਤੁਸੀਂ ਇਸ ਸੰਬੰਧੀ ਇਨਫੋਰਮੇਸ਼ਨ ਜਿਹੜੀ ਹੈ ਉਹ ਕਲੈਕਟ ਕਰ ਸਕਦੇ ਹੋ। ਇਮੀਗ੍ਰੇਸ਼ਨ ਮਾਮਲਿਆਂ ਦੇ ਵਿੱਚ ਕਾਫੀ ਜ਼ਿਆਦਾ ਤਬਦੀਲੀਆਂ ਦਾ 2022 ਦੇ ਵਿੱਚ ਇੰਤਜ਼ਾਰ ਕੀਤਾ ਜਾ ਰਿਹਾ ਕਿ ਬਹੁਤ ਸਾਰੇ ਵੱਡੇ ਐਲਾਨ ਹੋ ਜਾਣ। ਖਾਸ ਕਰਕੇ ਜਿਹੜਾ ਬੈਕਲੌਗ ਭਰਿਆ ਪਿਆ ਹੈ, ਲਗਾਤਾਰ ਅਸੀਂ ਇਸ ਦੀ ਗੱਲਬਾਤ ਕਰਦੇ ਰਹਿੰਦੇ ਹਾਂ ਔਰ ਅੱਜ ਵੀ ਇਸ ਸੰਬੰਧੀ ਗੱਲਬਾਤ ਕਰਾਂਗੇ। ਔਰ ਜਿਹੜਾ ਫੈਡਰਲ ਟੈਕਸ ਲਗਾਉਣ ਦੀ ਗੱਲ ਕੀਤੀ ਜਾ ਰਹੀ ਸੀ, ਕਿਊਬਕ ਨੇ ਜਿਸ ਤਰੀਕੇ ਨਾਲ ਜਿਹੜੇ ਲੋਕਾਂ ਨੇ ਵੈਕਸੀਨੇਸ਼ਨ ਨਹੀਂ ਲਈ ਉਹਨਾਂ ਦੇ ਉੱਤੇ ਟੈਕਸ ਲਗਾਉਣ ਦੀ ਗੱਲ ਕਹੀ ਸੀ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਸ ਦੇ ਉੱਤੇ ਨਾ ਨੁੱਕਰ ਕੋਈ ਨਹੀਂ ਕੀਤੀ ਤੇ ਨਾ ਹੀ ਉਹਨਾਂ ਨੇ ਹਾਂ ਦੇ ਵਿੱਚ ਹਜੇ ਕੋਈ ਜਵਾਬ ਦਿੱਤਾ ਹੈ। ਸੋ ਜਿਹਦੇ ਕਰਕੇ ਵਿਰੋਧੀ ਧਿਰਾਂ ਵੀ ਕਾਫੀ ਜ਼ਿਆਦਾ ਹੁਣ ਕਹਿ ਸਕਦੇ ਹਾਂ ਵੀ ਵਿਰੋਧ ਕਰ ਰਹੀਆਂ ਨੇ। ਜਗਮੀਤ ਸਿੰਘ ਨੇ ਵੀ ਖਾਸ ਤੌਰ 'ਤੇ ਇਹ ਗੱਲ ਕਹੀ ਹੈ ਵੀ ਇਹ ਟੈਕਸ ਜਿਹੜਾ ਹੈ ਇਹ ਲਗਾਉਣ ਦਾ ਸੋਚਣਾ ਵੀ ਨਹੀਂ ਚਾਹੀਦਾ। ਇਹ ਟੈਕਸ ਲਗਾਉਣਾ ਬਿਲਕੁਲ ਗਲਤ ਹੈ। ਅਜਿਹੇ ਦੇ ਵਿੱਚ ਤੁਹਾਡੀ ਸੋਚ ਕੀ ਚੱਲਦੀ ਹੈ? ਤੁਸੀਂ ਆਪਣੀ ਸੋਚ ਨੂੰ ਜਿਹੜਾ ਹੈ ਕੀ ਇਸ ਸੰਬੰਧੀ ਰਾਏ ਰੱਖ ਸਕਦੇ ਹੋ? ਕੋਈ ਇਸ ਸੰਬੰਧੀ ਗੱਲ ਕਰਨਾ ਚਾਹੁੰਦੇ ਹੋ ਤਾਂ ਫੋਨ ਕਾਲਸ ਓਪਨ ਹੈ, ਤੁਸੀਂ ਫੋਨ ਕਾਲ ਕਰ ਸਕਦੇ ਹੋ। ਇਮੀਗ੍ਰੇਸ਼ਨ ਮਾਮਲਿਆਂ ਸੰਬੰਧੀ ਗੱਲ ਕਰਨਾ ਚਾਹੁੰਦੇ ਹੋ ਤਾਂ ਉਸ ਸੰਬੰਧੀ ਵੀ ਤੁਸੀਂ ਕਾਲ ਕਰ ਸਕਦੇ ਹੋ। ਜਿਹੜੇ ਫੇਸਬੁੱਕ ਤੇ ਦਰਸ਼ਕ ਨੇ ਉਹ ਫੇਸਬੁੱਕ ਤੇ ਆਪਣਾ ਕੋਈ ਵੀ ਮੈਸੇਜ ਜਿਹੜਾ ਉਹ ਲਿਖ ਸਕਦੇ ਨੇ। ਨਾਲ ਦੀ ਨਾਲ ਫੇਸਬੁੱਕ ਤੇ ਵੀ ਮੈਸੇਜ ਦੇਖਦੇ ਰਵਾਂਗੇ। ਸਾਡੇ ਨਾਲ MP ਰਣਦੀਪ ਸਰਾਏ ਜੀ ਇਹਨਾਂ ਤਮਾਮ ਮਾਮਲਿਆਂ ਦੇ ਉੱਤੇ ਗੱਲਬਾਤ ਕਰਨ ਲਈ ਮੌਜੂਦ ਨੇ। ਕਈ ਅਪਡੇਟਸ ਨੇ ਜਿਹੜੇ ਕਿ ਰਣਦੀਪ ਸਰਾਏ ਜੀ ਨਾਲ ਅੱਜ ਅਸੀਂ ਡਿਸਕਸ ਕਰਾਂਗੇ। ਰਣਦੀਪ ਸਰਾਏ ਜੀ ਬਹੁਤ ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਗੁੱਡ ਮਾਰਨਿੰਗ ਔਰ ਸਤਿ ਸ਼੍ਰੀ ਅਕਾਲ ਸਾਰੇ ਤੁਹਾਡੇ ਸਰੋਤਿਆਂ ਨੂੰ। ਜੀ ਰਣਦੀਪ ਸਰਾਏ ਜੀ, ਕਾਫੀ ਦਿਨਾਂ ਬਾਅਦ ਤੁਹਾਡੀ ਜਿਹੜੀ ਹੈ ਮੁਖਾਤਿਬ ਤੁਹਾਡੇ ਨਾਲ ਹੋਣ ਦਾ ਮੌਕਾ ਜਿਹੜਾ ਮਿਲਿਆ। ਬਹੁਤ ਸਾਰੇ ਮੁੱਦੇ ਇਸ ਵੇਲੇ ਜਿਹੜੇ ਖੜੇ ਨੇ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਨਾ ਚਾਹਾਂਗੀ ਕਿ ਲੋਕ ਜਿਹੜੇ ਨੇ BC ਵਾਸੀ ਜਿਹੜੇ ਨੇ ਉਹ ਕਾਫੀ ਜ਼ਿਆਦਾ ਇਹਨਾਂ ਦਿਨਾਂ 'ਚ ਪਰੇਸ਼ਾਨ ਨੇ। ਕੱਲ੍ਹ ਦੇ ਸਿਹਤ ਅਧਿਕਾਰੀਆਂ ਦਾ ਐਲਾਨ ਕੀਤਾ ਜਾ ਰਿਹਾ ਸੀ ਵੀ ਐਲਾਨ ਤੋਂ ਬਾਅਦ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਵੀ ਕੋਈ ਤਸੱਲੀ ਬਖਸ਼ ਮਿਲੇਗਾ। ਫਿਟਨੈਸ ਸੈਂਟਰ ਤੇ ਜਿਮ ਵਾਲੇ ਉਹ ਤਾਂ ਕਿਤੇ ਨਾ ਕਿਤੇ ਤਸੱਲੀ ਦੇ ਵਿੱਚ ਆ ਗਏ ਨੇ ਪਰ ਬਾਕੀ ਲੋਕ ਹਜੇ ਵੀ ਪਰੇਸ਼ਾਨ ਨੇ। ਉਹ ਕਹਿੰਦੇ ਹੁਣ ਫਿਰ ਤੋਂ ਪਹਿਲਾਂ ਵਾਲਾ ਮਾਹੌਲ ਸਾਨੂੰ ਸਾਫ਼ ਦਿਖਾਈ ਦੇਣ ਲੱਗ ਗਿਆ ਜਿਹਦੇ ਵਿੱਚ ਗਰੋਸਰੀ ਸਟੋਰਾਂ ਦੀ ਰਿਪੋਰਟ ਆਈ ਹੈ। ਰੂਰਲ ਏਰੀਆਜ਼, ਹੋਰ ਜਿਹੜੇ ਏਰੀਆਜ਼ ਹੈਗੇ ਨੇ ਆਊਟਰ ਜਿੱਥੇ ਕਿ ਬਹੁਤ ਹੀ ਸੀਮਿਤ ਦਾਇਰੇ ਦੇ ਵਿੱਚ ਹੈਗੇ ਨੇ ਗਰੋਸਰੀ ਸਟੋਰ, ਉਹਨਾਂ 'ਤੇ ਵੀ ਕਹਿੰਦੇ ਉਹਨਾਂ 'ਤੇ ਸਮਾਨ ਮੁੱਕਣ ਲੱਗ ਗਿਆ। ਉਹਨਾਂ ਦੇ ਵਿੱਚ ਚੀਜ਼ਾਂ ਖਤਮ ਹੋ ਰਹੀਆਂ ਨੇ। ਕਿਤੇ ਨਾ ਕਿਤੇ ਕਾਰੋਬਾਰਾਂ ਦੇ ਵਿੱਚ ਇੰਨੀ ਸਾਰੀ ਦਿੱਕਤ ਆ ਰਹੀ ਹੈ, ਇੰਪਲੋਈਜ਼ ਨਹੀਂ ਮਿਲ ਰਹੇ। ਟਰੱਕ ਡਰਾਈਵਰ ਜਿਹੜੇ ਨੇ ਉਹ ਵੈਕਸੀਨੇਸ਼ਨ ਦੇ ਕਰਕੇ ਜਾਂ ਹੋਰ ਦਿੱਕਤਾਂ ਕਰਕੇ ਉਹ ਸਟਕ ਪਏ ਨੇ। ਇਹ ਸਾਰੀਆਂ ਚੀਜ਼ਾਂ ਲੋਕਾਂ ਦੇ ਵਿੱਚ ਐਨਜ਼ਾਈਟੀ ਭਰ ਰਹੀਆਂ ਨੇ, ਲੋਕਾਂ 'ਚ ਪਰੇਸ਼ਾਨੀ ਭਰ ਰਹੀਆਂ ਨੇ। ਕਿਵੇਂ ਹੁਣ ਲੋਕ ਦੇਖਣ ਕਿ ਕਿੱਧਰ ਨੂੰ ਜਾ ਰਹੇ ਨੇ BC ਦੇ ਹਾਲਾਤ? ਸ਼ੋਰ ਦੇਖੋ, ਇਹ ਕਾਫੀ ਚੈਲੰਜਿੰਗ ਟਾਈਮ ਰਹੇ ਆ। ਆਪਾਂ ਜੇ ਪਿਛਲੇ 2 ਸਾਲ ਦੇਖੀਏ ਕੋਵਿਡ ਦਾ ਬਹੁਤ ਘੇਰਾ ਵੱਡਾ ਰਿਹਾ। ਉਸ ਦੇ ਨਾਲ ਸਪਲਾਈ ਚੇਨ ਦੀਆਂ ਪ੍ਰੋਬਲਮਾਂ ਗਲੋਬਲੀ ਹੋਈਆਂ, ਖਾਸ ਕਰਕੇ ਏਸ਼ੀਆ ਤੋਂ ਜਿਹੜੇ ਗੁੱਡਸ ਆਉਂਦੇ, ਚੀਨ ਤੇ ਹੋਰ ਦੇਸ਼ਾਂ ਤੋਂ ਆਉਂਦੇ ਆ, ਉਹਨਾਂ ਦੀ ਜਿੱਥੇ 2000 ਦਾ ਕੰਟੇਨਰ ਹੁੰਦਾ ਸੀ ਉੱਥੇ 20,000 ਦੇ ਕੰਟੇਨਰ। ਸੋ ਸ਼ਿਪਿੰਗ ਕਾਸਟ ਹੋ ਗਈ ਆ। ਉਹਦੇ ਨਾਲ ਔਨ ਟਾਪ ਸਾਡੀ ਜਿਹੜੀ ਕਲਾਈਮੇਟ, ਗਲੋਬਲ ਕਲਾਈਮੇਟ ਪ੍ਰੋਬਲਮਾਂ ਕਰਕੇ ਜਿਹੜੇ ਹੜ੍ਹ ਆਏ, ਹੋਰ ਪਹਿਲਾਂ ਹੀਟ ਡੋਮ ਆ ਗਿਆ, ਫਿਰ ਹੜ੍ਹ ਆਏ, ਸਾਡੇ ਹਾਈਵੇ ਵਾਸ਼ ਆਊਟ ਹੋ ਗਏ। ਮੇਰੇ ਖਿਆਲ ਅੱਜ ਹੀ ਐਲਾਨ ਹੋਇਆ ਕਿ ਕੋਕਾਹਾਲਾ ਹਾਈਵੇ ਮੁੜ ਕੇ ਰਿਜ਼ੂਮ ਹੋਇਆ, ਪਹਿਲਾਂ ਸਿਰਫ ਕਮਰਸ਼ੀਅਲ ਟਰੱਕਸ ਵਾਸਤੇ। ਉਸ ਤੋਂ ਔਨ ਟਾਪ ਕਿ ਇਕੋਨਮੀ ਬਹੁਤ ਵਧੀਆ ਚੱਲ ਰਹੀ ਆ ਇਨ ਟਰਮਸ ਆਫ ਅਨਐਮਪਲੋਇਮੈਂਟ ਨੰਬਰ ਰੈਕਡ ਲੋ ਹੋਏ ਆ। ਔਰ ਇੰਟਰਨੈਸ਼ਨਲੀ ਕਿਉਂਕਿ ਫਲਾਈਟਾਂ ਦੀ ਕਾਫੀ ਸਕਰੂਟਨੀ ਕੀਤੀ ਗਈ, ਕਾਫੀ ਸਖਤੀ ਕੀਤੀ ਗਈ ਆ ਕਿ ਜਿਹੜੇ ਵਰਕਰ ਆਉਣੇ ਸੀਗੇ, ਐਸਟੀਮੇਟਡ ਸੀਗੇ ਪਿਛਲੇ ਸਾਲ ਵਿਜ਼ਟਰ ਤੇ ਹੋਰ, ਉਹ ਨਹੀਂ ਆ ਸਕੇ, ਉਹ ਹੁਣ ਹੀ ਆਉਣ ਲੱਗੇ। ਸੋ ਉਹ ਗਲਤ ਜਿਹੜਾ ਉਹ ਬੋਟਲ ਨੈਕ ਜ਼ਰੂਰ ਹੋਇਆ। ਆਸ ਕਰਦੇ ਹਾਂ ਕਿ ਜਿੱਦਾਂ ਜਿੱਦਾਂ ਅਸੀਂ ਕੋਵਿਡ ਤੋਂ ਅਸੀਂ
ਅਸੀਂ ਨਿਕਲ ਰਹੇ ਆ ਉਸੇ ਤਰ੍ਹਾਂ ਅਸੀਂ ਸੇਫ ਔਰ ਸਿਕਿਉਰ ਤਰੀਕੇ ਨਾਲ ਫਲਾਈਟਾਂ ਵੀ ਖੋਲੀਏ, ਹੋਰ ਜ਼ਿਆਦਾ ਕਰੀਏ। ਉਹਦੇ ਨਾਲ ਸਾਡੇ ਜਿੰਨੇ ਵਿਅਕਤੀ ਸਾਨੂੰ ਲੋੜ ਆ ਕੈਨੇਡਾ ਦੀ ਇਕੋਨਮੀ ਨੂੰ ਉਹਦੇ ਵਾਸਤੇ ਆਉਣ, ਤਾਂ ਕਿ ਇਹ ਜਿਹੜੇ ਚੈਲੰਜਸ ਆ ਇਹ ਦੂਰ ਹੋਣ। ਇਸ ਦੇ ਨਾਲ ਉਹ ਇਨਫਰਾਸਟ੍ਰਕਚਰ ਬਿਲਡ ਹੋਵੇ ਤਾਂ ਕਿ ਸਾਡੇ ਕੋਲ ਜਿਹੜਾ ਸਮਾਨ ਹੈ, ਗੁੱਡਸ, ਜਿਵੇਂ ਤੁਸੀਂ ਕਿਹਾ ਗਰੋਸਰੀ ਸਟੋਰਾਂ ਤੱਕ ਉਹ ਪਹੁੰਚ ਸਕੇ। ਜੀ, ਪਰ ਇਕੋਨਮੀ ਦੀ ਇੱਥੇ ਗੱਲ ਕਰ ਰਹੀ ਹੈ। ਇਕੋਨਮੀ ਦੀ ਤਾਂ ਜਿਹੜੀ ਅੱਜ ਦੀ ਵੀ ਰਿਪੋਰਟ ਦੇਖੀ ਹੈ, ਇਨਫਲੇਸ਼ਨ ਰਿਪੋਰਟ ਜਿਹੜੀ ਆਈ ਹੈ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਪਰੇਸ਼ਾਨੀ ਹੀ ਹੈ, ਕਿਉਂਕਿ ਮਹਿੰਗਾਈ ਦਰ ਜਿੰਨੀ ਉਮੀਦ ਵੀ ਨਹੀਂ ਕੀਤੀ ਜਾ ਰਹੀ ਸੀ ਉਨੀ ਦਸੰਬਰ ਮਹੀਨੇ ਦੇ ਵਿੱਚ ਕਾਊਂਟ ਕੀਤੀ ਗਈ ਹੈ। ਸੋ ਮਹਿੰਗਾਈ ਦਾ ਜਿਹੜਾ ਸਟੈਂਡਰਡ ਹੈ ਕੈਨੇਡਾ ਨੇ, ਜੇ ਐਕਸਪੈਕਟੇਸ਼ਨ ਰੱਖੀ ਆ ਬੈਂਕ ਆਫ ਕੈਨੇਡਾ ਨੇ ਔਰ ਫਾਈਨੈਂਸ ਮਿਨਿਸਟਰ, ਉਹ ਹੁੰਦੀ 2% ਤੋਂ 10% ਔਨ ਐਵਰੇਜ, ਪਰ ਉਹ 3 ਈਅਰ ਰਨਿੰਗ ਸਾਈਕਲ ਹੁੰਦਾ। ਸੋ ਉਹ 'ਚੋਂ ਕਹਿੰਦੇ ਹੁੰਦੇ ਕਿ ਇੱਕ ਸਾਲ ਦਾ ਨਾ ਦੇਖ ਲਓ ਆਪ, ਕਿਉਂਕਿ ਪਿਛਲੇ ਸਾਲ ਐਕਚੁਅਲੀ ਡ੍ਰੌਪ ਬਹੁਤ ਹੋਈ ਸੀ, 1% ਹੀ ਸੀ ਮਹਿੰਗਾਈ। ਸੋ ਉਸ ਤੋਂ ਬਾਅਦ ਇਸ ਸਾਲ 4 ਹੋ ਗਈ। ਸੋ ਐਵਰੇਜ ਜਿਹੜੀ ਹੈਗੀ ਆ ਉਹ ਬਹੁਤ 2.5% ਹੈ 2 ਸਾਲਾਂ ਦੇ ਵਿੱਚ। ਜੇ ਤੁਸੀਂ ਉਹ ਦੇਖ ਕੇ ਕੁੱਲ ਮਿਲਾ ਕੇ ਦੇਖੋ, ਉਹਦੇ ਕਰਕੇ ਇੰਨੀ ਅਲਾਰਮਿੰਗ ਨਹੀਂ ਹੈਗੀ ਅਲਾਰਮਿੰਗ, ਪਰ ਸਾਨੂੰ ਪਤਾ ਉਹਦੇ ਕਾਰਨ ਕੀ ਹੈਗਾ। ਜਿਵੇਂ ਉਹਨੇ ਕਿਹਾ ਕਾਰਾਂ ਦੀ ਹੈਗੀ ਆ ਬਿਗ ਕਾਜ਼ ਹੈਗਾ, ਫੂਡ ਸਪਲਾਈ ਦਾ ਬਿਗ ਕਾਜ਼ ਹੈਗਾ, ਔਰ ਗੈਸ ਪ੍ਰਾਈਸਿਸ ਦਾ ਹੈਗਾ। ਔਰ ਇਹ ਤਿੰਨੇ ਚੀਜ਼ਾਂ ਤੁਸੀਂ ਦੇਖੋ, ਗੈਸ ਪ੍ਰਾਈਸ ਪਹਿਲਾਂ ਡ੍ਰੌਪ ਬਹੁਤ ਹੋ ਗਈ ਸੀ ਪਿਛਲੇ ਸਾਲ, ਉਹਦੇ ਕਰਕੇ ਜਦੋਂ ਇਸ ਸਾਲ ਦੇਖਦੇ ਆ ਤਾਂ ਬਹੁਤ ਹਾਈ ਹੈ, ਪਰ ਉਹ ਤੋਂ ਪਿਛਲੇ ਸਾਲ ਗੈਸ ਪ੍ਰਾਈਸ ਫਿਰ ਹਾਈ ਸੀਗੀ। ਸੋ ਉਹ ਆਲਮੋਸਟ ਉਹ ਸੇਮ ਪ੍ਰਾਈਸ ਤੇ ਆਈ। ਜਿੱਥੇ ਆਪਾਂ ਕਾਰਾਂ ਦੀ ਦੇਖੀਏ, ਉਹ ਚਿਪਸ ਦੀ ਸ਼ੋਰਟੇਜ ਆ, ਵਰਲਡ ਵਾਈਡ ਸ਼ੋਰਟੇਜ ਆ, ਵਰਚੁਅਲੀ ਐਵਰੀ ਕਾਰ ਕੰਪਨੀ ਦੀ ਇਹ ਪ੍ਰੋਬਲਮ ਹੈ, ਔਰ ਗਲੋਬਲ ਸਪਲਾਈ ਚੇਨ 'ਚ ਪ੍ਰੋਬਲਮ ਹੈ। ਆਸ ਕਰਦੇ ਕਿ ਉਹ ਜਿਹੜੀ ਚਿਪ ਸ਼ੋਰਟੇਜ ਜਿਹੜੀ ਏਸ਼ੀਆ ਤੋਂ ਸ਼ੁਰੂ ਹੋਈ ਸੀਗੀ, ਉਹ ਫਿਕਸ ਹੋ ਕੇ ਇਹ ਜਿਹੜਾ ਕਾਰਾਂ ਦੇ ਵਿੱਚ ਆਈ ਮਹਿੰਗਾਈ ਇਹ ਖਤਮ ਹੋ। ਇਸੇ ਤਰ੍ਹਾਂ ਜਿਹੜਾ ਫੂਡ ਦੀ ਸ਼ੋਰਟੇਜ ਆ ਉਹ ਵੀ ਸੇਮ ਸਪਲਾਈ ਚੇਨ ਕਾਰਨ, ਸਾਡੇ BC ਦੇ ਵਿੱਚ ਖਾਸ ਕਰਕੇ ਜਿਹੜੇ ਹੜ੍ਹ ਆਏ ਸੀਗੇ ਇਹਨਾਂ ਕਾਰਨ ਵੀ ਉਹ ਵਿਘਨ ਪਿਆ। ਆਸ ਕਰਦੇ ਕਿ ਨੈਕਸਟ ਈਅਰ ਜਿਹੜਾ ਹੋਊਗਾ, ਆਹ ਸਾਲ 2022, ਇਹ ਥੋੜ੍ਹਾ ਬੈਟਰ ਤਰੀਕੇ ਦੇ ਨਾਲ ਹੋਊਗਾ ਔਰ ਇਨਫਲੇਸ਼ਨ ਨੰਬਰਸ ਬੈਕ ਡਾਊਨ ਨੋਰਮਲ 2% ਤੇ ਆਉਣਗੇ। ਜੀ, ਹੁਣ 2022 ਦੀ ਸ਼ੁਰੂਆਤ ਹੋ ਹੀ ਗਈ ਹੈ, ਤਾਂ ਹੋਈ ਫਿਰ ਵੀ ਪਰੇਸ਼ਾਨੀਆਂ ਦੇ ਨਾਲ ਆ। ਲੋਕਾਂ ਨੂੰ ਕਾਫੀ ਉਮੀਦਾਂ ਸੀ, ਈਵਨ ਕਿ ਸਰਕਾਰੀ ਤੌਰ ਤੇ ਵੀ ਇਹੀ ਗੱਲ ਕਹੀ ਜਾ ਰਹੀ ਸੀ ਵੀ 2022 ਬਿਹਤਰ ਹੋਏਗਾ, ਪਰ ਜਿਵੇਂ ਸਟਾਰਟਿੰਗ ਦੇ ਹਾਲਾਤ ਜਿਹੜੇ ਨੇ ਇੰਨੇ ਜ਼ਿਆਦਾ ਵਿਗੜੇ ਪਏ ਨੇ, ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕਾਬੂ ਕਰਨ ਦੇ ਲਈ ਸਰਕਾਰ ਦੇ ਕੋਲ ਵੀ ਅਜਿਹੀ ਰਣਨੀਤੀ ਹੈਗੀ ਹੈ, ਫੈਡਰਲ ਲੈਵਲ ਦੇ ਉੱਤੇ ਅਜਿਹੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਜਿਹੜੇ ਆਮ ਲੋਕਾਂ ਨੂੰ ਰਾਹਤ ਦੇ ਸਕਣ। ਦੇਖੋ, ਜਿਹੜੀ ਬਿਗੇਸਟ ਆਪਾਂ ਕਹਿ ਲੈਂਦੇ ਆ ਲੇਬਰ ਸ਼ੋਰਟੇਜ ਹੈ ਕੈਨੇਡਾ 'ਚ। ਸੋ ਲਾਸਟ ਈਅਰ ਈਵਨ ਕੋਵਿਡ ਦੇ ਬਾਵਜੂਦ, ਫਲਾਈਟਾਂ ਬੰਦ ਹੋਣ ਦੇ ਬਾਵਜੂਦ, ਅਸੀਂ 4,01,000 ਲੋਕ ਨੂੰ PR ਕੀਤਾ, ਵਿਚ ਇਜ਼ ਰੈਕਡ ਹੈ ਵਰਲਡ ਵਾਰ 2 ਤੋਂ। ਮੇਰੇ ਖਿਆਲ ਵਰਲਡ ਵਾਰ 2 ਤੋਂ ਬਾਅਦ ਵੀ ਨਹੀਂ ਇੰਨਾ ਹੋਇਆ ਸੀ, ਪਰ ਉਹ ਹਜੇ ਉਹੀ ਗਿਣਿਆ ਜਾਂਦਾ ਕਿ ਬਿਗੇਸਟ ਰੈਕਡ ਉਸ ਵੇਲੇ ਵਰਲਡ ਵਾਰ 2 ਤੋਂ ਬਾਅਦ ਇਮੀਗ੍ਰੇਸ਼ਨ ਹੋਈ ਸੀ। ਸੋ ਉਹ ਜਿਹੜੇ ਵਿਅਕਤੀ ਆਉਂਦੇ ਆ ਉਹ ਜੌਬਸ ਲੈਂਦੇ ਜਿਹੜੇ ਸਾਡੇ ਕੈਨੇਡੀਅਨਸ ਨਹੀਂ ਕਰਦੇ ਜਾਂ ਫਿਲ ਨਹੀਂ ਕਰ ਸਕਦੇ। ਸੋ ਉਹ ਆ ਕੇ ਉਹ ਫੁਲਫਿਲ ਕਰਦੇ, ਪਰ ਸਾਡੇ ਕੋਲ ਹਜੇ ਵੀ ਜਿਹੜੀ ਨੀਡ ਹੈ ਕੰਟਰੀ ਦੀ, ਔਰ ਇਕੱਲਾ ਕੈਨੇਡਾ 'ਚ ਨਹੀਂ, US 'ਚ ਵੀ ਪ੍ਰੋਬਲਮ ਹੈ। US ਕੋ ਥੋੜ੍ਹਾ ਹੋ ਗਿਆ ਹੁਣ ਐਂਟੀ ਇਮੀਗ੍ਰੇਸ਼ਨ ਐਟੀਟਿਊਡ, ਇਸ ਕਰਕੇ ਉਹਨਾਂ ਕੋ ਬਾਹਰੋਂ ਲਿਆ ਨਹੀਂ ਹੁੰਦਾ। ਸਾਡਾ ਕੈਨੇਡਾ ਦਾ ਬੜਾ ਰਿਸਪੈਕਟਫੁਲ ਐਟੀਟਿਊਡ ਹੈਗਾ ਲੋਕਾਂ ਦਾ, ਵਿਅਕਤੀਆਂ ਦਾ। ਸੋ ਇਹ ਚੀਜ਼ ਆ ਰਹੇ ਆ। ਇਸੇ ਤਰ੍ਹਾਂ ਸਪਲਾਈ ਚੇਨ ਦੇ ਵਿੱਚ ਅਸੀਂ ਕਾਫੀ ਸਪੋਰਟ ਦੇ ਰਹੇ ਹਾਂ। ਕੰਟੇਨਰ ਸ਼ਿਪਿੰਗ ਇੰਡਸਟਰੀ ਨੂੰ ਵੀ ਅਸੀਂ ਦਿੱਤੀ ਹੈ ਤਾਂ ਕਿ ਉਹ ਸਟੋਰ ਕਰ ਸਕਣ ਯਾਰਡਸ, ਫੈਡਰਲ ਗਵਰਨਮੈਂਟ ਨੂੰ ਦੇ ਰਹੀ। ਔਰ ਲੌਂਗ ਟਰਮ ਚੀਜ਼ਾਂ ਦੇ ਵਿੱਚ ਜਿਹੜੀਆਂ ਇੱਥੇ ਮੈਨੂਫੈਕਚਰ ਹੋਣਾ ਚਾਹੀਦੀਆਂ, ਉਹਨਾਂ ਨੂੰ ਅਸੀਂ ਇੰਕਰੇਜਮੈਂਟ ਦੇ ਰਹੇ ਹਾਂ ਕਿ ਉਹ ਇੱਥੇ ਹੋਣ ਤਾਂ ਕਿ ਅਗਾਂਹ ਦੇ ਵਿੱਚ ਨਹੀਂ ਪ੍ਰੋਬਲਮ ਆਈਆਂ। ਅੱਗੇ ਤੇ ਆਪਾਂ ਦੇਖੀਏ ਤਕਰੀਬਨ ਡੈਕੇਡਸ ਦਾ ਹੋ ਗਿਆ ਸੀ ਸਪਲਾਈ ਚੇਨ, ਡੇਲੀ ਸਪਲਾਈ ਚੇਨ, ਵੇਅਰ ਹਾਊਸ ਘੱਟ ਗਏ ਸੀਗੇ। ਵੇਅਰ ਹਾਊਸ ਡਿਸਟਰੀਬਿਊਸ਼ਨ ਦੇ ਹੁੰਦੇ ਸੀ, ਸਟੋਰ ਨਹੀਂ ਸੀ ਕਰਦੇ। ਲੋਕ ਕਹਿੰਦੇ ਸੀ ਅਸੀਂ ਅੱਜ ਚੀਜ਼ ਸਾਨੂੰ ਚਾਹੀਦੀ ਆ, ਤੁਸੀਂ ਆਰਡਰ ਕਰੋ ਤਾਂ ਕੱਲ ਤੱਕ ਤੁਹਾਡੇ ਆ ਜਾਣੀ ਆ। ਜੇ ਤੁਸੀਂ 3 ਵੀਕ ਦੀ ਵੀ ਸਪਲਾਈ ਚੇਨ ਆਰਡਰ ਕਰ, ਤੁਹਾਨੂੰ ਪਤਾ ਸ਼ਿਪ ਤੋਂ ਆ ਕੇ ਇੰਨੇ ਦਿਨਾਂ। ਸੋ ਇਸ ਕਰਕੇ ਉਹ ਚੀਜ਼ ਪੈਂਡੈਮਿਕ ਦੇ ਵਿੱਚ ਫੇਲ ਹੋ ਗਈ, ਜਾਂ ਜਦੋਂ ਵੀ ਕੋਈ ਪ੍ਰੋਬਲਮ, ਉਹਨੂੰ ਹੁਣ ਲੋਕ ਸਾਰੇ ਐਡਜਸਟ ਕਰ ਰਹੇ। ਜਿੰਨੀਆਂ ਵੀ ਵੱਡੀਆਂ ਕੰਪਨੀਆਂ ਉਹ ਆਪਣੇ ਆਪ ਐਡਜਸਟ ਕਰ ਰਹੀਆਂ, ਔਰ ਸਰਕਾਰ ਉਹਨਾਂ ਨੂੰ ਸਹਾਇਤਾ ਪੂਰੀ ਦੇਊਗੀ। ਜੀ, ਰਣਦੀਪ ਜੀ, ਹੁਣ ਅੱਗੇ ਕੀ ਲੱਗਦਾ ਹੈ? BC ਦੇ ਵਿੱਚ ਪਾਬੰਦੀਆਂ ਜਿਹੜੀਆਂ ਨੇ ਉਹ ਹਜੇ ਰਹਿਣਗੀਆਂ, ਕੀ ਹੋਰ ਪਾਬੰਦੀਆਂ ਲਗਾਉਣ ਦੀ ਜਿਹੜੀ ਆ ਉਹ ਤਿਆਰੀ ਕੀਤੀ ਜਾ ਰਹੀ? ਕਿਉਂਕਿ ਕਈ ਲੋਕ ਜਿਹੜੇ ਨੇ ਉਹ ਇਹੀ ਸੋਚ ਰਹੇ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਹੋਰ ਵੀ ਪਾਬੰਦੀਆਂ ਲੱਗਣ ਜਾ ਰਹੀਆਂ ਨੇ। ਦੇਖੋ, ਸਰਕਾਰਾਂ ਕੋਈ ਖੁਸ਼ ਨਹੀਂ ਹੁੰਦੀਆਂ ਪਾਬੰਦੀਆਂ ਲਾ ਕੇ, ਔਰ ਈਵਨ ਦੋ ਇਹ BC ਸਰਕਾਰ ਨੇ ਲਾਈਆਂ ਹੈਗੀਆਂ। ਅਸੀਂ ਮੋਰ ਫਲਾਈਟਾਂ ਦੇ ਉੱਤੇ ਜਾਂ ਟੈਸਟਿੰਗ ਇੰਟਰਨੈਸ਼ਨਲ ਬਾਰਡਰਸ ਤੇ ਲਾਉਂਦੇ ਆ। ਕੋਈ ਸਰਕਾਰ ਚਾਹੁੰਦੀ ਨਹੀਂ ਹੁੰਦੀ ਅਨਨੈਸੈਸਰੀ ਲਾਉਣ ਦੇ। ਉਹ ਆਪਣੇ ਐਵੀਡੈਂਸ ਦੇ ਮੁਤਾਬਕ ਔਰ ਬੈਸਟ ਜੱਜਮੈਂਟ ਦੇ ਮੁਤਾਬਕ ਉਹ ਲਾਉਂਦੀਆਂ ਹੁੰਦੀਆਂ। ਉਹਨਾਂ ਨੂੰ ਜੋ ਸਾਇੰਟਿਸਟ ਦੱਸਦੇ ਆ ਜਾਂ ਉਹਨਾਂ ਦੀ ਖੋਜ ਹੈਗੀ ਆ ਉਹਦੇ ਮੁਤਾਬਕ ਉਹ ਕੋਸ਼ਿਸ਼ ਕਰਦੇ ਆ। ਜਿਹੜਾ
ਓਮਨੀਕੌਨ ਵੇਵ ਹੈਗਾ, ਇਹਦੀ ਆਸ ਹੈ ਕਿ ਹੁਣ ਪੀਕ ਹੋ ਗਿਆ, ਇਹ ਨਹੀਂ ਹੋਊਗਾ। ਔਰ ਆਸ ਕਰਦੇ ਜੇ ਇਹਦਾ ਵੇਰੀਐਂਟ ਹੋਰ ਹੋਇਆ ਵੀਗਾ ਉਹ ਵੀਕਰ ਹੋਊਗਾ, ਤਾਂ ਜੇ ਵੀਕਰ ਹੀ ਹੋਊਗਾ ਤਾਂ ਫਿਰ ਇਹਨਾਂ ਨੂੰ ਪਾਬੰਦੀਆਂ ਇੰਨੀਆਂ ਲਾਉਣੀਆਂ ਨਹੀਂ ਹੋਗੀਆਂ। ਪਰ ਪ੍ਰੋਬਲਮ ਬਿਗੇਸਟ ਆਉਂਦੀ ਹੈ ਕਿ ਸਾਡੇ ਹੈਲਥ ਕੇਅਰ ਸੈਕਟਰ ਤੇ ਇੱਕਦਮ ਬੋਝ ਪੈਂਦਾ। ਉਹ ਚੀਜ਼ ਆਪਾਂ 95% ਲੋਕ ਡੇਲੀ ਨਹੀਂ ਦੇਖਦੇ, ਜਿਨ੍ਹਾਂ ਦਾ ਕੋਈ ਬਜ਼ੁਰਗ ਜਾਂ ਸਰਜਰੀ ਸਕੈਜੂਲਡ ਆ, ਉਹਨਾਂ ਨੂੰ ਤਾਂ ਪਤਾ ਹੈਗਾ ਕਿ ਵੀ ਮੇਰੀ ਸਰਜਰੀ ਡਿਲੇ ਹੋ ਗਈ, ਮੇਰੇ ਕੋਲ ਮਾਪੇ ਨਹੀਂ ਦੇਖ ਹੋਏ ਹਸਪੀਟਲ 'ਚ। ਜਿਹੜੇ ਕੰਮ ਕਰਦੇ ਉੱਥੇ ਉਹਨਾਂ ਨੂੰ ਪਤਾ ਕੀ ਹਾਲਾਤ ਹੈ, ਕਿੰਨੀ ਕਈ ਵਾਰੀ ਸ਼ਿਫਟ ਦੀ ਸ਼ਿਫਟ ਇੱਕ ਬਿਮਾਰ ਹੋ ਜਾਂਦੀ ਆ, ਤੇ ਫਿਰ ਕਿਸ ਤਰ੍ਹਾਂ ਤੁਸੀਂ ਹਸਪੀਟਲ ਹੈਂਡਲ ਕਰੋਗੇ। ਪਰ ਓਵਰਆਲ ਆਮ ਵਿਅਕਤੀ ਨੂੰ ਜਿਹੜਾ ਜਿਮ ਜਾਂਦਾ ਜਾਂ ਹੈਲਥੀ ਹੈਗਾ, ਉਹਨੂੰ ਪਤਾ ਨਹੀਂ ਲੱਗਦਾ ਕਿ ਆਹ ਪ੍ਰੋਬਲਮ ਆਉਂਦੀ। ਉਹ ਕਹਿੰਦਾ ਮੈਨੂੰ ਤਾਂ ਫਲੂ ਆਇਆ ਸੀ ਤੇ ਮੈਂ ਤਾਂ ਠੀਕ ਹੋ ਗਿਆ, ਇਹ ਕੀ ਪ੍ਰੋਬਲਮ। ਸੋ ਇਸ ਕਰਕੇ ਗਵਰਨਮੈਂਟ ਨੂੰ ਉਸ ਪੱਖੋਂ ਦੇਖਣਾ ਪੈਂਦਾ, ਉਹ ਬਰਡਨ ਨੂੰ ਠੱਲ ਪਾਉਣ ਵਾਸਤੇ, ਤਾਂ ਕਿ ਇੱਕਦਮ ਪਹਾੜ ਨਾ ਹੋ ਜਾਵੇ ਹਸਪੀਟਲ ਦੇ ਵਿੱਚ, ਮਾਊਂਟਨ ਲੋਡ ਹੋ ਜਾਵੇ, ਉਹਨੂੰ ਕੰਟਰੋਲ ਕਰਨ ਵਾਸਤੇ ਇਹ ਯਤਨ ਕੀਤੇ ਜਾਂਦੇ। ਬਿਲਕੁਲ, ਇਹ ਬੇਸ਼ੱਕ ਸੂਬਾ ਪੱਧਰ ਦੇ ਉੱਤੇ ਰਣਦੀਪ ਜੀ ਤੁਸੀਂ ਕਹਿ ਰਹੇ ਹੋ, ਪਰ ਜੇ ਫੈਡਰਲ ਲੈਵਲ ਤੇ ਵੀ ਗੱਲ ਕੀਤੀ ਜਾਏ ਤਾਂ ਬਹੁਤ ਸਾਰੇ ਜਿਹੜੇ 에ਅਰਪੋਰਟਸ ਨੇ ਉਹਨਾਂ ਨੇ ਵੀ ਫੈਡਰਲ ਗਵਰਨਮੈਂਟ ਨੂੰ ਕਿਤੇ ਨਾ ਕਿਤੇ ਅਪੀਲ ਕੀਤੀ ਹੈ ਵੀ ਜਿਹੜਾ ਅਰਾਈਵਲ ਟੈਸਟ 에ਅਰਪੋਰਟ ਤੇ ਜਦੋਂ ਕੈਨੇਡਾ ਨੂੰ ਆਉਂਦੇ ਨੇ ਤਾਂ ਉਹ ਕਿਤੇ ਨਾ ਕਿਤੇ ਬੰਦ ਕਰ ਦਿੱਤਾ ਜਾਏ। ਵਾਧੂ ਬੋਝ ਜਿਹੜਾ ਫਰੰਟਲਾਈਨ ਵਰਕਰਸ ਦੀ ਉਹਨਾਂ ਨੇ ਹਾਲਾਤ ਦੇਖੇ ਨੇ ਕੀ ਬੰਦੇ ਜਾ ਰਹੇ ਨੇ। ਅਜਿਹੇ ਦੇ ਵਿੱਚ EMPLOYEES ਨੇ, ਕਰਮਚਾਰੀ ਜਿਹੜੇ ਨੇ, ਕਿਸੇ ਨੂੰ ਹੋ ਰਿਹਾ, ਕਿਸੇ ਨੂੰ ਕੋਵਿਡ ਹੋ ਰਿਹਾ, ਉਹ ਕੰਮਾਂ ਤੇ ਨਹੀਂ ਆ ਪਾ ਰਹੇ, ਤੇ EMPLOYEEਆਂ ਦੀ ਵੀ ਦਿੱਕਤ ਹੋ ਰਹੀ ਹੈ ਤੇ ਲੋਕਾਂ ਨੂੰ ਜਿਹੜੇ ਫਰੰਟ ਲਾਈਨ ਵਰਕਰ ਹੈ ਉਹ ਵੀ ਦਿੱਕਤ ਵਿੱਚ ਨੇ। ਹੁਣ ਇਹ ਅਪੀਲ ਕਿਤੇ ਨਾ ਕਿਤੇ ਲੱਗਦਾ ਵੀ ਉਹਨਾਂ ਦੀ ਮਨਜ਼ੂਰ ਕੀਤੀ ਜਾਏਗੀ ਔਰ ਇਹ ਜਾਇਜ਼ ਹੈ ਮੰਗ ਕਿ ਅਰਾਈਵਲ ਟੈਸਟ ਕੈਨੇਡਾ ਬੰਦ ਕਰ ਦੇਵੇ। ਸੋ ਦੇਖੋ ਗੁੱਡ ਆਰਗੂਮੈਂਟ ਹੈਗੇ ਆ। ਸੋ ਇਹ ਜਿਹੜੇ ਐਕਸਪਰਟਸ ਹੈਗੇ ਆ ਇਹਦੇ ਵਿੱਚ, ਉਹ ਇਹਨੂੰ ਐਗਜ਼ਾਮਨ ਕਰ ਰਿਹਾ। ਆਬਵੀਅਸਲੀ ਜਿਹੜੀ 에ਅਰਲਾਈਨ ਇੰਡਸਟਰੀ ਆ ਉਹ ਆਪਣੇ ਟਰੈਵਲ ਪੱਖੋਂ, ਬਿਜ਼ਨਸ ਪੱਖੋਂ ਐਸ ਕਰ ਰਹੀ ਹੈ, ਕਿਉਂਕਿ ਉਹ ਜਦੋਂ ਐਕਸਟਰਾ ਕਾਸਟ ਆਉਂਦਾ, ਲੋਕ ਕਈ ਜਦੋਂ ਆਪਣਾ ਟਰੈਵਲ ਦਾ ਸੈਰ ਆ ਪਲਾਨ ਕਰਦੇ, ਉਹ ਬਜਟਿੰਗ ਦੇ ਵਿੱਚ ਫਿਰ ਪਾਉਂਦੇ ਤਾਂ ਫਿਰ ਨਹੀਂ ਟਰੈਵਲ ਕਰਦੇ। ਪਰ ਸਾਡਾ ਜਿਹੜਾ ਮੁੱਖ ਮਕਸਦ ਹੈਗਾ ਉਹ ਹੈਗਾ ਲੋਕਾਂ ਦੀ ਸੁਰੱਖਿਅਤ ਰੱਖਣੀ, ਸੇਫਟੀ ਰੱਖਣੀ। ਉਹ ਸੇਫਟੀ ਰੱਖਣ ਵਾਸਤੇ ਸਾਡੀ ਬਹੁਤ ਜ਼ਿੰਮੇਵਾਰੀ ਆ ਕਿ ਅਸੀਂ ਰੱਖਣੀ। ਉਹਦੇ ਮੁਤਾਬਕ ਅਸੀਂ ਹਜੇ ਟੈਸਟਿੰਗ ਇਹ ਕਰ ਰਹੇ ਹਾਂ। ਆਸ ਕਰਦੇ ਕਿ ਅਸੀਂ ਜਿੰਨੇ ਵੀ ਇਹ ਬਰਡਨ ਲੋਅਰ ਕਰ ਸਕਦੇ, ਜਿਵੇਂ ਅੱਗੇ ਸਾਡਾ ਸੀਗਾ ਗੋਲ ਕਿ ਅਸੀਂ US ਬੋਰਡਰ ਕ੍ਰਾਸਿੰਗ ਤੇ ਹੋਰਾਂ ਥਾਵਾਂ ਤੇ ਅਸੀਂ ਠੱਲ ਪਾਈਏ, ਉਹ ਕਰਾਂਗੇ। ਪਰ ਜੇ ਤੁਸੀਂ ਦੇਖੋ US ਨੇ ਵੀ ਇਸੇ ਤਰ੍ਹਾਂ ਕੰਡੀਸ਼ਨਾਂ ਵਧਾਈਆਂ, ਉਹਨੀ 84 ਕੰਟਰੀਆਂ ਨੂੰ, ਉਹਨੀ 80+ ਕੰਟਰੀਆਂ ਨੂੰ ਉਹਨੀ ਆਪਣੀ ਲਿਸਟ ਦੇ ਉੱਤੇ ਪਾਇਆ। ਸੋ ਇਹ ਸਾਰਿਆਂ ਨੂੰ ਕਰਨਾ ਪੈਂਦਾ ਇਸ ਚੀਜ਼ ਨੂੰ ਕੰਟਰੋਲ ਕਰਨ ਵਾਸਤੇ। ਔਰ ਕਈ ਵਾਰੀ ਪਰਫੈਕਟ ਨਹੀਂ ਹੈਗਾ, ਸੋ ਉਹ ਚੀਜ਼ਾਂ ਨੂੰ ਅਸੀਂ ਫਿਕਸ ਕਰਦੇ, ਪਰ ਗੋਲ ਇਹ ਹੈ ਕਿ ਅਲਟੀਮੇਟਲੀ ਕੈਨੇਡੀਅਨਸ ਦੀ ਸੇਫਟੀ। ਵੈਸੇ ਰਿਵਿਊ ਕੀਤਾ ਜਾ ਰਿਹਾ ਹੈ, ਰਿਵਿਊ ਦੀ ਕੋਈ ਚੱਲ ਰਹੀ ਹੈ ਅਜਿਹੀ ਜਾਂਚ ਪੜਤਾਲ ਵੀ ਤੁਹਾਡੇ ਤੱਕ ਵੀ ਫੈਡਰਲ ਲੈਵਲ ਤੇ ਵੀ ਉਹ ਰਿਪੋਰਟ ਆ ਸਕੇ ਵੀ ਕਿਹੜੀਆਂ ਦਿੱਕਤਾਂ ਅਰਾਈਵਲ ਟੈਸਟ ਮੌਕੇ ਆ ਰਹੀਆਂ ਨੇ ਜਿਹਨੂੰ ਈਜ਼ ਕੀਤਾ ਜਾ ਸਕਦਾ ਹੈ? ਇਹ ਕਨਸਟੈਂਟਲੀ ਚੱਲ ਰਹੀਆਂ। ਸੋ ਅਪ ਟੂ ਡੇਟ ਇਸੇ ਤਰ੍ਹਾਂ ਰੈਪਿਡ ਟੈਸਟਿੰਗ ਵੀ ਦੇਖਦੇ ਆ, PCR ਟੈਸਟਿੰਗ, ਦੂਸਰੇ ਟੈਸਟਿੰਗ, ਇਹਨਾਂ ਨੂੰ ਦੇਖਦੇ ਆ ਰੈਂਡਮ ਟੈਸਟਿੰਗ, ਕਿਹੜੀਆਂ ਚੀਜ਼ਾਂ ਦੇ ਨਾਲ ਅਸੀਂ ਇਹ ਕਰ ਸਕਦੇ ਹਾਂ। ਇਹ ਮਾਡਲਿੰਗ ਦੇ ਨਾਲ ਉਹ ਦੇਖਦੇ ਆ ਕਿਹੜੇ ਟ੍ਰਾਂਸਮਿਸ਼ਨ ਇੰਟਰਨੈਸ਼ਨਲ ਦੇ ਨਾਲ ਜ਼ਿਆਦਾ ਸਾਡੀ ਪ੍ਰੋਬਲਮ ਆਉਂਦੀ, ਕਿ ਸਾਡਾ ਡੋਮੈਸਟਿਕ ਮੂਵਮੈਂਟ ਦੇ ਨਾਲ ਜ਼ਿਆਦਾ ਸਪਰੈਡ ਹੁੰਦਾ। ਇਹ ਸਾਰੀਆਂ ਚੀਜ਼ਾਂ ਨੂੰ ਦੇਖਣੀਆਂ ਪੈਂਦੀਆਂ ਜੀ। ਰਣਦੀਪ ਜੀ, ਇੱਕ ਹੋਰ ਬੜੀ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ ਸਰਗਰਮ ਹੋ ਰੱਖੀ ਹੈ ਗੱਲ, ਕਿਊਬੈਕ ਦੇ ਵੱਲੋਂ ਜਿਸ ਤਰੀਕੇ ਨਾਲ ਟੈਕਸ ਲਗਾ ਦਿੱਤਾ ਗਿਆ, ਇਹ ਗੱਲ ਕਹੀ ਗਈ ਹੈ ਵੀ ਜਿਹੜੇ ਵੈਕਸੀਨ ਨਹੀਂ ਲਗਵਾ ਰਹੇ ਉਹਨਾਂ ਦੇ ਉੱਤੇ ਜਿਹੜਾ ਵਾਧੂ ਟੈਕਸ ਲਾਇਆ ਜਾਵੇ। ਉਹਨੂੰ ਟੈਕਸ ਬੇਸ਼ੱਕ ਕਿਊਬੈਕ ਦੇ ਵੱਲੋਂ ਲਗਾਇਆ ਜਾ ਰਿਹਾ, ਪਰ ਫੈਡਰਲ ਜਦੋਂ ਤੌਰ ਦੇ ਉੱਤੇ ਗੱਲ ਪਹੁੰਚੀ ਸੀਗੀ, ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਤੱਕ ਵੀ ਪਹੁੰਚੀ ਸੀ, ਤਾਂ ਉਹਨਾਂ ਦਾ ਕਮੈਂਟ ਜਿਹੜਾ ਸੀਗਾ ਉਹ ਨਾ ਹਾਂ ਦੇ ਵਿੱਚ ਸੀ ਨਾ ਨਾ ਦੇ ਵਿੱਚ। ਪਰ ਇਹ ਜ਼ਰੂਰ ਕਿਹਾ ਸੀ ਵੀ ਜੇ ਉਹ ਕੰਮ ਕਰ ਗਿਆ ਕਿਊਬੈਕ ਦਾ ਜਿਹੜਾ ਪ੍ਰੋਗਰਾਮ ਹੈ, ਤਾਂ ਉਸ ਤੋਂ ਬਾਅਦ ਹੋ ਸਕਦਾ ਹੈ ਵੀ ਉਹਨੂੰ ਫੈਡਰਲ ਲੈਵਲ ਦੇ ਉੱਤੇ ਵੀ ਉਹਦਾ ਐਲਾਨ ਕਰ ਦਿੱਤਾ ਜਾਏ। ਸੋ ਕਿਤੇ ਨਾ ਕਿਤੇ ਇਸ ਚੀਜ਼ ਨੂੰ ਗਲਤ ਨਹੀਂ ਠਹਿਰਾਇਆ ਗਿਆ ਫੈਡਰਲ ਲੈਵਲ ਦੇ ਉੱਤੇ। ਹੁਣ ਕੀ ਲੱਗਦਾ ਹੈ, ਕਿਉਂਕਿ ਇਸ ਚੀਜ਼ ਦਾ ਵਿਰੋਧ ਪਹਿਲਾਂ ਹੀ ਹੋਣ ਲੱਗ ਗਿਆ, ਜਗਮੀਤ ਸਿੰਘ ਆਪਣੇ ਤੌਰ ਦੇ ਉੱਤੇ ਇਹ ਗੱਲ ਕਹਿ ਰਹੇ ਨੇ ਵੀ ਇਹ ਬਿਲਕੁਲ ਹੀ ਗਲਤ ਹੈ, ਇਹ ਵਾਧੂ ਬੋਝ ਜਿਹੜਾ ਜਨਤਾ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਪਾਏ ਜਾਣਾ ਸਿਰਫ ਵੈਕਸੀਨ ਲਗਵਾਉਣ ਦੇ ਲਈ, ਇਹ ਠੀਕ ਨਹੀਂ ਹੈ ਤੇ ਸਰਕਾਰ ਨੂੰ ਇਹ ਸੋਚ ਵਿਚਾਰ ਨਹੀਂ ਕਰਨਾ ਚਾਹੀਦਾ। ਤੁਹਾਡੀ ਇਸ 'ਤੇ ਆਪਣੀ ਕੀ ਰਾਏ ਹੈਗੀ ਹੈ, ਤੇ ਉਸ ਦੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੁਹਾਨੂੰ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੇ ਫੈਸਲੇ ਦੇ ਉੱਤੇ ਵਿਚਾਰ ਕਰ ਸਕਦੇ ਨੇ, ਇੱਦਾਂ ਦਾ ਫੈਸਲਾ ਇੰਪਲੀਮੈਂਟ ਕਰ ਸਕਦੇ ਨੇ? ਇਹ ਦੇਖੋ, ਇਹ ਬੜਾ ਹਾਈਲੀ ਓਪੀਨੀਅਨਡ ਆਰਗੂਮੈਂਟ ਹੈਗਾ। ਦੇਖੋ ਜਿਹੜਾ ਉਹ ਟੈਕਸ ਲਾ ਰਿਹਾ, ਉਹ ਬੋਝ 85% ਜਾਂ 80% ਜਿਹੜੇ ਲੋਕਾਂ ਨੇ ਵੈਕਸੀਨ ਲਾਈ ਆ ਉਹਨਾਂ ਤੇ ਨਹੀਂ ਲੱਗਣਾ। ਇਹ ਜਿਹੜੇ ਅਨਵੈਕਸੀਨੇਟਡ ਹੈਗੇ ਆ, ਜਿਹੜੇ ਹੈਜ਼ੀਟੈਂਟ ਆ, ਜਿਹੜੇ ਨਹੀਂ ਕਰ ਰਹੇ ਵਿਦਆਊਟ ਮੈਡੀਕਲ ਰੀਜ਼ਨ, ਉਹਨਾਂ ਦੇ ਉੱਤੇ ਇਹ ਲਾ ਰਹੇ ਹੈਗੇ ਕੁਬੈਕ ਦੇ ਵਿੱਚ। ਉਹ ਖਾਸ ਕਰਕੇ ਉਹਨਾਂ ਨੂੰ ਇਨਕਰੇਜ ਕਰਨ ਲਵੇ, ਨਹੀਂ ਤਾਂ ਜੇ ਤੁਹਾਡੇ ਤੇ ਟੈਕਸ ਲਾਉਣਾ। ਸੋ ਉਹਨਾਂ ਦਾ ਗੋਲ ਜਿਹੜਾ ਹੈਗਾ ਉਹ ਆਈ ਥਿੰਕ ਬਹੁਤ ਅੱਛਾ ਹੈਗਾ ਕਿ ਲੋਕ ਵੈਕਸੀਨ ਲਾਉਣ, ਕਿਉਂਕਿ ਉਹ ਜਿਹੜੇ 10 ਜਾਂ 15% ਆ ਉਹ 80% ਬੋਝ ਪਾ ਰਿਹਾ ਹੈਲਥ ਕੇਅਰ ਸਿਸਟਮ ਦੇ ਉੱਤੇ। ਇਸ ਕਰਕੇ ਜਿਹੜੇ ਬਾਕੀ ਦੇ
ਵਿਅਕਤੀ ਆ ਉਹ ਕਾਫੀ ਅਪਸੈਟ ਹੈ ਕਿ ਅਸੀਂ ਕੰਪਲਾਈ ਕਰਦੇ ਹਾਂ, ਅਸੀਂ ਰੂਲਸ ਨੂੰ ਅਡਾਪਟ ਕਰਦੇ, ਅਸੀਂ ਵੈਕਸੀਨ ਲਾਉਂਦੇ ਹਾਂ, ਪਰ ਜਦੋਂ ਮੇਰੀ ਮਦਰ ਸਿੱਖ ਹੁੰਦੀ ਆ ਤਾਂ ਹਸਪੀਟਲ ਭਰਿਆ, ICU ਦੇ ਵਿੱਚ ਬੈੱਡ ਨਹੀਂ ਮਿਲਦਾ, ਮੈਂ ਨਰਸ ਆ ਤੇ ਮੈਂ ਵੈਕਸੀਨ ਲਵਾਈ ਹੈ, ਮੇਰੇ ਪਰਿਵਾਰ ਨੇ ਲਾਈ ਹੈ, ਪਰ ਮੈਨੂੰ ਹੁਣ ਖਤਰੇ 'ਚ ਜਾਣਾ ਪੈਂਦਾ ਕੰਮ ਤੇ ਕਿਉਂਕਿ ਅਨਵੈਕਸੀਨੇਟਡ ਲੋਕ ਉੱਥੇ ਵਾਇਰਸ ਔਰ ਹਾਇਰ ਸਟ੍ਰੇਨਾਂ ਲੈ ਕੇ ਆ ਰਹੀਆਂ, ਇਸ ਕਰਕੇ ਸਾਨੂੰ ਮੇਰੇ ਜਾਨ ਖਤਰੇ 'ਚ ਉਹਦੇ ਕਰਕੇ ਲਾ ਰਿਹਾ। ਪਰ ਇਹਦਾ ਜਿਹੜਾ ਕਾਊਂਟਰ ਆਰਗੂਮੈਂਟ ਹੈਗਾ ਕਿ ਆਪਾਂ ਜਿਹੜੇ ਲੋਕ ਸਿਗਰਟਾਂ ਪੀਂਦੇ ਆ, ਭੰਗ ਪੀਂਦੇ ਆ, ਡਰੱਗਸ ਖਾਂਦੇ ਆ, ਅਸੀਂ ਉਹਨਾਂ ਤੇ ਨਹੀਂ ਲਾ ਰਹੇ ਟੈਕਸ ਵੇ, ਜਦੋਂ ਤੁਸੀਂ ਹਸਪੀਟਲ ਜਾਂਦੇ ਤੁਸੀਂ ਸਾਡੇ ਤੇ ਅਨਨੈਸਰੀ ਬੋਰਡ। ਸੋ ਇਸ ਕਰਕੇ ਆਰਗੂਮੈਂਟ ਹੈਲਥ ਐਕਟ ਦੇ ਮੁਤਾਬਕ ਇਹ ਦੇਖਣਾ ਪੈਣਾ ਕਿ ਇਹ ਵੈਲਿਡ ਆਰਗੂਮੈਂਟ ਹੈਗਾ ਕਿ ਨਹੀਂ ਹੈਗਾ। ਇਹ ਥੋੜ੍ਹਾ ਜਿਹਾ ਡਿਫਰੈਂਟ ਆ ਕਿਉਂਕਿ ਉਹ ਕਹਿ ਸਕਦੇ ਤੁਹਾਨੂੰ ਨਸ਼ੇ ਦੀ ਜਾਂ ਐਡਿਕਸ਼ਨਸ ਹੈਗੀਆਂ, ਇਹ ਐਡਿਕਸ਼ਨ ਨਹੀਂ ਹੈਗੀ, ਇਹ ਤੁਹਾਡੀ ਹੈਜ਼ੀਟੈਂਸੀ ਹੈਗੀ ਆ। ਉਹਨੂੰ ਹੈਜ਼ੀਟੈਂਸੀ ਨੂੰ ਜੇ ਤੁਸੀਂ ਹੁਣ ਬਰਡਨ ਪਾ ਰਹੇ ਆ ਤਾਂ ਉਹ ਸਰਕਾਰ ਕਹਿ ਰਹੀ ਹੋ ਠੀਕ ਹੈ ਤੁਸੀਂ ਚੋਇਸ ਕਰਨੀ ਹੈ, ਫਿਰ ਸਾਨੂੰ ਤੁਹਾਡੇ ਤੇ ਟੈਕਸ ਲਾਉਣਾ ਪੈਣਾ ਕਿਉਂਕਿ ਜਦੋਂ ਤੁਸੀਂ ਹਸਪੀਟਲ ਜਾਂਦੇ ਤੁਸੀਂ ਆਮ ਵਿਅਕਤੀ ਨਾਲੋਂ ਸਾਨੂੰ ਜ਼ਿਆਦਾ ਕਾਸਟ ਪੈਂਦੀ ਹੈ ਔਰ ਤੁਸੀਂ ਡਿਲੀਬਰੇਟਲੀ ਕਰ ਰਹੇ, ਤੁਹਾਨੂੰ ਕੋਈ ਮੈਡੀਕਲ ਰੀਜ਼ਨ ਨਹੀਂ ਹੈਗਾ ਕਿ ਤੁਸੀਂ ਇਹ ਨਾ ਕਰ ਸਕੋ। ਸੋ ਇਸ ਕਰਕੇ ਉਹ ਕਰ ਰਿਹਾ। ਆਪਾਂ ਈਵਨ ਬੱਚੇ ਸਕੂਲਾਂ ਨੂੰ ਜਦੋਂ ਜਾਂਦੇ ਆ, ਸਕੂਲਾਂ 'ਚ ਵੀ ਮੈਂਡੇਟਰੀ ਹੈ ਕਿ ਆਹ ਫਲਾਣੇ ਸ਼ਾਰਟਸ ਤੁਹਾਨੂੰ ਚਾਹੀਦੇ ਆ। ਸੋ ਇਹ ਆਲਰੇਡੀ ਹੈਗਾ, ਹਾਂ ਠੀਕ ਹੈ, ਉਹਦੇ ਤੇ ਫਾਈਨ ਨਹੀਂ ਆਈ ਥਿੰਕ ਮੈਡੀਕਲ ਲੈਵਲ ਤੇ ਹੁੰਦਾ, ਪਰ ਆਈ ਥਿੰਕ ਇਹ ਡਿਬੇਟ ਚੱਲਣੀ ਹੈ, ਇਹ ਲੀਗਲ ਆਰਗੂਮੈਂਟ ਹੋਣੀ ਆ ਅੰਡਰ ਦ ਹੈਲਥ ਐਕਟ ਕਿ ਵੈਲਿਡ ਹੈਗਾ ਕਿ ਨਹੀਂ ਵੈਲਿਡ ਹੈਗਾ, ਔਰ ਆਈ ਥਿੰਕ ਕੁਬੈਕ ਨੂੰ ਡੀਲ ਕਰਨੀ ਪੈਣੀ। ਬਿਲਕੁਲ, ਕਿਉਂਕਿ ਆਮ ਜਨਤਾ ਇਸ ਫੈਸਲੇ ਨੂੰ ਠੀਕ ਨਹੀਂ ਮੰਨ ਰਹੀ। ਉਹਨਾਂ ਦਾ ਕਹਿਣਾ ਇਹ ਤਾਂ ਮੌਕਾ ਹੈਗਾ ਵੀ ਸਰਕਾਰ ਨਾਲ ਖੜੇ ਤੇ ਸਾਡਾ ਕੁਝ ਸੋਚ ਵਿਚਾਰ ਕਰੇ, ਸਾਡੇ ਲਈ ਅਜਿਹੇ ਪ੍ਰੋਗਰਾਮ ਲਿਆਂਦੇ ਜਾਣ, ਸਾਡੇ ਕਾਰੋਬਾਰ ਬੰਦ ਹੋ ਰਹੇ ਨੇ ਤੇ ਬਾਂਹ ਫੜਨ ਦੀ ਥਾਂ ਦੇ ਉੱਤੇ ਅਜਿਹੇ ਟੈਕਸ ਲਗਾਉਣਾ ਜਿਹੜਾ ਉਹ ਸਾਫ਼ ਤੌਰ ਦੇ ਉੱਤੇ ਕਹਿੰਦੇ ਲੋਕਾਂ ਤੇ ਵਾਧੂ ਬੋਝ ਹੈ ਤੇ ਸਿੱਧੀ ਮਾਰ ਸਰਕਾਰੀ ਤੌਰ ਤੇ ਪੈ ਰਹੀ ਹੈ। ਬੇਸ਼ੱਕ ਅਜੇ ਇੱਕ ਪ੍ਰੋਵਿੰਸ ਦੇ ਵੱਲੋਂ ਇਹ ਫੈਸਲਾ ਆਇਆ। ਇਸ ਤੇ ਆਪਾਂ ਗੱਲ ਕਰਦੇ ਹਾਂ, ਕਾਲਰ ਦੀ ਕਾਲ ਅਟੈਂਡ ਕਰਦੇ ਹਾਂ ਨਾਲ। ਸਤਿ ਸ਼੍ਰੀ ਅਕਾਲ ਜੀ ਸਰ। ਸਤਿ ਸ਼੍ਰੀ ਅਕਾਲ ਜੀ। ਟੀਵੀ ਦੀ ਪਲੀਜ਼ ਵੋਲੀਅਮ ਘਟਾ ਦਿਓ। ਹੈਲੋ ਹਾਂਜੀ ਸਰ, ਟੀਵੀ ਦੀ ਆਵਾਜ਼ ਘੱਟ ਕਰ ਦਿਓ। ਅੱਛਾ ਜੀ। ਹਾਂਜੀ, ਟੀਵੀ ਦੀ ਆਵਾਜ਼ ਘੱਟ ਕਰਕੇ ਫਿਰ ਤੁਸੀਂ ਆਪਣਾ ਕੁਐਸਚਨ ਦੱਸੋ ਜੀ, ਕੀ ਗੱਲ ਕਰਨਾ ਚਾਹੁੰਦੇ ਹੋ। ਅੱਛਾ ਜੀ, ਮੈਂ ਇੱਕ ਕੁਐਸਚਨ ਕਰਨਾ। ਹਾਂਜੀ ਬਈ ਜਿਹੜੇ ਰਿਟਾਇਰ ਪੀਪਲ ਆ, ਹਾਂਜੀ ਜੇ ਉਹ ਕੰਮ ਕਰਨ ਦੇ ਕਾਬਲ ਆ ਤਾਂ ਉਹ ਕੰਮ ਕਰਨਾ ਦੇਣ ਤੇ ਉਹਨਾਂ ਤੇ ਟੈਕਸ ਲੱਗੇ, ਉਹਨਾਂ ਦੀ ਪੈਨਸ਼ਨ ਨਹੀਂ ਬੰਦ ਕਰਨੀ ਚਾਹੀਦੀ। ਓਕੇ ਜੀ, ਠੀਕ ਹੈ ਸਰ, ਇਸ ਤੇ ਕਰਦੇ ਹਾਂ ਜੀ ਗੱਲ। ਥੈਂਕ ਯੂ ਸੋ ਮਚ ਓਕੇ ਜੀ। ਥੈਂਕ ਯੂ। ਆਪੇ ਕਰ ਦੋਗੇ? ਹਾਂਜੀ ਹਾਂਜੀ, ਤੁਸੀਂ ਟੀਵੀ ਤੇ ਸੁਣੋ ਜੀ, ਆਪਾਂ ਰਣਦੀਪ ਸਰਾਏ ਜੀ ਤੋਂ ਇਸ ਚੀਜ਼ ਦਾ ਜਵਾਬ ਲੈਣੇ ਆ ਜੀ। ਓਕੇ, ਥੈਂਕ ਯੂ ਜੀ। ਹਾਂਜੀ ਰਣਦੀਪ ਜੀ। ਸੋ ਜਿਹੜੀਆਂ ਤੁਹਾਡੀਆਂ ਰੈਗੂਲਰ ਪੈਨਸ਼ਨਸ ਹੈਗੀਆਂ ਜਿਹੜੀਆਂ ਕਿ ਲੋ ਇਨਕਮ ਕਾਰਨ ਨਹੀਂ ਹੈਗੀ, ਤੁਹਾਡੀ 올ਡ ਤੁਹਾਡੀ CPP ਪੈਨਸ਼ਨ ਵਗੈਰਾ ਉਹ ਨਹੀਂ ਕੱਟ ਹੁੰਦੀ, ਤੁਸੀਂ ਕੰਮ ਕਰ ਸਕਦੇ ਹੋ। ਬਹੁਤ ਲੋਕ 65 ਤੋਂ ਵੱਧ ਉਮਰ ਤੇ ਕੰਮ ਕਰਦੇ ਆ। ਜਿਹੜੀ ਗੈਰੰਟੀਡ ਇਨਕਮ ਸਪਲੀਮੈਂਟ ਹੈਗੀ ਆ, GIS ਕਹਿ ਦਿੰਦੇ, ਉਹ ਹੈਗੀ ਹੈ ਕਿ ਤੁਸੀਂ ਅਨਫ ਇਨਕਮ ਤੁਹਾਡੇ ਕੋਲ ਹੈ ਨਹੀਂ ਗੀ ਸਰਵਾਈਵਲ, ਉਹਨੂੰ ਟਾਪ ਅਪ ਸਰਕਾਰ ਸਹਾਇਤਾ ਦੇ ਤੌਰ ਤੇ ਦਿੰਦੀ ਹੈ। ਉਹਦੇ ਵਿੱਚ ਵੀ ਅਸੀਂ ਵਧਾਇਆ, ਉਹ ਮੇਰੇ ਖਿਆਲ 7,500 ਤੱਕ ਤੁਸੀਂ ਸਾਲ ਦਾ ਬਣਾ ਸਕਦੇ ਆ, ਜਿਹਦੇ ਵਿੱਚ ਤੁਹਾਡੀ ਕੋਈ ਘਟਾ ਨਹੀਂ ਕੀਤਾ ਜਾਊਗਾ ਤੁਹਾਡੀ ਪੈਨਸ਼ਨ ਦੇ ਵਿੱਚ। ਆਈ ਥਿੰਕ ਉਹਦਾ ਉਹ ਜ਼ਿਕਰ ਕਰ ਰਿਹਾ। ਸੋ ਉਹ ਕੀਤਾ, ਪਰ ਉਹ ਇਹ ਨਹੀਂ ਮੀਨ ਕਿ ਤੁਸੀਂ ਜਿਹੜੀ ਟਾਪ ਅਪ ਹੈ ਕਿ ਜੇ ਤੁਸੀਂ ਕਿਉਂਕਿ ਤੁਸੀਂ ਬਿਲੋ ਪਾਵਰਟੀ ਲਾਈਨ ਤੋਂ ਬਿਲੋ ਤੁਹਾਡੀ ਇਨਕਮ ਲੈਵਲ ਆ, ਉਹ ਤੋਂ ਵੱਧ ਤੁਸੀਂ ਇਨਕਮ ਬਣਾ ਲਓ ਤਾਂ ਫਿਰ ਉਹ ਵੀ ਦਿੱਤੀ ਜਾਵੇ, ਡਬਲ ਨਹੀਂ ਕਰ ਸਕਦੇ। ਫਿਰ ਨਹੀਂ, ਉਹ ਪੈਨਸ਼ਨ ਜਿਹੜੀ ਉਹ ਗੈਰੰਟੀਡ ਇਨਕਮ ਸਪਲੀਮੈਂਟ ਆ, ਉਹ ਹੈਗੀ ਜਿਹਨਾਂ ਕੋਲ ਹੋਰ ਪੈਨਸ਼ਨ ਆ, ਆਪਣੀ ਕੰਮ ਦੀ ਪੈਨਸ਼ਨ, ਆਪ ਦੀ ਇਨਕਮ ਨਹੀਂ ਇਨਫ ਹੈਗੀ, ਉਹਨਾਂ ਨੂੰ ਟਾਪ ਅਪ ਮਿਲਦਾ ਆ। ਉਹ ਟਾਪ ਅਪ ਦੇ ਵਿੱਚ ਵੀ ਪਹਿਲਾਂ ਸਿਰਫ 5,000 ਅਲਾਉਡ ਸੀਗਾ, ਮੇਰੇ ਖਿਆਲ ਉਹ ਹੁਣ 7,500 ਅਲਾਉ ਕੀਤਾ। ਸਾਡੇ ਸਰੀ ਦੇ ਬਜ਼ੁਰਗਾਂ ਨੇ ਐਕਚੁਅਲੀ ਅਪੀਲ ਕੀਤੀ ਸੀ ਤਾਂ ਅਸੀਂ ਫੈਡਰਲ ਮਿਨਿਸਟਰ ਨੂੰ ਉਹ ਅਰਜ਼ ਕਰਕੇ ਉਹ ਬਜਟ ਦੇ ਵਿੱਚ ਕਰਾਇਆ ਸੀ। ਸੋ ਹੁਣ 7,500 ਤੱਕ ਉਹ ਸਾਲ ਦਾ ਆਮਦਨ ਬਣਾ ਸਕਦੇ ਔਨ ਟਾਪ ਆਫ ਜੋ ਉਹਨਾਂ ਦੀ ਪੈਨਸ਼ਨ ਹੈਗੀ, ਤਾਂ ਉਹਨਾਂ ਨੂੰ ਕੋਈ ਟੈਕਸ ਨਹੀਂ ਲੱਗਦਾ। ਉਹ ਅਪ ਟੂ 15 ਵੀ ਬਣਾ ਸਕਦੇ, ਪਰ ਫਿਰ ਉਹਨਾਂ ਦਾ ਹੌਲੀ ਹੌਲੀ ਘਟ ਜਾਂਦਾ ਉਹਨਾਂ ਅਮਾਊਂਟ, ਉਹ ਪ੍ਰੋ ਰਾਟਾ ਹੁੰਦੀ ਹੈ। ਸੋ ਇਹ ਇਜਾਜ਼ਤ ਦਿੱਤੀ ਗਈ ਹੈ ਜੀ। ਸੋ ਇਹਦੇ ਵਾਸਤੇ ਕੋਈ ਇਦਾਂ ਦਾ ਕ੍ਰਾਈਟੇਰੀਆ ਨਹੀਂ ਵੀ ਜੇ ਕਨਫਿਊਜ਼ਨ ਹੈ ਵੀ ਹੈ ਕੋਈ ਰਿਟਾਇਰ ਪਰਸਨ ਜੇ ਉਹ ਕਹਿੰਦੇ ਹਿੰਮਤ ਹੈਗੀ ਸਾਡੇ ਅੰਦਰ ਕੰਮ ਕਰਨ ਦੀ, ਖਾਸ ਕਰਕੇ ਚਲੋ ਇਹਨਾਂ ਦਿਨਾਂ ਦੀ ਗੱਲ ਕਰ ਰਹੇ ਜਿੱਥੇ ਹਰ ਸ਼ਖਸ ਦੀ ਲੋੜ ਹੈਗੀ ਆ ਵੀ ਉਹ ਕੰਮ ਕਰਨ, ਅੱਗੇ ਆਉਣ ਕਿਸੇ ਨਾ ਕਿਸੇ ਕੰਮ ਲਈ, ਚਾਹੇ ਫਰੰਟ ਲਾਈਨ ਜਾਂ ਕਿਸੇ ਵੀ ਤਰ੍ਹਾਂ ਦੇ ਕੰਮ ਲਈ। ਤੇ ਜੇ ਉਹ ਮੰਨ ਲਓ ਕਰਨਾ ਚਾਹੁੰਦੇ ਨੇ ਤਾਂ ਇਹ ਕੋਈ ਸੈਟਲਮੈਂਟ ਇੱਦਾਂ ਦੀ ਨਹੀਂ ਹੋ ਸਕਦੀ, ਕੋਈ ਕ੍ਰਾਈਟੇਰੀਆ ਇੱਦਾਂ ਦਾ ਹੈਗਾ ਜਿਹ 'ਚੋਂ ਫਿੱਟ ਆ ਸਕਣ ਤੇ ਉਹਨਾਂ ਦੀ ਡਿਮਾਂਡ ਵੀ ਪੂਰੀ ਹੋ ਸਕੇ? ਨਹੀਂ ਦੇਖੋ, ਇਹ ਆਪਾਂ ਨੂੰ ਪ੍ਰੋਗਰਾਮ ਸਮਝਣੇ ਚਾਹੀਦੇ, ਕਿਹੜੇ ਪ੍ਰੋਗਰਾਮ ਕਿਸ ਕਾਰਨ ਹੈਗੇ ਨਾ। ਸੋ ਜਿਹੜੀ ਰੈਗੂਲਰ CPP ਪੈਨਸ਼ਨ ਤੁਹਾਡੀ ਹੈਗੀ, ਜਿਹੜੀ ਤੁਸੀਂ ਕੰਟਰੀਬਿਊਟ ਕੀਤੀ ਆ 올ਡ ਏਜ ਸਿਕਿਉਰਿਟੀ, ਉਹਦੇ ਵਿੱਚ ਨਹੀਂ ਕੋਈ
ਚੇਂਜ ਆਉਂਦਾ ਉਹ ਤੁਹਾਡੀ ਆਮਦਨ ਤੁਹਾਡੀ ਜਿਹੜਾ ਹੱਕਦਾਰ ਤੁਹਾਡੀ ਪੈਨਸ਼ਨ ਹੈ ਉਹ ਮਿਲਣੀ ਆ। ਫਿਰ ਕੈਨੇਡਾ ਨੇ ਇੱਕ ਸੈਪਰੇਟ ਦਿੱਤਾ, ਜਿਵੇਂ ਆਪਣੇ ਵੈਲਫੇਅਰ ਸਿਸਟਮ ਹੈਗਾ ਕਿ ਜੇ ਤੁਹਾਡੇ ਕੋਲ ਕੋਈ ਕਾਰਨ ਤੁਸੀਂ ਨਹੀਂ ਕੰਮ ਕਰ ਸਕਦੇ, ਗਵਰਨਮੈਂਟ ਇਹ ਵੀ ਨਹੀਂ ਚਾਹੁੰਦੇ ਤੁਸੀਂ ਭੁੱਖੇ ਰਹੋ, ਉਹ ਤੁਹਾਨੂੰ ਦਿੰਦੀ ਹੈ। ਸੋ ਉਹ ਜੇ ਥ੍ਰੈਸ਼ਹੋਲਡ ਤੋਂ ਤੁਹਾਡੀ ਇਨਕਮ ਘੱਟ ਹੈਗੀ ਆ ਤਾਂ ਗਵਰਨਮੈਂਟ ਤੁਹਾਨੂੰ GIS ਲਈ ਐਲੀਜੀਬਲ ਕਰਦੀ, ਗੈਰੰਟੀਡ ਇਨਕਮ ਸਪਲੀਮੈਂਟ। ਉਹ ਸਪਲੀਮੈਂਟ ਆ, ਉਹ ਜਿਹੜਾ ਅਮਾਊਂਟ ਆ ਉਹ ਤੁਹਾਨੂੰ ਤਾਂ ਮਿਲਦਾ ਜੇ ਤੁਹਾਡੀ ਆਮਦਨ ਘੱਟ ਆ। ਜੇ ਤੁਸੀਂ ਚੂਜ਼ ਕਰਦੇ ਅੱਜ ਤੁਹਾਡੇ ਕੋਲ ਇਨਵੈਸਟਮੈਂਟ ਆਲਰੇਡੀ ਅੱਗੇ ਹੈਗੇ ਬਹੁਤ, ਤੁਹਾਡੇ ਕੋਲ ਰੈਂਟਲ ਇਨਕਮ ਬਹੁਤ ਹੈਗੀ ਆ, ਜਾਂ ਤੁਹਾਡੀ ਪੈਨਸ਼ਨ ਹੋਰ ਕੰਪਨੀ ਦੀ ਆ, ਜਾਂ ਤੁਸੀਂ ਚੂਜ਼ ਕਰਦੇ ਕਿ ਮੈਂ ਕੰਮ ਕਰਨਾ ਹੋਰ, ਉਹ ਕੰਮ ਕਰਨ ਦੀ ਇਨਕਮ ਅਪ ਟੂ 7,500 ਤੱਕ ਉਹ ਨਹੀਂ ਵਿੱਚ ਪਾਉਂਦੇ। ਉਹ ਕਹਿੰਦੇ ਹਾਂ ਤੁਸੀਂ ਆਪਣਾ ਥੋੜਾ ਵਾਲਾ ਕੰਮ ਨਾਲ ਕਰ ਲਓ, ਤੁਸੀਂ ਰਿਟਾਇਰਡ ਹੈਗੇ, ਤੁਸੀਂ ਗੈਰੰਟੀਡ ਇਨਕਮ ਸਭ। ਜੇ ਤੁਸੀਂ ਫੁੱਲ ਟਾਈਮ ਕਰਨਾ ਚਾਹੁੰਦੇ ਆ ਫਿਰ ਤੁਹਾਡੀ ਕੋਈ ਇਨਕਮ 'ਚ ਦਿੱਕਤ ਨਹੀਂ, ਫਿਰ ਉਹਨੇ ਬੋਨਸ ਨਹੀਂ ਦੇਣਾ ਉਹਨਾਂ ਨੂੰ ਤੁਹਾਨੂੰ। ਉਹ ਸਿਰਫ ਗਰੀਬਾਂ ਵਾਸਤੇ, ਜਿਹੜੇ ਨਹੀਂ ਜਿਨ੍ਹਾਂ ਦਾ ਗੁਜ਼ਾਰਾ ਚੱਲਦਾ, ਉਹਨਾਂ ਵਾਸਤੇ ਉਹ ਸਹਾਇਤੇ ਵਾਲੀ ਸਪਲੀਮੈਂਟ ਆ। ਉਹ 'ਚ 7,500 ਤੱਕ ਅਸੀਂ ਇਨਫਲੇਸ਼ਨ ਦੇ ਮੁਤਾਬਕ 5,000 ਤੋਂ 7,500 ਅਲਾਉ ਕਰ ਦਿੱਤੀ ਸੀ। ਜੀ ਠੀਕ ਹੈ ਰਣਦੀਪ ਜੀ। ਸੋ ਕਾਲਰ ਦੇ ਇਸ ਸਵਾਲ ਤੋਂ ਪਹਿਲਾਂ ਆਪਾਂ ਇੱਕ ਸਵਾਲ ਕੀਤਾ ਸੀਗਾ ਵੀ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਵੀ ਸਰਕਾਰ ਤਾਂ ਇਹਨਾਂ ਦਿਨਾਂ 'ਚ ਬਾਂਹ ਫੜੇ, ਕਿਉਂਕਿ ਹੋਇਆ ਵੀ ਇੱਦਾਂ ਜਦੋਂ ਕੋਵਿਡ ਸ਼ੁਰੂ ਹੋਇਆ ਸੀਗਾ ਸਰਕਾਰੀ ਤੌਰ ਦੇ ਉੱਤੇ ਬਹੁਤ ਸਾਰੇ ਇੱਦਾਂ ਦੇ ਪ੍ਰੋਗਰਾਮ ਆ ਚੁੱਕੇ ਸੀ ਜਿਨ੍ਹਾਂ ਨੇ ਲੋਕਾਂ ਦੇ ਖਾਤਿਆਂ 'ਚ ਪੈਸੇ ਆਏ, ਲੋਕ ਐਟਲੀਸਟ ਸਰਵਾਈਵ ਕਰ ਸਕੇ। ਸੋ ਹੁਣ ਉਹਨਾਂ ਨੂੰ ਲੱਗਦਾ ਵੀ ਜੇ ਇਹ, ਕਿਉਂਕਿ ਜਦੋਂ ਇੱਕ ਪ੍ਰੋਵਿੰਸ ਦੇ ਵਿੱਚ ਕੋਈ ਵੀ ਨਿਯਮ ਲਾਗੂ ਹੋ ਜਾਂਦਾ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਉਹਦੇ ਤੇ ਨਾ ਦਾ ਕਮੈਂਟ ਜਾਂ ਗਲਤ ਦਾ ਕਮੈਂਟ ਨਾ ਆਵੇ ਤਾਂ ਜਨਤਾ ਹਮੇਸ਼ਾ ਟੈਨਸ਼ਨ ਦੇ ਵਿੱਚ ਹੁੰਦੀ ਹੈ ਵੀ ਇਹ ਕਿਤੇ ਨਾ ਕਿਤੇ ਇੱਧਰ ਵੀ ਸਾਡੇ ਪ੍ਰੋਵਿੰਸ 'ਚ ਵੀ ਆ ਜਾਣਾ ਜਾਂ ਓਵਰਆਲ ਲਾਗੂ ਹੋ ਸਕਦਾ ਹੈ। ਸੋ ਇਹ ਲੋਕ ਕਹਿੰਦੇ ਨੇ ਵੀ ਪ੍ਰੋਗਰਾਮ ਚੰਗੇ ਲਿਆਉਣੇ ਚਾਹੀਦੇ ਸੀ, ਸਾਡੇ ਤੇ ਵਾਧੂ ਮਾਰ ਨਹੀਂ ਪਾਣੀ ਚਾਹੀਦੀ ਸੀਗੀ, ਪਰ ਆ ਜਿਹੜੇ ਟੈਕਸ ਲਗਾਉਣਾ ਇਹ ਵਾਧੂ ਮਾਰ ਹੈ, ਸਰਕਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਤੇ ਇੱਕ ਹੋਰ ਕਾਲਰ ਦੀ ਨਾਲ ਕਾਲ ਪਿਕ ਕਰਦੇ ਹਾਂ, ਫਿਰ ਇਸ ਸਵਾਲ ਦਾ ਜਿਹੜਾ ਜਵਾਬ ਰਣਦੀਪ ਜੀ ਆਪਾਂ ਲੈਂਦੇ ਹਾਂ। ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ਰੀ ਸਤਿ ਸ਼੍ਰੀ ਅਕਾਲ ਜੀ, ਆਪਣੇ ਰਣਦੀਪ ਜੀ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵੈਸੇ ਕਾਫੀ ਤੁਸੀਂ ਦੱਸ ਚੁੱਕੇ ਆ, ਸਾਇ ਜੀ ਨੇ ਵੀ ਕਾਫੀ ਬੋਲਿਆ ਕਿ ਕੋਵਿਡ ਕਰਕੇ ਜਿਹੜਾ ਮਹਿੰਗਾਈ ਦਰ ਹੈ ਜਿਹੜੀ ਇਹ ਹੋ ਰਹੀ ਹੈ, ਪਰ ਮੇਰਾ ਸਵਾਲ ਇਹ ਹੈ ਕਿ ਜਿਹੜੀ ਇਨਫਲੇਸ਼ਨ ਹੋਈ ਜਾ ਰਹੀ ਹੈ, ਇਹ ਇਨਫਲੇਸ਼ਨ ਦਾ ਰੀਅਲ ਕਾਰਨ ਕੀ ਹੈ? ਰਾਈਟ, ਕਿਉਂਕਿ ਇਨਫਲੇਸ਼ਨ ਤਾਂ ਮੇਰਾ ਖਿਆਲ ਕੋਵਿਡ ਤੋਂ ਪਹਿਲਾਂ ਹੀ ਹੋਈ ਵੀ ਸੀ, ਗੈਸ ਵੀ ਹਾਈ ਸੀਗੇ, ਫੂਡ ਦੀਆਂ ਪ੍ਰਾਈਸਾਂ ਪਹਿਲਾਂ ਵੀ ਹਾਈ ਸੀ। ਹੁਣ ਠੀਕ ਹੈ, ਇਹਨਾਂ ਨੂੰ ਮੇਰਾ ਸਵਾਲ ਹੈ ਐਜ਼ ਏ ਮੈਂਬਰ ਆਫ ਪਾਰਲੀਮੈਂਟ ਇਹ ਹੈ ਵੀ ਸਰਕਾਰ ਵਧੀਆ ਕੰਮ, ਇਹਦੇ 'ਚ ਤਾਂ ਕੋਈ ਸ਼ੱਕ ਡਾਊਟ ਨਹੀਂ, ਪਰ ਇਹਦਾ ਜਿਹੜਾ ਰੀਅਲ ਕਾਰਨ ਵੀ ਲੱਭਣਾ ਪੈਣਾ, ਕਿਉਂਕਿ ਆਪਾਂ ਹਰ ਚੀਜ਼ ਕੋਵਿਡ ਦੇ ਨਾਲ ਨਹੀਂ ਜੋੜ ਸਕਦੇ ਕਿ ਹਰ ਚੀਜ਼ ਕੋਵਿਡ ਦੇ ਨਾਲ ਹੀ ਜੁੜੀ ਹੋਈ ਹੈ। ਕਿਉਂਕਿ ਹੁਣ ਜੋਬਾਂ ਤੁਸੀਂ ਦੇਖ ਲਓ ਵੀ ਬਾਹਰ ਕਈ ਕਹਿੰਦੇ ਜੋਬਾਂ ਨੂੰ ਸਾਨੂੰ ਲੇਬਰ ਨਹੀਂ ਮਿਲ ਰਹੀ, ਪਰ ਹੁਣ ਉਹਦਾ ਰੀਅਲ ਕਾਰਨ ਵੀ ਨਹੀਂ ਲੱਭਦਾ। ਹੁਣ ਕਈ ਘਰਾਂ 'ਚ ਬੈਠੇ ਆ ਨਿਆਣੇ, ਉਹਨਾਂ ਨੂੰ ਜੋਬ ਨਹੀਂ ਮਿਲ ਰਹੀ। ਸੋ ਮੇਰਾ ਰਾਹ ਮਿਲਾ ਕੇ ਕੁਐਸਚਨ ਇਹ ਹੈ ਕਿ ਇਸ ਰੀਅਲ ਚੀਜ਼ ਨੂੰ ਟੱਚ ਕਰਨ ਦੇ ਲਈ ਗਵਰਨਮੈਂਟ ਕੀ ਉਪਰਾਲੇ ਕਰ ਰਹੀ ਹੈ, ਕਿਉਂਕਿ ਗਵਰਨਮੈਂਟ ਕਰਦੀ ਹੈ ਇਹਦੀ ਪਾਸ ਦੇ ਵਿੱਚ ਕਾਫੀ ਇਮੀਗ੍ਰੇਸ਼ਨ ਤੇ ਵੀ ਜਿਹੜੇ ਕੋਈ ਫਰਾਡ ਹੁੰਦੇ ਉਹਨਾਂ ਬਾਰੇ ਕਰਦੀ ਹੈ। ਕਿਉਂਕਿ ਜਗਾਉਣਾ ਪੈਂਦਾ ਗਵਰਨਮੈਂਟ ਨੂੰ, ਜਿਵੇਂ ਉਹ ਕਹਿੰਦੇ ਹੁੰਦੇ ਦੀ ਗਵਰਨਮੈਂਟ ਨੂੰ ਹਮੇਸ਼ਾ ਜਗਾਉਣਾ ਪੈਂਦਾ, ਜਗਾਇਆ ਜਾਂਦਾ ਪਬਲਿਕ ਦੇ ਰਾਹੀਂ। ਔਰ ਇਹ ਜਿਹੜੇ ਸਾਡੇ ਮੈਂਬਰ ਆਫ ਪਾਰਲੀਮੈਂਟ ਹੈ ਇਹ, ਕਿਉਂਕਿ ਇਹ ਕਾਫੀ ਕੰਮ ਕਰਦੇ ਆ ਔਰ ਕਰਨਾ ਚਾਹੀਦਾ। ਮੈਨੂੰ ਇਹ ਥੋੜਾ ਜਿਹਾ ਇਹਦੇ ਬਾਰੇ ਦੱਸ ਕੇ ਜਾਣ ਕਿ ਜਿਹੜੇ ਇਨਫਲੇਸ਼ਨ ਦਾ ਇਹਦਾ ਰੀਅਲ ਰੀਜ਼ਨ ਕੀ ਹੈ, ਕਿਉਂਕਿ ਕੋਵਿਡ ਤਾਂ ਹੈ, ਉਹ ਤਾਂ ਆਪਾਂ ਸਾਰਿਆਂ ਨੂੰ ਪਤਾ, ਪਰ ਕਿਉਂਕਿ ਮਹਿੰਗਾਈ ਕਾਫੀ ਵੱਧ ਰਹੀ ਹੈ, ਥੋੜੀ ਨਹੀਂ। ਤੁਸੀਂ ਘਰਾਂ ਦੀ ਪ੍ਰਾਈਸ ਲੈ ਲਓ, ਗੈਸ ਦੀ ਲੈ ਲਓ, ਫੂਡ ਦੀ ਲੈ ਲਓ, ਔਰ ਫਿਰ ਵਿਦਨ ਕੰਟਰੀ ਫੂਡ ਪ੍ਰੋਡਿਊਸ ਜਿਹੜਾ ਹੁੰਦਾ ਉਹਦੇ ਤੇ ਲਾ ਲਓ ਵੀ ਆਪਾਂ ਹਰ ਚੀਜ਼ ਜਿਹੜੀ ਉਹ ਬਾਈ ਟਰਕਿੰਗ ਤਾਂ ਆ ਨਹੀਂ ਰਹੀ, ਜਿਹੜੀ ਇੱਥੋਂ ਦੀ ਇੱਥੇ ਵੀ ਫੂਡ ਕੋਸਟ ਪੈਦਾ ਹੁੰਦਾ, ਇੱਥੇ ਵੀ ਕਿੰਨੇ ਜਿਹੜੇ ਗ੍ਰੀਨ ਹਾਊਸ ਆ ਉਹਨਾਂ ਦੀਆਂ ਪ੍ਰਾਈਸਾਂ ਤੁਸੀਂ ਦੇਖ ਲਓ, ਵਾਸਨ ਸਾਰਾ ਗ੍ਰੀਨ ਹਾਊਸਾਂ ਨਾਲ ਭਰਿਆ ਪਿਆ। ਤੇ ਉਹੀ ਜਿਹੜੀ ਮਿਰਚ ਆ, ਜਿਹੜੀ ਪੰਜਾਬੀਆਂ ਦੇ ਕਹਿਣ ਨੂੰ ਗ੍ਰੀਨ ਮਿਰਚ, ਉਹ ਵੀ $2 ਦੀ $1.5 ਦੀ ਹੋ ਜਾਂਦੀ ਕਈ ਵਾਰੀ, ਕਿਉਂਕਿ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਜਿਹੜਾ ਆਮ ਬੰਦਾ ਕੰਜ਼ਿਊਮ 'ਚ ਜਿਹੜੀ ਪਬਲਿਕ ਹੁੰਦੀ ਆ ਉਹ ਇਸ ਚੀਜ਼ ਨਾਲ ਦੇਖਦੀ ਆ। ਸੋ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸ ਕੇ ਜਾਣ, ਕਿਉਂਕਿ ਸਾਨੂੰ ਵੀ ਨੌਲੇਜ ਇਹਨਾਂ ਤੋਂ ਮਿਲਣੀ ਹੈ, ਕਿਉਂਕਿ ਜੋ ਅੰਦਰ ਗਵਰਨਮੈਂਟ ਦੇ ਜੋ ਚੀਜ਼ਾਂ ਚੱਲਦੀਆਂ ਉਹ ਬਾਹਰ ਤਾਂ ਇਹਨਾਂ ਨੇ ਲੈ ਕੇ ਆਉਣੀਆਂ ਔਰ ਪਬਲਿਕ 'ਚੋਂ ਲੈ ਕੇ ਜਾਣੀਆਂ ਉੱਥੇ ਵਾਸਤੇ। ਸੋ ਇੰਨਾ ਕੁ ਮੇਰਾ ਸਵਾਲ ਸੀਗਾ। ਥੈਂਕ ਯੂ ਤੁਹਾਡਾ ਸਮਾਂ ਦੇਣ ਦਾ ਜੀ। ਬਰਾੜ ਸਾਹਿਬ, ਥੈਂਕ ਯੂ ਸੋ ਮਚ ਜੀ। ਰਣਦੀਪ ਜੀ।
ਹਾਂਜੀ ਦੇਖੋ ਇਨਫਲੇਸ਼ਨ ਦੀਆਂ ਕਈ ਚੀਜ਼ਾਂ ਜਿੱਦਾਂ ਆਪਾਂ ਦੇਖੀਏ ਮੈਂ ਐਗਜ਼ਾਮਪਲ ਪਹਿਲਾਂ ਦਿੰਦਾ 에ਅਰਲਾਈਨ ਟਿਕਟਸ ਦੀ ਮੇਰੇ ਫਾਦਰ ਨੇ 1959 ਚ ਆਏ ਕੈਨੇਡਾ ਦੇ ਵਿੱਚ ਉਦੋਂ ਵੀ ਉਹ ਤਕਰੀਬਨ 1800 $2000 ਦੇ ਕੇ ਟਿਕਟ ਉਹਨਾਂ ਦੀ ਕੈਨੇਡਾ ਆਈ 1950 ਮੇਰੇ ਮਦਰ 69 ਚ ਆਏ ਉਹਨਾਂ ਦੀ ਵੀ ਰਫਲੀ ਸੇਮ ਕਾਸਟ ਸੀ ਮੈਂ 1980 ਦੇ ਵਿੱਚ ਗਿਆ ਸੀ 5 ਸਾਲ ਦੀ ਉਮਰ ਤੇ ਤਾਂ 1800 ਸੀ ਹੁਣ ਟਿਕਟਾਂ ਐਕਚੁਅਲੀ 1100 ਤੱਕ ਆ ਗਈਆਂ 1200 ਤੱਕ ਆ ਗਈਆਂ ਕਈ ਵਾਰੀ ਆਬਵੀਅਸਲੀ ਸੀਜ਼ਨਲ ਥੋੜਾ ਹਾਇਰ ਵੀ ਹੁੰਦਾ ਇਹ ਕੰਪੀਟੀਸ਼ਨ ਇਹ ਇੱਕ ਚੀਜ਼ ਹੈ ਜਿਹੜੀ ਕਿ ਮਹਿੰਗਾਈ ਦੇ ਨਾਲ ਵਧੀ ਨਹੀਂ ਇਹ ਐਕਚੁਅਲੀ ਘਟੀ ਆ ਟੈਲੀਵਿਜ਼ਨ ਸੈਟਸ ਜਿੱਥੇ ਅੱਗੇ $1000 $2000 ਦਾ ਆਮ ਛੋਟਾ ਟੈਲੀਵਿਜ਼ਨ ਆਉਂਦਾ ਸੀ ਹੁਣ $300 ਦਾ $400 ਦਾ ਜਾਂਦਾ ਸੋ ਕਈ ਚੀਜ਼ਾਂ ਬਹੁਤ ਘਟੀਆਂ ਗੱਡੀਆਂ ਜਿਹੜੀਆਂ ਇਹ ਇੱਕ ਇਨਫਲੇਸ਼ਨ ਦੇ ਨਾਲ ਨਹੀਂ ਵਧੀਆਂ ਇਹ ਤਕਰੀਬਨ ਉਸੇ ਪ੍ਰਾਈਸ ਤੇ ਜਿਹੜੀ ਆਮ ਵਿਕਾਰ ਹੈਗੀ ਪਰ ਐਤਕੀ ਪਹਿਲੀ ਵਾਰੀ ਹੋਈ ਹੈ ਕਿ ਉਹ ਚਿਪ ਸ਼ੋਰਟੇਜ ਇੱਕੋ ਹੀ ਪੁਰਜਾ ਜਿਹੜਾ ਉਹਦੇ ਵਿੱਚ ਜਿਹੜਾ ਕਿ ਚੀਨ ਤੋਂ ਜ਼ਿਆਦਾ ਬਣਦਾ ਟਾਈਵਾਨੀਜ਼ ਕੰਪਨੀਆਂ ਚੀਨ ਤੋਂ ਬਣਦੀਆਂ ਉਹਨਾਂ ਦੇ ਪਲਾਂਟਾਂ ਦੇ ਵਿੱਚ ਕੋਵਿਡ ਹੋ ਗਿਆ ਉਹਨਾਂ ਕੋਲ ਚਿਪਸ ਪ੍ਰੋਡਿਊਸ ਨਹੀਂ ਹੋਏ ਇਸ ਕਰਕੇ ਉਹਨਾਂ ਚਾਹੇ ਉਹ ਜਰਮਨ 'ਚ ਕਾਰਾਂ ਬਣਦੀਆਂ ਚਾਹੇ ਉਹ ਕਿ ਨਾਰਥ ਅਮਰੀਕਾ 'ਚ ਬਣਦੀਆਂ ਚਾਹੇ ਉਹ ਜਾਪਾਨ 'ਚ ਬਣਦੀ ਉਹ ਸਾਰੇ ਵਰਲਡ ਵਾਈਡ ਸ਼ੋਰਟੇਜ ਹੋ ਗਈ ਹੈ ਜਿਹਦੇ ਕਾਰਨ ਟਰੱਕ ਨਹੀਂ ਮਿਲਦੇ ਸੈਮਾਈ ਵੱਡੇ ਜਿਹੜੇ ਟਰੱਕ ਆ ਸਾਡੇ ਟਰੱਕਾਂ ਵੀਰਾਂ ਨਾਲ ਮੈਂ ਗੱਲਬਾਤ ਕਰਦਾ ਰਹਿਣਾ 5,500 ਟਰੱਕ ਇੱਕ ਕੰਪਨੀ ਦੇ ਯਾਰਡ 'ਚ ਪਏ ਉਹਨਾਂ ਕੋਲ ਚਿਪ ਪਾਉਣ ਨੂੰ ਨਹੀਂ ਬਾਕੀ ਟਰੱਕ ਕੰਪਲੀਟ ਹੈਗੇ ਇਸ ਤਰ੍ਹਾਂ ਦੀ ਚੀਜ਼ ਉਹਦੇ ਵਿੱਚ ਹੋਈ ਹੈ ਸੋ ਬਹੁਤ ਡਾਇਰੈਕਟਲੀ ਕੋਵਿਡ ਰਿਲੇਟਡ ਸਾਰੀ ਵਹੀਕਲ ਮਾਰਕੀਟ ਉਹਦੇ ਵਿੱਚ ਸ਼ੋਰਟੇਜ ਪਈ ਹੈ ਉਹਦੇ ਨਾਲ ਫਿਰ ਯੂਜ਼ਡ ਮਾਰਕੀਟ ਅਪ ਹੋ ਜਾਂਦੀ ਹੈ ਕਿਉਂਕਿ ਜਦੋਂ ਨਵਾਂ ਗੱਡੀ ਮਿਲਦੀ ਨਹੀਂ ਪੁਰਾਣੀਆਂ ਗੱਡੀਆਂ ਬਾਕੀ ਜਿਹੜੀਆਂ ਪੁਰਾਣੀਆਂ ਹੋ ਜਾਂਦੀਆਂ ਕਿਸੇ ਦਾ ਕਾਰ ਐਕਸੀਡੈਂਟ ਹੋ ਜਾਂਦਾ ਕਈ ਆਫ ਰੋਡ ਹੋ ਜਾਂਦਾ ਤੇ ਕਿਲੋਮੀਟਰ ਉਹ ਖਰਾਬ ਹੋ ਜਾਂਦੀ ਸੋ ਉਹਦੇ ਨਾਲ ਮਹਿੰਗਾਈ ਉੱਧਰ ਹੋਈ ਜਿੱਥੇ ਆਪਾਂ ਗੱਲ ਕਰਦੇ ਗੈਸੋਲੀਨ ਦੀ ਇਹ ਗਲੋਬਲ ਆ ਗੈਸ ਦਾ ਪ੍ਰਾਈਸ ਜੇ ਆਪਾਂ ਦੇਖੀਏ 2020 ਦੇ ਵਿੱਚ 21 ਦੇ ਵਿੱਚ ਗੈਸ ਡ੍ਰੌਪ ਬਹੁਤ ਹੋ ਗਈ ਸੀਗੀ ਰੂਸ ਨੇ ਤਾਂ ਸਾਊਦੀ ਅਰੇਬੀਆ ਦੀ ਬੜੀ ਲੜਾਈ ਨਹੀਂ ਫਲੱਡ ਕਰਤੀ ਸੀਗੀ ਮਾਰਕੀਟ ਗੈਸ ਦੇ ਨਾਲ ਜਦੋਂ ਉਹ ਆਪਣੇ ਪੰਪ ਡਰਾਈ ਕਰ ਲੈਂਦੇ ਟਾਈਟ ਕਰ ਲੈਂਦੇ ਆ ਤਾਂ ਗੈਸ ਪ੍ਰਾਈਸ ਅਪ ਹੋ ਜਾਂਦੀ ਬਾਕੀ ਵਰਲਡ ਵਾਈਡ ਯੂਸੇਜ ਤੇ ਹੁੰਦੀ ਹੈ ਸੋ ਉਹਦਾ ਖਾਸ ਕਰਕੇ ਕੋਵਿਡ ਰਿਲੇਟਡ ਵੀ ਹੈਗਾ ਪਰ ਘੱਟ ਆ ਉਹਦਾ ਗਲੋਬਲ ਉਹਦਾ ਮੈਂ ਬਾਹਲਾ ਨਹੀਂ ਆਨਸਰ ਦੇ ਸਕਦਾ ਬਹੁਤ ਕੰਪਲੀਕੇਟਡ ਹੈਗਾ ਔਰ ਜੇ ਤੁਸੀਂ ਦੇਖੋ 2020 ਦੇ ਵਿੱਚ ਵੀ $65 ਤੇ ਰਫਲੀ ਸੀਗੀ 2021 ਚ ਬਹੁਤ 2019 ਚ $65 ਦੀ ਗੈਸ 2020 ਚ ਬਹੁਤ ਡ੍ਰੌਪ ਹੋ ਗਈ ਸੀ ਕਿਉਂਕਿ ਲੋਕਾਂ ਨੇ ਕੋਵਿਡ ਕਰਕੇ ਗੱਡੀਆਂ ਨਹੀਂ ਚਲਾਈਆਂ ਪਲੱਸ ਹੋਰ ਸਪਲਾਈ ਚੇਨ ਦੇ ਇਸ਼ੂ ਉਹ ਅਪ ਡਾਊਨ ਰਹਿੰਦਾ ਸੋ ਇਸ ਕਰਕੇ ਮੈਂ ਦੱਸਿਆ ਰਨਿੰਗ ਐਵਰੇਜ ਜਿਹੜੀ ਹੈਗੀ ਆ ਉਹ ਥੋੜੀ ਜਿਹੀ ਹਾਈ ਸਾਈਡ ਤੇ ਆ ਮਤਲਬ ਰਨਿੰਗ ਐਵਰੇਜ ਜਿਹੜੀ 2.5% ਆ ਜਿੱਥੇ ਚਾਹੀਦੀ 2% ਆ ਪਰ ਉਹ ਪਰ ਲਾਸਟ ਈਅਰ ਤੋਂ ਰਿਫਲੈਕਸ਼ਨ ਜਦੋਂ ਕਰਦੇ ਉਹਦੇ ਮੁਤਾਬਕ ਜ਼ਿਆਦਾ ਹੁੰਦੀ ਫਿਰ 4.5% ਉਹਦਾ ਕਿਉਂਕਿ ਉਸ ਸਾਲ 'ਚ 1% ਹੀ ਹੋਈ ਸੀਗੀ ਸੋ ਇਹ ਚੀਜ਼ਾਂ ਦੇ ਵਿੱਚ ਰੀਅਲ ਮਹਿੰਗਾਈ ਹੈਗੀ ਆ ਔਰ ਤੀਸਰੀ ਜਿਹੜੀ ਜਿੱਥੇ ਮੈਂ ਕਹਿੰਦਾ ਕਿ ਡੈਫੀਨਿਟਲੀ ਹੈਗਾ ਹਾਊਸਿੰਗ ਦੇ ਵਿੱਚ ਹੈਗਾ ਘਰਾਂ ਦੀ ਮਹਿੰਗਾਈ ਬਹੁਤ ਹੋਈ ਆ ਘਰਾਂ ਦੇ ਨਾਲ ਉਸ ਦੇ ਨਾਲ ਰੈਂਟਲ ਦੀ ਵੀ ਮਹਿੰਗਾਈ ਹੁੰਦੀ ਆ ਇਹਦੇ ਵਿੱਚ ਸਾਨੂੰ ਸਪਲਾਈ ਐਂਡ ਡਿਮਾਂਡ ਦਾ ਬਹੁਤ ਵੱਡਾ ਮਸਲਾ ਹੈਗਾ ਜਿੱਥੇ ਸਾਡੇ ਕੋਲ ਸਪਲਾਈ ਜਿਵੇਂ ਡਿਮਾਂਡ ਆ ਉਹਦੇ ਮੁਤਾਬਕ ਨਹੀਂ ਪੂਰੀ ਹੋ ਰਹੀ ਔਰ ਉਹਦੇ ਵਿੱਚ ਲੰਬਰ ਦੀ ਵੀ ਪ੍ਰੋਬਲਮ ਪਈ ਸੀਗੀ ਜਿੱਥੇ ਪ੍ਰਾਈਸ ਹੋਈ ਉਹ ਲੰਬਰ ਦੀ ਅਗੇਨ ਥੋੜੀ ਡਾਊਨ ਆ ਗਈ ਫਿਰ ਥੋੜੀ ਜਿਹੀ ਅਪ ਹੋ ਗਈ ਪਰ ਬਿਗੇਸਟ ਸਪਲਾਈ ਚੇਨ ਦੇ ਵਿੱਚ ਪ੍ਰੋਬਲਮ ਹੈ ਕਿ ਸਾਡੇ ਮਿਊਨਿਸਪੈਲਿਟੀਜ਼ ਸਿਟੀਜ਼ ਜਿਹੜੀਆਂ ਉਹ ਉਨੀ ਲੈਂਡ ਫ੍ਰੀ ਅਪ ਕਰਕੇ ਡਿਵੈਲਪਮੈਂਟ ਵਾਸਤੇ ਜਲਦੀ ਤੋਂ ਜਲਦੀ ਨਹੀਂ ਦੇ ਰਹੀ ਉਹਦੇ ਨਾਲ ਫਿਰ ਮਹਿੰਗਾਈ ਹੁੰਦੀ ਹੈ ਸੋ ਇਹ ਫੈਕਟਰ ਹੈਗਾ ਕੋਈ ਕੋਵਿਡ ਰਿਲੇਟਡ ਹੈ ਕੋਈ ਨਾਨ ਕੋਵਿਡ ਰਿਲੇਟਡ ਹੈ ਜਿਵੇਂ ਹਾਊਸਿੰਗ ਦਾ ਮੇਰੇ ਖਿਆਲ ਕੋਵਿਡ ਨਾਲ ਬਹੁਤ ਘੱਟ ਰਿਲੇਸ਼ਨ ਹੈਗਾ ਪਰ ਬਾਕੀ ਜਿਹੜੇ ਫੈਕਟਰ ਉਹਨਾਂ ਦੇ ਵਿੱਚ ਕੋਵਿਡ ਕਾਫੀ ਹੈਵੀ ਸੀਗਾ ਜੀ ਸੋ ਆਉਣ ਵਾਲੇ ਸਮਝ ਕਹਿ ਸਕਦੇ ਆ ਵੀ ਇਹ ਜਲਦੀ ਫਿਕਸ ਹੋ ਸਕਦੇ ਨੇ ਸੈੱਟ ਹੋ ਸਕਦੇ ਨੇ ਪੂਰੀ ਕੋਸ਼ਿਸ਼ ਹੈ ਪਰ ਗਲੋਬਲ ਫੈਨੋਮੇਨਾ ਆਇਆ ਸੋ ਇਹ ਯੂਐਸ ਯੂਰਪ ਸਾਰੇ ਵਰਲਡ ਜਿੰਨੇ OECD ਕੰਟਰੀਆਂ ਵੱਡੀਆਂ 20 ਕੰਟਰੀਜ਼ ਆ ਇਹ ਸਾਰਿਆਂ ਦੇ ਵਿੱਚ ਇਹ ਫੈਨੋਮੇਨਾ ਹੈਗਾ ਸੋ ਸਾਨੂੰ ਗਲੋਬਲੀ ਇਹ ਚੀਜ਼ਾਂ ਫਿਕਸ ਕਰਨੀਆਂ ਪੈਣੀਆਂ ਜਿੰਨਾ ਅਸੀਂ ਆਸ ਕਰਦੇ ਇੱਕ ਮਹਿੰਗਾਈ ਦਾ ਜਿਹੜਾ ਲੈਵਲ ਆ ਕੰਟਰੋਲ ਦੇ ਵਿੱਚ ਮੁੜ ਕੇ ਆਊਗਾ ਜੀ ਰਣਦੀਪ ਜੀ ਇਸ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਵੀ ਲੋਕ ਕਹਿੰਦੇ ਨੇ ਵੀ ਸਰਕਾਰ ਤਾਂ ਸਾਨੂੰ ਲੱਗਦਾ ਸੀ ਗੱਫੇ ਵੰਡੇਗੀ ਸਾਨੂੰ ਫਿਰ ਪ੍ਰੋਗਰਾਮ ਲਿਆਏਗੀ ਤੇ ਟੈਕਸ ਲਿਆ ਰਹੀ ਹੈ ਅਸੀਂ ਪ੍ਰੋਗਰਾਮ ਸਰਕਾਰ ਜਿਹੜੀ ਫੈਡਰਲ ਸਰਕਾਰ ਆ ਉਹ ਨਹੀਂ ਕੋਈ ਟੈਕਸ ਨਹੀਂ ਲਾਇਆ ਮੈਂ ਪਹਿਲੀ ਗੱਲ ਕਲੀਅਰ ਕਰ ਨੰਬਰ 2 ਉਹ ਨਹੀਂ ਸਹਾਇਤਾ ਦਿੱਤੀ ਹੈ ਔਰ ਸਹਾਇਤਾ ਜਿੱਥੇ ਫੇਜ਼ ਆਫ ਕੀਤੀ ਹੈ ਉਹ ਤਾਂ ਹੀ ਕੀਤੀ ਹੈ ਕਿ ਅਨਐਮਪਲੋਇਮੈਂਟ ਲੈਵਲ ਆਲਰੇਡੀ ਅਨਐਮਪਲੋਇਮੈਂਟ ਲੋ ਆ ਐਮਪਲੋਇਮੈਂਟ ਰੈਕੋਰਡ ਹਾਈ ਆ ਲੋਕਾਂ ਨੂੰ ਕੰਮਾਂ ਦੀ ਲੋੜ ਆ ਜਿਹੜੇ ਸੈਕਟਰ ਹਜੇ ਵੀ ਹਾਰਡ ਹਿੱਟ ਹੈਗੇ ਆ ਉਹਨਾਂ ਵਾਸਤੇ ਅਸੀਂ ਸਹਾਇਤਾ ਕੀਤੀ ਹੈ ਜਿਵੇਂ ਜਿਮਸ ਆ ਹਾਲ ਆ ਹੋਰ ਜਿਨ੍ਹਾਂ ਨੂੰ ਪਬਲਿਕ ਹੈਲਥ ਨੋਟਿਸ ਕਾਰਨ 50% ਜਾਂ ਵੱਧ ਉਹਨਾਂ ਦੀ ਆਕੂਪੈਂਸੀ ਜਾਂ ਬਿਜ਼ਨਸ ਨੂੰ ਘਾਟਾ ਪਿਆ ਉਹਨਾਂ ਲਈ ਹਜੇ ਵੀ ਅਸੀਂ ਉਹਨਾਂ ਨੂੰ ਵੇਜ ਸਬਸਿਡੀ ਦੇ ਰਹੇ ਹਾਂ ਉਹਨਾਂ ਨੂੰ ਰੈਂਟ ਸਬਸਿਡੀ ਦੇ ਰਹੇ ਔਰ ਦਿੰਦੇ ਰਹਾਂਗੇ ਜਿੱਥੇ ਲੋਕ ਕੰਮ ਕਰ ਸਕਦੇ ਉੱਥੇ ਉਹਨਾਂ ਨੂੰ ਇਨਕਰੇਜ ਕੀਤੀ ਜਾ ਰਹੀ ਕਿ ਜਾ ਕੇ ਕੰਮ ਕਰੋ ਤੁਹਾਡੇ ਕੋਲ ਜੌਬ ਸ਼ੋਰਟੇਜ ਬਹੁਤ ਜ਼ਿਆਦਾ ਹੈਗੀ ਆ ਔਰ ਕੋਈ ਟੈਕਸ ਨਹੀਂ ਸੋ ਇਹ ਇੱਕ ਸੂਬੇ ਨੇ ਇੱਕ ਇਹ
ਕੋਵਿਡ ਚੋਂ ਕੱਢਣ ਵਾਸਤੇ ਉਹਨੇ ਇੱਕ ਯਤਨ ਕੀਤਾ ਕਿ ਜੇ ਸਾਡੇ ਕੋਲ ਹੋਰ ਨਹੀਂ ਉਹਨੇ ਇੱਕ ਲਿਕਰ ਸਟੋਰਾਂ ਤੇ ਭੰਗ ਦੀਆਂ ਦੁਕਾਨਾਂ ਤੇ ਵੀ ਕਰਤਾ ਕਿ ਜੇ ਤੁਸੀਂ ਅੰਦਰ ਨਹੀਂ ਵੜ ਸਕਦੇ ਜਿਨ੍ਹਾਂ 'ਚ ਤੁਸੀਂ ਕੋਵਿਡ ਦਾ ਵੈਕਸੀਨ ਸਰਟੀਫਿਕੇਟ ਨਹੀਂ ਸ਼ੋ ਕਰਦੇ, ਉਹਦੇ ਨਾਲ ਹੀ 10,000 ਵਿਅਕਤੀ ਦਿਹਾੜੀ ਦਾ ਹੀ ਐਕਸਟਰਾ ਉੱਥੇ ਵੈਕਸੀਨ ਲਾਉਣ ਲੱਗ ਪਿਆ ਜਿਹੜੇ ਉਹ ਹੈਜ਼ੀਡੈਂਟ ਸੀ। ਸੋ ਉਹ ਮੇਰੇ ਖਿਆਲ ਰੈਵਨਿਊ ਸੋਰਸ ਤੋਂ ਨਹੀਂ ਉਹ ਪੱਖੋਂ ਉਹ ਕੋਸ਼ਿਸ਼ ਕਰ ਰਿਹਾ। ਉਹ ਇੱਕ ਜਿਵੇਂ ਆਪਾਂ ਟਿਕਟ ਦਿੰਦੇ ਆ, ਜੇ ਤੁਸੀਂ ਸੀਟ ਬੈਲਟ ਨਾ ਲਾਓ ਹਨਾ, ਉਹ ਇਹ ਨਹੀਂ ਮੀਨ ਕਿ ਸਾਰਿਆਂ ਨੂੰ ਟਿਕਟ ਲੱਗ ਜਾਣੀ ਹੈ। ਉਹ ਇਨਕਰੇਜ ਕੀਤਾ ਜਾ ਰਿਹਾ ਕਿ ਸੀਟ ਬੈਲਟ ਲਾਇਆ ਕਰੋ, ਤੁਹਾਨੂੰ ਟਿਕਟ ਨਹੀਂ ਮਿਲੂਗੀ। ਪਰ ਉਹ ਇੱਕ ਸੂਬਾ ਜਿਹਨੇ ਪਿਕ ਕੀਤਾ ਕਿ ਸਾਨੂੰ ਫਾਈਨ ਰੱਖਣਾ ਪੈਣਾ ਜੇ ਤੁਸੀਂ ਨਹੀਂ ਵੈਕਸੀਨ ਲਾਉਂਦੇ, ਤੁਹਾਡੇ ਉੱਤੇ ਟਿਕਟ ਲੱਗਣੀ ਆ। ਸੋ ਉਹ 85 ਡਰਾਉਣਾ ਜ਼ਿਆਦਾ ਹੋ ਗਿਆ। ਸੋ ਉਹ ਕੈਰਟ ਐਂਡ ਸਟਿਕ ਆ, ਉਹ ਸਟਿਕ ਵਰਤਣ ਲੱਗ ਪਿਆ ਕਿਉਂਕਿ ਕੈਰਟ ਦੇ ਇਨਸੈਂਟਿਵ ਉਹਨਾਂ ਕੋ ਮੁੱਕ ਗਏ। ਉਹ ਹੁਣ ਕੋਸ਼ਿਸ਼ ਕਰ ਰਿਹਾ ਕਿ ਇਸ ਤਰੀਕੇ ਨਾਲ ਉਹਨਾਂ ਦੇ ਸੂਬੇ ਦੇ ਵਿੱਚ ਦੇਖੋ ਵੈਕਸੀਨ ਹੈਜ਼ੀਟੈਂਸੀ ਵੀ ਜ਼ਿਆਦੀ ਆ, ਉਹਨਾਂ ਦੇ ਸੂਬੇ ਦੇ ਵਿੱਚ ਹਸਪੀਟਲਾਈਜੇਸ਼ਨ ਵੀ ਵੱਧ ਹੈਗੀ ਆ, ਉਹਨਾਂ ਕੋਲ ਕੋਵਿਡ ਇਨਫੈਕਸ਼ਨ ਰੇਟ ਵੀ ਬਹੁਤ ਜ਼ਿਆਦਾ ਹੋਇਆ। ਸੋ ਉਹਨਾਂ ਨੂੰ ਗੰਭੀਰ ਡਿਸੀਜਨ ਆ ਲੈਣੇ ਪੈਣੇ ਆ ਕਿਉਂਕਿ ਉਹਨਾਂ ਦੇ ਕੋਲ ਗੰਭੀਰ ਸਿਚੁਏਸ਼ਨ ਹੈਗੀ ਆ। ਜੀ ਰਣਦੀਪ ਜੀ, ਇਸ ਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਇਸ਼ੂ ਜਿਹਦੀ ਸਾਰੇ ਉਡੀਕ ਕਰ ਰਹੇ ਨੇ 2022 ਚੜ੍ਹਦੇ, ਇਮੀਗ੍ਰੇਸ਼ਨ ਬੈਕਲੌਗ। ਇਹ ਬੈਕਲੌਗ ਕਦੋਂ ਖੁੱਲੇਗਾ ਪਿਟਾਰਾ, ਕਦੋਂ ਕੀ ਹੋਣ ਜਾ ਰਿਹਾ, ਕੋਈ ਇਨਫੋਰਮੇਸ਼ਨ ਨਹੀਂ ਮਿਲ ਰਹੀ। ਮੈਨੂੰ ਲੱਗਦਾ ਤੁਹਾਡੇ ਦਫ਼ਤਰਾਂ ਦੇ ਬਾਹਰ ਵੀ ਬਹੁਤ ਜ਼ਿਆਦਾ ਲੋਕ ਇਹੀ ਹਰ ਦਿਨ ਤੁਹਾਡੇ ਕੋਲ ਸਵਾਲ ਲੈ ਕੇ ਆਉਂਦੇ ਹੋਣਗੇ ਵੀ ਬੈਕਲੌਗ, ਸਾਡੀਆਂ ਫਾਈਲਾਂ ਰੁਕੀਆਂ ਨੇ, ਐਮਰਜੈਂਸੀ ਕੇਸਿਸ ਕਈ ਬਣ ਚੁੱਕੇ ਨੇ, ਕਈਆਂ ਦੇ ਪੈਰੈਂਟਸ ਆਉਣੇ ਬਹੁਤ ਜ਼ਰੂਰੀ ਨੇ। ਹਾਲ ਹੀ ਦੇ ਦਿਨਾਂ ਦੇ ਵਿੱਚ ਮੈਂ ਕੁਝ ਲੋਕਾਂ ਦੇ ਨਾਲ ਇੱਦਾਂ ਦੇ ਨਾਲ ਮੁਖਾਤਿਬ ਅਸੀਂ ਹੋਏ ਹਾਂ, ਉਹਨਾਂ ਨਾਲ ਗੱਲਬਾਤ ਕੀਤੀ ਹੈ। ਉਹ ਕੰਮ ਘਰ ਆਪਣੇ ਛੱਡ ਕੇ ਘਰ ਦੇ ਵਿੱਚ ਉਹਨਾਂ ਫੀਮੇਲਸ ਨੂੰ ਬੈਠਣਾ ਪੈ ਰਿਹਾ ਕਿਉਂਕਿ ਉਹਨਾਂ ਨੇ ਪੈਰੈਂਟਸ ਦੀ ਆਪਣਿਆਂ ਦੀ ਲੈਟਰ ਲਗਾਈ ਹੋਈ ਸੀ, ਫਾਈਲਾਂ ਲਗਾਈਆਂ ਹੋਈਆਂ, ਬੜੋ ਸਟਕ ਪਈਆਂ ਨੇ। ਉਹ ਕਹਿੰਦੇ ਜੇ ਪੈਰੈਂਟਸ ਹਨ ਬੱਚੇ ਨੂੰ ਸਾਂਭਣ ਤਾਂ ਹੀ ਅਸੀਂ ਘਰਾਂ 'ਚੋਂ ਨਿਕਲ ਕੇ ਕੰਮ ਕਰ ਪਾਈਏ। ਸੋ ਕੋਈ ਕਹਿੰਦੇ ਇਨਫੋਰਮੇਸ਼ਨ ਨਹੀਂ, ਕਈਆਂ ਦੇ ਵੀਜ਼ੇ ਆ ਚੁੱਕੇ ਨੇ ਬਟ ਫਿਰ ਵੀ ਉਹ ਫਲਾਈਟਾਂ ਨਹੀਂ ਚੜ੍ਹ ਪਾ ਰਹੇ। ਸੋ ਇਹ ਕੀ ਰੀਜ਼ਨ ਹੈ, ਇਹ ਕਦੋਂ ਸਾਰਾ ਕੁਛ ਖੁੱਲੇਗਾ, ਕੋਈ ਐਲਾਨ ਹੋਣੇ ਨੇ ਕੋਈ ਵੱਡੇ 2022 'ਚ? ਦੇਖੋ ਮੀਨ ਸਮਟਾਈਮਸ ਪ੍ਰੋਗਰਾਮ ਦੀ ਸਕਸੈਸ ਵੀ ਉਹਦੀ ਹਾਰਮ ਕਰ ਦਿੰਦੀ ਹੈ ਕਿਉਂਕਿ ਕੈਨੇਡਾ ਬਹੁਤ ਪ੍ਰੋ ਇਮੀਗ੍ਰੇਸ਼ਨ ਆ ਔਰ ਲੋਕਾਂ ਨੂੰ ਬਹੁਤ ਓਪਰਚੁਨਿਟੀਜ਼ ਦਿੱਤੀਆਂ, ਟੈਂਪਰੇਰੀ ਫੋਰਨ ਵਰਕਰ ਬਹੁਤ ਆਏ ਆ, ਸਟੂਡੈਂਟ ਬਹੁਤ ਆਏ ਆ, ਪਰ ਉਹ ਸਾਰੇ ਜਦੋਂ PR ਲੈਣਾ ਚਾਹੁੰਦੇ ਆ ਜਾਂ ਸਾਰੇ ਇਮੀਗ੍ਰੇਸ਼ਨ ਲੈਣਾ ਚਾਹੁੰਦੇ ਆ, ਉਹਦਾ ਕੈਪ ਹੈਗੇ ਆ ਨੰਬਰਸ ਹੈ ਨਾ। ਸੋ ਕੈਨੇਡਾ ਦੇ ਵਿੱਚ ਐਤਕੀ ਫੇਰ ਵੀ ਰੈਕਡ, ਔਰ ਜੇ ਤੁਸੀਂ ਦੇਖੋ ਅਸੀਂ 2015 ਦੇ ਵਿੱਚ 2.5 ਲੱਖ ਵਿਅਕਤੀ ਅਲਾਉਡ ਸੀਗਾ ਔਰ ਮੇਰੇ ਖਿਆਲ ਨੂੰ 240 ਕ ਆਇਆ ਸੀਗਾ। ਉਹਨੂੰ ਡਬਲ ਕਰਦੇ ਆ ਤਾਂ ਆਲਮੋਸਟ 1.5 ਤੋਂ ਵੱਧ ਹੋ ਗਿਆ। ਅਸੀਂ 4 ਲੱਖ ਆਖਿਆ ਔਰ ਲਾਸਟ ਈਅਰ 4 ਲੱਖ ਆਖਿਆ ਨਾਟ ਓਨਲੀ ਆਏ ਪਰ PR ਪੱਕੇ ਹੋਏ ਆ। ਪਰ ਉਹਦੇ ਨਾਲ ਫਿਰ ਨੈਚੁਰਲੀ ਬੈਕਲੌਗ ਵੀ ਹੁੰਦਾ, ਜਿਹੜੇ ਕਿ ਲੋਕ ਬਾਕੀ ਉਡੀਕ ਕਰਦੇ ਆ, ਜਿਹੜੇ ਇੱਥੇ ਫੋਰਨ ਵਰਕਰ ਕੰਮ ਕਰਦੇ ਆ, ਉਹਨਾਂ ਨੂੰ ਵਾਅਦਾ ਕਦੇ ਵੀ ਨਹੀਂ ਦਿੱਤਾ ਹੁੰਦਾ ਪਰ ਓਪਰਚੁਨਿਟੀ ਦਿੱਤੀ ਹੁੰਦੀ ਹੈ ਕਿ ਤੁਸੀਂ ਹੋ ਸਕਦੇ। ਉਹਨਾਂ ਨੂੰ ਥੋੜਾ ਪੇਸ਼ੈਂਸ ਰਹਿਣਾ ਪੈਣਾ ਕਿ ਉਹਦੇ ਵਿੱਚ ਤੁਹਾਡੀ ਵਾਰੀ ਆ ਜਾਣੀ। ਪਰ ਉਹ ਈਚ ਕਾਲਮ ਉਹ 4 ਲੱਖ ਐਸਾ 11,000 ਦੇ ਵਿੱਚ 4 ਲੱਖ 11,000 ਦੇ ਵਿੱਚ ਈਚ ਕਾਲਮ ਦੇ ਵਿੱਚ 19 ਸਪਾਟ ਹੈਗੇ ਆ। ਉਹ ਸਪਾਟ ਤੁਹਾਨੂੰ ਵਾਰੀ ਸਿਰ ਆਉਣੇ ਆ। ਦੂਸਰੀ ਗੱਲ, ਕੋਵਿਡ ਕਰਕੇ ਉਹਨਾਂ ਨੂੰ ਅਪਡੇਟਸ ਨਹੀਂ ਉਨੀਆਂ ਮਿਲਦੀਆਂ, ਉਹਨਾਂ ਫਾਸਟ ਨਹੀਂ ਹੋ ਰਿਹਾ ਜਿਵੇਂ ਉਹਨਾਂ ਨੂੰ ਸਿਕਿਉਰਿਟੀ ਚੈੱਕ ਉਹਨਾਂ ਦਾ ਕਰਨਾ। ਈਵਨ ਕਈ ਵਾਰੀ ਸਾਡੇ ਕੋਲ ਅਸੀਂ ਆਪ, ਮੈਂ ਉਹਦੀ ਖੁਦ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ ਕਿ ਉਹਨਾਂ ਦਾ ਪਾਸਪੋਰਟ ਅਪਰੂਵਲ ਹੋ ਗਿਆ, ਉਹਨਾਂ ਕੋਲ ਪ੍ਰਿੰਟਿੰਗ ਕਰਨ ਵਾਸਤੇ ਭੇਜਣ ਵਾਸਤੇ, ਕਿਉਂਕਿ ਉਹ ਵੀ ਦਿੱਲੀ ਦੇ ਵਿੱਚ ਸਾਡੇ ਐਟ ਵਨ ਟਾਈਮ 50% ਸੀ ਲਾਸਟ ਈਅਰ ਕੋਵਿਡ ਇਨਫੈਕਟਡ ਰੇਟ, ਐਤਕੀ 35% ਹੋ ਗਿਆ ਜਦੋਂ ਓਮਨੀਕ੍ਰੋਨ। ਉਹਨਾਂ ਕੋਲ ਵੀ ਦਿੱਕਤਾਂ ਬਹੁਤ ਆਉਂਦੀਆਂ, ਉਹ ਇਨ ਪਰਸਨ ਨਹੀਂ ਲੈਂਦੇ ਪਾਸਪੋਰਟਸ, ਉਹ ਕੋਰੀਅਰ ਰਾਹੀਂ ਰਹਿੰਦੇ ਆ ਕਿਉਂਕਿ ਸੇਫਟੀ ਔਰ ਓਮਨੀਕ੍ਰੋਨ। ਸੋ ਇਸ ਟਾਈਪ ਆਫ ਚੀਜ਼, ਤੁਹਾਡਾ ਬੈਕਗਰਾਊਂਡ ਜਦੋਂ ਚੈੱਕ ਕਰਨਾ, ਉਹ ਵਿਅਕਤੀ ਨੇ ਜਾ ਕੇ ਚੈੱਕ ਕਰਨਾ ਕਿ ਕੰਪਨੀ ਨੇ ਜਾਂ ਜਿਨ੍ਹਾਂ ਨੂੰ ਨਹੀਂ ਕੰਟਰੈਕਟ ਦਿੱਤਾ ਕਿ ਹਾਂ ਇਹ ਕੋਈ ਟੈਰਰਿਸਟ ਆਰਗੇਨਾਈਜੇਸ਼ਨ ਤਾਂ ਨਹੀਂ, ਇਹ ਕੋਈ ਹਿਊਮਨ ਰਾਈਟਸ ਵਾਇਲੇਟਰ ਤਾਂ ਨਹੀਂ, ਇਹ ਕੋਈ ਕੈਨੇਡਾ ਵਾਸਤੇ ਖਤਰਾ ਤਾਂ ਨਹੀਂ। ਉਹ ਕ੍ਰਿਮੀਨਲ ਚੈੱਕ 'ਚ ਨਹੀਂ ਆਉਂਦਾ ਹੁੰਦਾ। ਉਹ ਵਾਸਤੇ ਉਹ ਵੀ ਵਿਅਕਤੀ ਡਰਦੇ ਆ ਕਿ ਜੇ ਉੱਥੇ ਏਰੀਆ ਦੇ ਵਿੱਚ ਬਹੁਤ ਆ ਕੋਵਿਡ ਹੋਇਆ, ਸਾਡੇ ਕੋਲ ਜਾ ਨਹੀਂ ਹੋਣਾ। ਪਰ ਅਸੀਂ ਰੀਸੋਰਸ ਪਾ ਰਹੇ ਹਾਂ, ਮੋਰ ਬਜਟ ਦਿੱਤਾ ਗਿਆ ਸੀ ਲਾਸਟ ਟਾਈਮ ਕਿ ਹੋਰ ਅਫਸਰ, ਪਰ ਜਿਵੇਂ ਲੇਬਰ ਸ਼ੋਰਟੇਜ ਬਾਕੀ ਸੈਕਟਰ, ਗਵਰਨਮੈਂਟ ਨੂੰ ਵੀ ਲੇਬਰ ਸ਼ੋਰਟੇਜ ਆ, ਉਹਨਾਂ ਨੂੰ ਵੀ ਜੇ ਵੀਜ਼ਾ ਅਫਸਰ ਹੋਣੀ ਹਾਇਰ ਕਰਨੇ ਅਸੀਂ ਹੋਰ, ਉਹਨਾਂ ਨੂੰ ਵੀ ਉਹਨਾਂ ਟ੍ਰੇਨ ਕਰਨਾ, ਲਿਆਉਣਾ, ਹਾਇਰ ਕਰਨਾ ਤੇ ਗਾਂ ਉਹਨਾਂ ਨੂੰ ਸੈਂਡ ਕਰਨਾ ਉਹਨਾਂ ਥਾਵਾਂ ਤੇ, ਉਹ ਸਾਰਾ ਟਾਈਮ ਲੱਗਦਾ। ਸੋ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਜਿੰਨੇ ਬੈਕਲੌਗ ਹੈ ਇਹਨਾਂ ਨੂੰ ਸਾਰਿਆਂ ਨੂੰ ਹੱਲ ਕੀਤਾ ਜਾਵੇ। ਪਰ ਸਾਡੇ ਕੋਲ ਚੈਲੰਜ, ਜਿਵੇਂ ਹੁਣ ਦਸੰਬਰ ਦੇ ਵਿੱਚ ਮੈਂ ਬੜਾ ਆਪਟੀਮਿਸਟਿਕ ਸੀਗਾ ਜਦੋਂ ਤੁਹਾਡੇ ਸ਼ੋਅ ਤੇ ਉਦੋਂ ਆਇਆ, ਹੁਣ ਉਸ ਤੋਂ ਬਾਅਦ ਓਮਨੀਕ੍ਰੋਨ ਕਾਫੀ ਫੈਲ ਗਿਆ। ਉਹ ਸੇਮ ਜਿੱਥੇ ਆਪਾਂ ਸਕਸੈਸ ਕਰਦੇ ਫਿਰ ਉਹ 2 ਸਟੈਪ ਅੱਗੇ ਜੇ ਜਾਂਦੇ, ਇੱਕ ਸਟੈਪ ਫਿਰ ਬੈਕ ਜਾਣਾ ਪੈਂਦਾ। ਰਣਦੀਪ ਜੀ, ਪੁਰਾਣੇ ਪ੍ਰਵਾਸੀ ਜਿਹੜੇ ਆਏ, ਜਿਹੜੇ ਯੋਗਤਾ ਕੰਪਲੀਟ ਨਹੀਂ ਕਰ ਪਾ ਰਹੇ PR ਲਈ, ਹਾਲੇ ਤੱਕ ਵੀ ਇੰਤਜ਼ਾਰ ਕਰ ਰਹੇ ਨੇ, ਉਹਨਾਂ ਨੂੰ ਕਾਫੀ ਸਾਲ ਹੋ ਗਏ ਇੱਥੇ ਆਇਆਂ ਨੂੰ, ਕੰਮ ਵੀ ਕਰ ਰਹੇ ਨੇ ਲਗਾਤਾਰ, ਉਹ ਮੁੱਦਾ ਤੁਹਾਡੇ ਤੱਕ ਪਹੁੰਚਿਆ ਵੀ ਸੀਗਾ।
ਤੁਸੀਂ ਕਿਹਾ ਸੀਗਾ ਵੀ ਇਦਾਂ ਦਾ ਇੱਕ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬਿੱਲ ਲਿਆਂਦਾ ਜਾਏਗਾ ਜਿਹਦੇ ਵਿੱਚ ਉਹਨਾਂ ਵਾਸਤੇ ਕੁਝ ਕੀਤਾ ਜਾ ਸਕੇ ਤੇ ਹੋ ਸਕਦਾ ਵੀ ਉਹ ਲੋਕ ਪੱਕੇ ਹੋ ਸਕਦੇ ਨੇ। ਉਹ ਬਿੱਲ ਬਾਰੇ ਥੋੜੀ ਡਿਟੇਲ ਜਾਨਣਾ ਚਾਹਾਂਗੇ, ਉਸ ਬਿੱਲ ਦੇ ਵਿੱਚ ਕੀ ਕੁਝ ਹੋਏਗਾ। ਸ਼ੋਰ। ਸੋ ਮੈਂ ਆਪਣੇ ਕੋਲੋਂ ਮੇਰਾ ਪ੍ਰਾਈਵੇਟ ਮੈਂਬਰਸ ਦਾ ਮੈਨੂੰ ਲਾਟਰੀ ਦੇ ਵਿੱਚ ਮੇਰਾ ਕੁਦਰਤੀ ਵਧੀਆ ਨੰਬਰ ਨਿਕਲਿਆ, ਨੰਬਰ 1 ਨਿਕਲਿਆ, ਜਿਹਦੇ ਕਿ MP ਦੇ ਤੌਰ ਤੇ ਤੁਹਾਨੂੰ ਓਪਰਚੁਨਿਟੀ ਮਿਲਦੀ ਆ ਬਿੱਲ ਪੇਸ਼ ਕਰਨ ਨੂੰ। ਸੋ ਮੈਂ ਉਹ ਬਿੱਲ ਤਿਆਰ ਕਰ ਰਿਹਾ, ਆਉਣ ਵਾਲੇ ਹਫ਼ਤਿਆਂ ਦੇ ਵਿੱਚ ਉਹ ਪੇਸ਼ ਹੋਊਗਾ ਜਦੋਂ ਪਾਰਲੀਮੈਂਟ ਰਿਜ਼ੂਮ ਹੋਊਗਾ, ਜਿਹਦੇ ਵਿੱਚ ਮੈਂ ਮਿਨਿਸਟਰ ਨੂੰ ਔਰ ਪ੍ਰਾਈਮ ਮਿਨਿਸਟਰ ਨੂੰ ਕਹਿ ਰਿਹਾ ਉਹ ਬਿੱਲ ਜੇ ਪਾਸ ਹੋਊਗਾ ਉਹਨਾਂ ਨੂੰ ਕਰਨਾ ਪਊਗਾ ਕਿ ਜਿਹੜੇ ਵੀ ਟੈਂਪਰੇਰੀ ਫੋਰਨ ਵਰਕਰਸ ਆ ਔਰ ਸਟੂਡੈਂਟ ਆ ਜਿਨ੍ਹਾਂ ਨੂੰ ਉਹਨਾਂ ਨੂੰ ਦਿੱਕਤ ਆ ਰਹੀ, ਖਾਸ ਕਰਕੇ ਜਿਹੜੇ ਐਗਰੀਕਲਚਰ ਸੈਕਟਰ ਦੇ ਵਿੱਚ ਜਾਂ ਟਰਾਂਸਪੋਰਟ ਸੈਕਟਰ ਦੇ ਵਿੱਚ ਹੈਗੇ ਆ, ਇਸ ਟਾਈਪ ਆਫ ਸਕਿੱਲ ਸੈਟ ਦੇ ਵਿੱਚ ਜਿਹਨਾਂ ਨੂੰ ਮੁਸ਼ਕਲ ਆ ਰਹੀ ਆ, ਉਹਨਾਂ ਨੂੰ ਉਹਨਾਂ ਦਾ ਕੈਨੇਡੀਅਨ ਐਕਸਪੀਰੀਅੰਸ ਤੇ ਜ਼ਿਆਦਾ ਪੁਆਇੰਟ ਦੇ ਕੇ ਉਹਨਾਂ ਨੂੰ ਪੱਕੇ ਕੀਤਾ ਜਾਵੇ। ਔਰ ਉਹ ਆਸ ਕਰਦਾ ਕਿ ਮੈਂ ਉਹ ਮੇਰੇ ਨਾਲ ਮੇਰੇ ਪਾਰਲੀਮੈਂਟੇਰੀਅਨ ਸਪੋਰਟ ਕਰਨਗੇ, ਮੈਨੂੰ ਮੈਜੋਰਟੀ ਦੇ ਨਾਲ ਉਹ ਪਾਸ ਹੋਊਗਾ ਤਾਂ ਉਹਦੇ ਨਾਲ ਸਾਡੇ ਗਵਰਨਮੈਂਟ ਨੂੰ ਇੱਕ ਨਵਾਂ ਇਨੀਸ਼ੀਏਟਿਵ ਕਰ, ਜਿਵੇਂ ਪਿਛਲੇ ਸਾਲ 3-4 ਯਤਨ ਕੀਤੇ ਸੀਗੇ ਜਿਹਦੇ ਨਾਲ ਕਾਫੀ ਆਲਮੋਸਟ 1 ਲੱਖ ਵਿਅਕਤੀ ਨੂੰ ਇਸ ਤਰ੍ਹਾਂ ਕੀਤਾ ਗਿਆ। ਇਸੇ ਤਰ੍ਹਾਂ ਗਾਂ ਵਾਸਤੇ ਵੀ ਇਹ ਪੱਕੇ ਤੌਰ ਤੇ, ਕਿਉਂਕਿ ਸਾਨੂੰ ਪਤਾ ਕਿ ਜੇ ਉਹਨਾਂ ਕੋਲ ਥੋੜੀ ਇੰਗਲਿਸ਼ ਘੱਟ ਆ ਜਾਂ ਉਹਨਾਂ ਕੋਲ ਹੋਰ ਪਾਸੋਂ ਪੁਆਇੰਟ ਘੱਟ ਆ, ਪਰ ਜੇ ਉਹ ਕੈਨੇਡਾ 'ਚ ਟੈਕਸ ਪੇ ਕਰ ਰਿਹਾ, ਕੰਮ ਕਰ ਰਿਹਾ, ਉਹਨਾਂ ਦਾ ਇੰਪਲੋਇਰ ਗਾਂ ਵੀ ਉਹਨਾਂ ਤੋਂ ਕੰਮ ਚਾਹੁੰਦਾ, ਜਿਵੇਂ ਨਹੀਂ ਹਰੀਆਂ ਮਿਰਚਾਂ ਸ਼ਿਮਲੀ ਮਿਰਚਾਂ ਦੀ ਗੱਲ ਕੀਤੀ ਟਵਾਸ, ਉਹ ਸਾਰੇ ਜਿਹੜੇ ਫਾਰਮਰ ਆ ਉਹ ਚਾਹੁੰਦੇ ਆ ਕਿ ਇਹ ਜਿਹੜੇ ਵਰਕਰ ਸਾਡੇ ਕੋਲ 2-2 ਸਾਲ 4-4 ਸਾਲ ਕੰਮ ਕਰਦੇ ਆ ਕਿ ਉਹ ਸਾਡੇ ਨਾਲ ਪੱਕੇ ਹੋਣ, ਸਾਨੂੰ ਹਰ ਸਾਲ ਉਹਨਾਂ ਲਈ ਅਪਲਾਈ ਨਾ ਕਰਨਾ ਪਿਆ ਕਰੇ ਔਰ ਉਹ ਵਧੀਆ ਜੌਬਸ ਕਰਦੇ। ਪਰ ਉਹਨਾਂ ਕੋਲ ਸ਼ਾਇਦ ਇੰਗਲਿਸ਼ ਇੰਨੀ ਨਹੀਂ ਹੈਗੀ ਕਿ ਉਹ ਆਈਲੈਟਸ ਤੇ ਹਾਈ ਬੈਂਡ ਲੈ ਲੈਣ, ਪਰ ਇਨਫ ਇੰਨੀ ਹੈਗੀ ਕਿ ਉਹਨਾਂ ਨੂੰ ਉੱਥੇ ਕੰਮ ਕਰਨ ਵਾਸਤੇ ਉਹਨਾਂ ਕੋਲ ਇੰਨੀ ਸੇਫਟੀ ਔਰ ਫੋਰਮਨ ਨਾਲ ਗੱਲ ਕਰਨ ਵਾਸਤੇ ਉਹਨਾਂ ਇੰਨੀ ਜੋਗੀ ਹੈਗੀ ਆ। ਸੋ ਉਹਨਾਂ ਵਾਸਤੇ ਅਸੀਂ ਸਹਾਇਤਾ ਕਰਕੇ ਮੈਂ ਪੂਰੀ ਆਪਟਿਮਿਸਟਿਕ ਹੈਗਾ, ਪਰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਨੂੰ ਪੂਰੀ ਜਾਣਕਾਰੀ ਨਾਲ ਉਹ ਦੇਵਾਂਗਾ। ਬਿਲਕੁਲ ਉਹ ਜਿਵੇਂ ਤੁਹਾਡੇ ਕੋਲ ਜਾਣਕਾਰੀ ਆਉਂਦੀ ਸੋ ਜ਼ਰੂਰ ਪਲੀਜ਼ ਸਾਡੇ ਨਾਲ ਸਾਂਝੀ ਉਹ ਕਰਨ ਵਾਸਤੇ ਤੁਸੀਂ ਬੈਠਣਾ ਇੰਟਰਵਿਊ ਦੇ ਵਿੱਚ। ਇਸ ਤੋਂ ਇਲਾਵਾ ਰਣਦੀਪ ਜੀ, ਕੀ ਇਹਦੇ ਵਿੱਚ ਜਿਹੜੀ ਕੈਟਾਗਰੀਜ਼ ਤੁਸੀਂ ਗਿਣੀਆਂ ਨੇ ਉਹ ਕੈਟਾਗਰੀਜ਼ ਦੀ ਤਾਂ ਚਲੋ ਹੋ ਗਈ, ਉਹਨਾਂ ਵਾਸਤੇ ਤੁਸੀਂ ਬਿੱਲ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਬਿੱਲ ਲਿਆਂਦਾ ਜਾਏਗਾ। ਹੁਣ ਉਸ ਬਿੱਲ ਤੋਂ ਲਹਿਦਾ ਜਿਹੜੀਆਂ ਕੈਟਾਗਰੀਜ਼ ਕਈ ਬੈਠੀਆਂ ਨੇ, ਅਸੀਂ ਯਕੀਨਨ ਜਦੋਂ ਵੀ ਅਸੀਂ ਮਿਲਦੇ ਹਾਂ ਉਹਨਾਂ ਤੇ ਗੱਲ ਕਰਦੇ ਰਹਿੰਦੇ, ਸਪਾਊਸਲ ਕੇਸ ਨੇ ਚਾਹੇ ਹੋਰ ਨੇ, ਵਰਕ ਪਰਮਿਟ ਵਾਲੇ ਨੇ, ਬਹੁਤ ਸਾਰੇ ਇੱਦਾਂ ਦੇ ਕੇਸਿਸ ਹੈਗੇ ਨੇ ਜਿਹੜੇ ਇੰਤਜ਼ਾਰ ਕਰ ਰਹੇ ਨੇ ਵੀ ਹੁਣ ਆ ਜਾਣ, ਜਿਨ੍ਹਾਂ ਨੇ 2022 ਦੇ ਵਿੱਚ ਵੀ ਹੁਣ ਲਗਾਈਆਂ ਨੇ ਆਪਣੀਆਂ ਫਾਈਲਾਂ ਲਗਾਈਆਂ ਨੇ PR ਦੀਆਂ, ਜਿਹੜੇ 1 ਸਾਲ ਦਾ ਐਕਸਪੀਰੀਅੰਸ ਆਪਣਾ ਕੈਨੇਡੀਅਨ ਪੂਰਾ ਹੁਣ ਕਰ ਰਹੇ ਨੇ, ਤਾਂ ਉਹਨਾਂ ਦੀ ਹੋਪ ਕੀ ਲੱਗ ਰਹੀ ਹੈ ਤੁਹਾਨੂੰ, ਉਹ PR ਕੈਟਾਗਰੀ ਦੇ ਵਿੱਚ ਕਦੋਂ ਤੱਕ ਆ ਸਕਦੇ ਨੇ? ਸਪੈਸ਼ਲੀ ਇਹ ਗੱਲ ਆ ਰਹੀ ਸੀਗੀ ਕਿ ਯੋਗਤਾ ਜਿਹੜੀ ਹੈ ਕਈ ਲੋਕ ਵਾਕਈ ਨਹੀਂ ਕਰ ਪਾ ਰਹੇ, ਪਰ ਉਹ ਕਹਿੰਦੇ ਅਸੀਂ ਕੰਮ ਬਕਾਇਦਾ ਇੱਥੇ ਕਰ ਰਹੇ ਹਾਂ, ਪਿਛਲਾ ਬੈਕਗਰਾਊਂਡ ਵੀ ਸਾਰਾ ਵਧੀਆ ਰਿਹਾ ਉਹਨਾਂ ਦਾ, ਹੈਵੀ ਫਾਈਲਾਂ ਨੇ, ਅਤੇ ਸਿਰਫ ਇਹ ਹੈ ਵੀ ਕਈ ਵਾਰੀ ਕੁਝ ਬੰਦੇ ਆਇਲਟਸ ਉਹਨੇ ਨੰਬਰ ਨਹੀਂ ਲੈ ਪਾ ਰਹੇ, ਕੰਪਲੀਟ ਨਹੀਂ ਕਰ ਪਾ ਰਹੇ, ਉਹਦੇ ਕਰਕੇ ਉਹ ਥੋੜ੍ਹੇ ਰੁਕੇ ਹੋਏ ਨੇ। ਇੱਦਾਂ ਦੇ ਕੇਸਿਸ ਵਾਸਤੇ ਕੀ ਕੁਝ ਖਾਸ ਹੋ ਸਕਦਾ, ਤੁਹਾਨੂੰ ਲੱਗਦਾ ਵੀ ਉਮੀਦ ਕਰ ਸਕਦੇ ਵੀ ਇਸ ਸਾਲ ਦੇ ਵਿੱਚ ਉਹ ਵੀ PR ਹੋ ਸਕਦੇ ਨੇ? ਦੇਖੋ, ਪ੍ਰਾਈਮ ਮਿਨਿਸਟਰ ਨੇ ਕਾਫੀ ਸਟਰੋਂਗ ਮੈਂਡੇਟ ਲੈਟਰ ਦਿੱਤਾ ਆਪਣੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਕਿ ਤੁਸੀਂ ਇਹ ਪੈਥਵੇਜ਼ ਲੱਭੋ, ਔਰ ਜਿਵੇਂ ਮੈਂ ਵੀ ਬਿੱਲ ਪੇਸ਼ ਕਰਨ ਲੱਗਾ ਉਹਦੇ ਸੇਮ ਭਾਵ ਹੈਗਾ ਕਿ ਤੁਸੀਂ ਲੱਭੋ, ਪਰ ਅਗੇਨ ਇਹ ਨਹੀਂ ਕਿ ਸਾਰੇ 1 ਸਾਲ ਦੇ ਵਿੱਚ ਹੋ ਜਾਣਗੇ, ਉਹਨਾਂ ਨੂੰ ਰਾਹ ਦਿੱਤੇ ਜਾਣਗੇ। ਜੀ, ਆਪਾਂ ਇੱਕ ਕਾਲਰ ਦੀ ਕਾਲ ਵੀ ਪਿਕ ਕਰੀਏ, ਇਹਨਾਂ ਦਾ ਵੀ ਸਵਾਲ ਲੈ ਕੇ ਨਾਲ ਉੱਤੇ ਵੀ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਡਾਇਰੈਕਟਰ ਬੋਲਦਾ, ਸਰਾਜ ਸਾਹਿਬ ਨੂੰ ਸਵਾਲ ਹੈ ਸਾਡਾ। ਜੀ ਜੀ, ਦੱਸੋ ਜੀ। ਹਾਂਜੀ, ਇਹ ਸੁਪਰ ਵਿਜੇ ਵਾਲੇ ਨੂੰ ਅੱਗੇ ਬੇਨਤੀ ਕੀਤੀ ਸੀ ਕਿ ਸੁਪਰ ਵਿਜੇ ਆਏ ਨੇ ਕੋਈ ਕਾਨੂੰਨ ਲੈ ਕੇ ਆਓ, ਕੋਈ ਚੰਗਾ ਜਿਹਾ ਕੋਈ। ਤਾਂ ਉਹਦੇ ਇੱਕ ਤੇ ਫੋਨ ਆਪਣਾ ਰੱਖਦੇ ਬੰਦ, ਹੋਰ ਕੰਪਿਊਟਰ ਬੋਲਦਾ ਰਹਿੰਦਾ। ਮੈਂ ਬਹੁਤ ਬੰਦੇ ਦੇ ਫੋਨ ਕਰਾਇਆ, ਸਾਰੇ ਕਹਿੰਦੇ ਕੰਪਿਊਟਰ ਬੋਲਦਾ, ਚੱਕਦੇ ਨਹੀਂ ਹੈਗੇ। ਓਕੇ ਜੀ। ਸਹੀ ਆ, ਇਲੈਕਸ਼ਨ ਹੁੰਦੀ ਉਦੋਂ ਫੋਨ ਚੱਕਦੇ ਆ, ਹੁਣ ਜੇ ਐਕਟੀ ਨਾ ਇਹ ਸਾਡਾ ਕੋਈ ਸੁਪਰ ਵਿਜੇ ਵਾਲਾ ਸੋਚੇ ਤਾਂ ਫਿਰ ਇਹਨਾਂ ਦਾ ਅਗਲੀ ਵਾਰੀ ਫਿਰ ਵਿਰੋਧ ਹੋਊਗਾ, ਜੇ ਨਹੀਂ ਕੋਈ ਸੋਚਿਆ ਤਾਂ ਫਿਰ ਤੇ ਵਧੀਆ ਜੀ। ਠੀਕ ਹੈ ਜੀ, ਅਸੀਂ ਕਰਦੇ ਹਾਂ ਜੀ ਇਸ ਤੇ ਗੱਲ। ਥੈਂਕ ਯੂ ਜੀ। ਰਣਦੀਪ ਜੀ, ਇਹ ਤੁਹਾਡੇ ਲਈ ਥੋੜਾ ਜਿਹਾ ਗੁੱਸਾ ਵੀ ਜਤਾਇਆ ਉਹਨਾਂ ਨੇ। ਸੋ ਇੱਕ ਚੀਜ਼ ਮੈਂ ਬੇਨਤੀ ਜ਼ਰੂਰ ਕਰਦਾ ਕਿ ਜਦੋਂ ਸਾਡੇ ਫੋਨ ਵੋਲਿਊਮ ਜੇ ਤੁਸੀਂ ਕਿਤੇ ਆਫਿਸ ਆ ਕੇ ਦੇਖੋ ਬਹੁਤ ਹਾਈ ਆ, ਪਰ ਅਸੀਂ ਐਸ ਕਰਦੇ ਕਿ ਤੁਸੀਂ ਮੈਸੇਜ ਛੱਡੋ, ਤੁਹਾਨੂੰ ਸੇਮ ਡੇ ਦੇ ਵਿੱਚ ਜਵਾਬ ਤੁਹਾਨੂੰ ਮਿਲੂਗਾ। ਜੇ ਲੇਟ ਈਵਨਿੰਗ 'ਚ ਤੁਹਾਡਾ ਆਫਟਰਨੂਨ ਕੀਤਾ ਤਾਂ ਨੈਕਸਟ ਮਾਰਨਿੰਗ ਤਾਂ 24 ਘੰਟਿਆਂ 'ਚ ਤੁਹਾਨੂੰ ਜਵਾਬ ਮਿਲੂਗਾ। ਪਰ ਸਾਡੇ ਕੋਲ ਇਹ ਨਹੀਂ ਕਿ ਕਾਲਰ ID ਕਰਕੇ ਦੇਖ ਕੇ ਨਹੀਂ ਕਰਨਾ, ਤੁਹਾਨੂੰ ਮੈਸੇਜ ਛੱਡਣਾ ਪਊਗਾ। ਸੋ ਬਹੁਤ ਸਾਰੇ ਵਿਅਕਤੀ ਇਹ ਸੋਚਦੇ ਜਿਵੇਂ ਸੈੱਲ ਫੋਨ ਤੇ ਕਿਸੇ ਨੂੰ ਕਾਲ ਕਰਤਾ ਤਾਂ ਮੈਸੇਜ ਨਹੀਂ ਛੱਡਣਾ, ਉਹ ਆਪੇ
ਹਾਂ ਵਾਪਸ ਕਰ ਬਿਲਕੁਲ ਲੈਣਾ। ਆਪਣਾ ਡਿਸਕਸ ਕੋਈ ਮੁੱਦਾ ਦੱਸ ਸਕਦਾ ਹੈ ਤੇ ਉਹਨੂੰ ਤੁਹਾਨੂੰ ਤੁਸੀਂ ਪਰ call back ਕਰ ਮੈਸੇਜ ਜ਼ਰੂਰ ਦੱਸਣੀ ਪੈਣੀ ਕਿ ਮੈਂ ਫਲਾਨਾ ਬੋਲ ਰਿਹਾ ਔਰ ਮੈਂ ਕਿਸ reason ਲਈ call ਤਾਂ ਮੇਰਾ ਕੀਤੀ ਹੈ। ਆਹ ਫੋਨ ਨੰਬਰ ਆ। ਅੱਛਾ ਇਹ ਬਹੁਤ ਵੱਡੀ ਪ੍ਰੋਬਲਮ ਹੈ ਕਿ ਸਾਡੇ ਫੋਨ ਕਰਕੇ ਜੇ ਨਹੀਂ ਮਿਲਿਆ ਉਹ ਰੱਖ ਦਿੰਦੇ, ਮੈਸੇਜ ਨਹੀਂ ਛੱਡਦੇ। ਸੋ ਉਸ ਕਰਕੇ ਉਹ ਕਾਲਰ ਆਈਡੀ ਨਾਲ ਨਹੀਂ, ਸਾਡੇ ਕਾਲਰ ਆਈਡੀ ਤਾਂ ਵੀਕ ਸ਼ੋ ਹੁੰਦੇ ਆ, ਤਾਂ ਉਹ ਤਾਂ ਤਕਰੀਬਨ 15 ਕੁ ਮਿੰਟਾਂ 'ਚ ਸਾਡੇ ਉਹ 20 ਕਾਲਰ ਪੂਰੇ ਹੋ ਜਾਂਦੇ ਆ। ਸੋ ਉਹ ਨਹੀਂ ਉਹ ਦੇਖ ਕੇ ਕਾਲ ਬੈਕ ਕਰਦੇ, ਉਹ ਨਹੀਂ ਕਾਲ ਮੈਸੇਜ ਦੇਖ ਕੇ ਬੈਕ ਕਾਲ ਕਰਨਾ, ਔਰ ਕਰਦੇ ਆ ਸਾਰਿਆਂ ਨੂੰ ਬੈਕ। ਜਿਹੜੀ ਗੱਲ ਉਹ ਆਈ ਥਿੰਕ ਕਰਦੇ ਕਿ ਸੁਪਰਵੀਜ਼ੇ ਵਾਲਿਆਂ ਨੂੰ ਸੁਪਰਵੀਜ਼ੇ ਦਿੱਤੇ ਜਾਂਦੇ ਆ, ਪਰ ਜਦੋਂ ਉਹਨੀ ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਤਾਂ ਉਸ ਆਲਰੇਡੀ ਵਧਾਇਆ ਉਹ ਪੂਲ ਜਿਹੜਾ ਲਿਆ ਸੀਗਾ 2020 ਦੇ ਵਿੱਚ, ਉਹਦੇ ਵਿੱਚੋਂ 10,000 ਨਾਂ ਕੱਢੇ ਸੀ। ਉਹ ਸੇਮ ਹੀ ਪੂਲ ਚੋਂ ਪਿਛਲੇ ਸਾਲ 30,000 ਨਾਂ ਕੱਢੇ ਆ। ਸੋ 30,000 ਪਰਿਵਾਰ ਆ, ਸੋ ਕੁੱਲ ਮਿਲਾ ਕੇ ਉਹ 40,000 ਪਰਿਵਾਰ ਜਿਹੜੇ ਹੈਗੇ ਆ ਉਹਨਾਂ ਦੀ ਵਾਰੀ ਆ ਗਈ। ਇਸ ਸਾਲ ਅਗੇਨ ਅਸੀਂ ਆਸ ਕਰਾਂਗੇ ਕਿ ਹਾਈ ਨੰਬਰ ਦੇ ਵਿੱਚ 20 ਤੋਂ ਲੈ ਕੇ 30,000 ਦੇ ਵਿੱਚ ਨੰਬਰ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਕਹਿਣਗੇ। ਔਰ ਸਾਡਾ ਗੋਲ ਇਹ ਹੈ ਕਿ ਜਿਹੜਾ ਪੂਲ 2020 ਚ ਹੋਇਆ ਸੀਗਾ ਉਹਦੇ ਵਿੱਚੋਂ ਹੀ ਕੱਢੇ ਜਾਣ ਜਿੰਨਾ ਚਿਰ ਉਹ ਪੂਲ ਫਿਨਿਸ਼ ਨਹੀਂ ਹੁੰਦਾ। ਸੋ ਮੈਂ ਹੋਪ ਕਰਦਾ ਕਿ ਨਹੀਂ ਉਹ ਪੂਲ ਦੇ ਵਿੱਚ ਸਪਾਂਸਰਸ਼ਿਪ ਪਾਈ ਹੋਵੇ। ਜੇ ਉਹਨੇ ਪਾਈ ਹੈ ਤਾਂ ਆਸ ਇਹਨਾਂ ਦੀ ਐਵਰੀ ਈਅਰ ਵੱਧ ਜਾਣੀ ਹੈ ਕਿਉਂਕਿ ਉਹਨਾਂ ਦਾ ਨਾਮ ਉਹਦੇ ਵਿੱਚ ਨਿਕਲ ਜਾਵੇ। ਜੀ ਬਿਲਕੁਲ। ਇੱਕ ਹੋਰ ਕਾਲਰ ਦੀ ਕਾਲ ਅਟੈਂਡ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਸਰਾਏ ਸਾਹਿਬ ਨੂੰ ਉਹ ਬੇਨਤੀ ਕਰਨੀ ਸੀ ਜਿਹੜੀ ਤੈਨੂੰ ਚਿੱਠੀ ਗੁਰਦੀਪ ਕੌਰ ਨੇ ਪਾਈ ਸੀ ਨਾ। ਹਾਂਜੀ ਸਰ ਜੀ। ਜਿਹੜੇ ਪੇਰੈਂਟਸ ਜਦੋਂ ਆਏ ਆ ਨਾ ਉਹਨਾਂ ਦੇ ਨਾਲ ਉਹਨਾਂ ਦੀ ਬੱਚੀਆਂ ਨੇ ਆਉਣਾ ਸੀ। ਹਾਂਜੀ। ਪਰ ਉਹ ਉੱਥੇ ਜਿਹੜਾ ਇਮੀਗ੍ਰੇਸ਼ਨ ਅਫਸਰ ਸੀ ਉਹਨੇ ਬੱਚੀ ਦਾ ਨਾਂ ਕੱਟਤਾ। ਉਹ ਬੱਚੀਆਂ ਦਾ ਉੱਥੇ ਵਿਆਹ ਕਰਤਾ ਤੇ ਉਹਨਾਂ ਦਾ ਰਿਸ਼ਤਾ ਲੈ ਲਿਆ ਵੀ ਇਹਦੇ ਮਾਪਿਓ ਕੈਨੇਡਾ ਤੇ ਸਾਡਾ ਮੁੰਡਾ ਚਲਾ ਜਾਊਗਾ। ਪਰ ਮੁੜ ਕੇ ਇਹ ਮਾਪਿਆਂ ਕੋਲੇ ਤਾਂ ਕੋਈ ਹੈ ਹੀ ਨਹੀਂ ਆ ਵੀ ਉਹ ਸੱਦ ਸਕਣ ਤੇ ਉਹ ਬੱਚੀਆਂ ਬੜੀਆਂ ਚੱਕਰ ਦੇ ਵਿੱਚ ਨੇ। ਥੋੜੇ ਜਿਹੇ ਕੇਸ ਹੈ ਇਹ ਸਰਾਏ ਸਾਹਿਬ, ਜੇ ਇਹ ਵੀ ਕਰੋ ਜੀ ਕੋਈ ਬਦਲ ਤੇ ਬਹੁਤ ਪੜਨ ਵਾਲਾ ਕੰਮ ਆ, ਤੁਹਾਨੂੰ ਬੜਾ ਵੱਡਾ ਪੜਨ ਲੱਗਣਾ ਹੈ ਜੀ। ਜੀ ਠੀਕ ਹੈ ਸਰ, ਅਸੀਂ ਇਸ ਤੇ ਗੱਲ ਕਰਦੇ ਹਾਂ ਜੀ। ਥੈਂਕ ਯੂ। ਹਾਂ ਜੀ ਰਣਦੀਪ ਜੀ, ਇਸ ਕੇਸ ਦੇ ਰਿਗਾਰਡਿੰਗ ਬਕਾਇਦਾ ਚੈਨਲ ਤੇ ਲੈਟਰ ਵੀ ਇੱਕ ਭੇਜੀ ਗਈ ਸੀਗੀ। ਸੋ ਇਹ ਮੈਟਰ ਜਿਹੜਾ ਇਹਦੇ ਸੰਬੰਧੀ ਲੱਗਦਾ ਤੁਹਾਨੂੰ ਕੁਝ ਹੋ ਸਕਦਾ ਹੈਗਾ? ਦੇਖੋ ਮੇਰੇ ਕੋਲ ਐਗਜ਼ੈਕਟ ਨਹੀਂ, ਪਰ ਮੈਂ ਉਹ ਨਹੀਂ ਸੁਣਿਆ ਕਿ ਨਾਮ ਕੇਸ ਦਾ ਲੈਟਰ ਮੇਰੇ ਕੋਲ ਆਇਆ। ਪਰ ਜਿਵੇਂ ਮੈਂ ਉਹ ਗੱਲ ਕਰਦੇ ਕਿ ਉਹ ਨਾਂ ਲਿਖਣਾ ਭੁੱਲ ਗਿਆ ਸੀਗਾ, ਪਰ ਇਹ ਇਮੀਗ੍ਰੇਸ਼ਨ ਆਫਸਰ ਨਹੀਂ ਨਾਂ ਲਿਖਦੇ ਹੁੰਦੇ ਆ। ਇਹ ਪਰਿਵਾਰ ਜਦੋਂ ਐਪਲੀਕੇਸ਼ਨ ਦਿੰਦਾ ਉਹ ਨਾਂ ਭਰ ਕੇ ਦਿੰਦੇ ਹੁੰਦੇ ਨਾ, ਜਾਂ ਕੰਸਲਟੈਂਟ। ਸੋ ਜੇ ਕੰਸਲਟੈਂਟ ਨੇ ਰਹਿ ਗਿਆ, ਪਰ ਉਹ ਕਹਿੰਦੇ ਉਹਦਾ ਵਿਆਹ ਆਲਰੇਡੀ ਹੋ ਗਿਆ। ਸੋ ਜਦੋਂ ਵੀ ਕੋਈ ਵੀ ਵਿਅਕਤੀ ਉਹਦਾ ਵਿਆਹ ਹੋ ਜਾਂਦਾ ਆ, ਉਹ ਉਸ ਵੇਲੇ ਫਿਰ ਡਿਪੈਂਡੈਂਟ ਚਾਈਲਡ ਨਹੀਂ ਰਹਿੰਦਾ ਹੈਗਾ। ਸੋ ਉਸ ਜਿਹੜਾ ਮੈਰਿਡ ਹੋ ਗਿਆ, ਉਹ ਆਪਣਾ ਪਰਿਵਾਰ ਜੁਦਾ ਹੋ ਗਿਆ, ਉਹ ਕੋਈ ਚਾਹੇ ਮੇਲ ਹੋਵੇ ਚਾਹੇ ਲੜਕੀ ਹੋਵੇ, ਉਹ ਨਹੀਂ ਉੱਥੇ ਆ ਸਕਦੇ। ਸੋ ਉਹ ਹੋਰ ਉਹਨਾਂ ਨੂੰ ਸਾਧਨ ਹਿਊਮੈਨਿਟੇਰੀਅਨ ਕੰਪੈਸ਼ਨ ਗਰਾਊਂਡ ਜੋ ਇਕੱਲੇ ਰਹਿ ਗਏ ਉੱਥੇ, ਉਹ ਲਈ ਅਪਲਾਈ ਕਰ ਸਕਦੇ ਕਿ ਮੈਂ ਆਸ ਕਰਕੇ ਹੈਗਾ। ਪਰ ਜਨਰਲੀ ਸਪੀਕਿੰਗ ਚਾਹੇ ਉਹ ਲੜਕਾ ਜਾਂ ਲੜਕੀ ਆ, ਉਹਦਾ ਨਹੀਂ ਹੈਗਾ। ਜੇ ਉੱਦਾਂ ਉਹ ਨਹੀਂ ਕਿਤੇ ਨਾਂ ਭੁੱਲ ਗਿਆ ਤਾਂ ਫਿਰ ਫੈਮਿਲੀ ਨੂੰ ਕਰੈਕਟੀਫਾਈ ਕਰ ਲੈ, ਉਸੇ ਵੇਲੇ ਕਰ ਲੈਣ, ਉਹ ਗੱਲ ਜੁਦੀ ਹੈ। ਪਰ ਜੇ ਤੁਸੀਂ ਈਅਰਸ ਲੇਟਰ ਆ ਕੇ ਤੁਸੀਂ ਕਹਿੰਦੇ ਆ ਕਿ ਉਹ ਜੀ ਭੁੱਲ ਗਿਆ ਸਾਨੂੰ ਉਦੋਂ, ਤਾਂ ਹੁਣ ਵਿਆਹ ਵੀ ਹੋ ਗਿਆ, ਫਿਰ ਉਹ ਡਿਪੈਂਡੈਂਟ ਚਾਈਲਡ ਨਹੀਂ। ਉਹ ਤਾਂ ਜੇ ਹੁੰਦਾ ਵੀ ਨਾਂ ਪਾਇਆ ਵੀ ਹੁੰਦਾ, ਜੋ ਵਾਂਸ ਉਹ ਮੈਰਿਡ ਹੋ ਗਿਆ ਉਹਦਾ ਨਾਂ ਨਹੀਂ ਸੀ ਵਿੱਚ ਆਉਣਾ। ਸੋ ਉਹਦੇ ਅਨਫੋਰਚੂਨਟਲੀ ਹੁਣ ਮੈਂ ਸਪੈਸਿਫਿਕਸ ਤੋਂ ਬਗੈਰ ਮੈਂ ਇਹਨਾਂ ਕੀ ਦੱਸ ਸਕਦਾ। ਔਰ ਬਾਕੀ ਇਹ ਹੈ ਕਿ ਗੁਰਦੀਪ ਕੌਰ ਜੀ, ਤੁਸੀਂ ਇਹ ਲੈਟਰ ਲਿਖੀ ਸੀ, ਇਹ ਕਹਿ ਸਕਦੇ ਆ ਵੀ ਜੇ ਇਸ ਕੇਸ ਦੇ ਵਿੱਚ ਤੁਹਾਨੂੰ ਲੱਗਦਾ ਵੀ ਬਹੁਤ ਅਰਜੈਂਟ ਹੈ, ਕੁਝ ਇਦਾਂ ਦਾ ਤੁਹਾਨੂੰ ਲੱਗਦਾ, ਤੁਸੀਂ ਇਹ ਕੇਸ ਲਿਆ ਸਕਦੇ ਹੋ। ਤੁਹਾਡੀ ਫਾਈਲ ਦੇ ਕੇ ਰਣਦੀਪ ਜੀ, ਜਿੱਥੇ ਤੁਸੀਂ ਰਹਿ ਰਹੇ ਆ, ਤੁਸੀਂ ਆਪਣੇ ਐਮਪੀ ਦੇ, ਜੇ ਮੇਰੇ ਹਲਕੇ 'ਚ ਮੇਰੇ ਕੋਲ ਲੈ ਕੇ ਆ ਸਕਦੇ। ਜੇ ਤੁਸੀਂ ਸੁਖ ਧਾਲੀਵਾਲ ਦੇ ਉਹਨਾਂ ਦੇ ਜਾਂ ਹੋਰ ਜਿੱਥੇ ਵੀ ਹੈਗੇ ਉੱਥੇ ਜਾ ਸਕਦੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਮੈਡਮ ਮੈਂ ਪੁੱਛਣਾ ਸੀਗਾ ਕਿ ਜਦੋਂ ਮੈਂਡੇਟ ਲੈਟਰ ਦਿੱਤਾ ਸੀਗਾ ਟਰੂਡੋ ਸਾਹਿਬ ਨੇ ਸ਼ੇਨ ਫਰੇਜ਼ਰ ਨੂੰ, ਤੇ ਉਹ 'ਚ ਉਹਨਾਂ ਨੇ ਅਨਡਾਕੂਮੈਂਟਡ ਜਿਹੜੇ ਸੀਗੇ ਇਮੀਗ੍ਰੈਂਟ, ਉਹਨਾਂ ਲਈ ਵੀ ਉਹਨਾਂ ਨੇ ਲਿਖਿਆ ਕੋਈ ਪਾਸਵੇ ਲਿਆਓ ਤੇ ਉੱਤੇ ਲਿਆਇਆ ਜਾਊਗਾ ਕੋਈ? ਜੀ ਹਾਂਜੀ, ਦੇਖੋ ਜਿਹੜੇ ਅਨਡਾਕੂਮੈਂਟਡ ਹੈਗੇ ਆ ਉਹਨਾਂ ਵਾਸਤੇ ਜੀ ਤੁਸੀਂ ਸਕਰੀਨ ਤੇ ਸੁਣ ਸਕਦੇ ਹੋ ਜੀ ਇਸ ਦਾ ਜਵਾਬ। ਥੈਂਕ ਯੂ। ਠੀਕ ਹੈ ਜੀ। ਆਈ ਥਿੰਕ ਉਹ ਦੇਖ ਰਹੇ ਆਪਸ਼ਨਸ ਕੀ ਹੈਗੇ ਆ, ਅਨਡਾਕੂਮੈਂਟਡ ਜਿਹੜੇ ਵਰਕਰ ਹੈਗੇ ਆ, ਜਾਂ ਉਹਨਾਂ ਦਾ ਕੀ ਤਰੀਕੇ ਦੇ ਨਾਲ ਉਹਨਾਂ ਨੂੰ ਰੈਗੂਲਰਾਈਜ਼ ਕੀਤਾ ਜਾ ਰਿਹਾ। ਇਹ ਵੀ ਇੱਕ ਯਤਨ ਹੈਗਾ ਜ਼ਰੂਰ। ਪਰ ਮੈਂ ਔਨੈਸਟਲੀ ਕਹਿ ਰਿਹਾ ਕਿ ਇਮੀਗ੍ਰੇਸ਼ਨ ਮਿਨਿਸਟਰ ਕੋਲ ਬਹੁਤ ਵੱਡਾ ਥਾਲ ਦੇ ਵਿੱਚ ਉਹਨੂੰ ਕਈ ਕੁਝ ਪਾ ਕੇ ਦਿੱਤਾ ਵੀ ਆਹ ਕੰਮ ਕਰਨੇ ਆ। ਸੋ ਉਹਨਾਂ ਨੂੰ 1 by 1 ਉਹ ਕਰਨੇ ਪੈਣੇ ਆ। ਪਰ ਇਹ ਵੀ ਇੱਕ ਉਹਨਾਂ ਦਾ ਇੱਕ ਗੋਲ ਹੈਗਾ ਕਰਨ ਵਾਸਤੇ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕੁਐਸਚਨ ਕਰਨਾ ਚਾਹੁੰਦਾ ਜੀ ਹਾਂਜੀ ਬਿਲਕੁਲ, ਬੋਲੋ ਜੀ। ਹਾਂਜੀ ਆਪਣੇ ਇਹਦਾ ਇਮੀਗ੍ਰੇਸ਼ਨ ਬਾਰੇ। ਹਾਂਜੀ ਕਰ ਸਕਦੇ ਹੋ ਜੀ। ਸਵਾਲ ਕੀ ਹੈ ਤੁਹਾਡਾ?
ਮੇਰਾ ਸਵਾਲ ਹੈਗਾ ਕਿ ਮੇਰੀ ਨਾ ਐਪਲੀਕੇਸ਼ਨ ਲੱਗੀ ਹੈਗੀ ਜੂਨ 29 ਦੀ ਪੀਆਰ ਦੀ। ਓਕੇ, ਪੀਆਰ ਲਈ, ਠੀਕ ਹੈ। ਹਾਂਜੀ, ਉਹਦੇ ਬਾਰੇ ਪੁੱਛਣਾ ਚਾਹੁੰਦਾ ਜੀ ਮੈਨੂੰ। ਓਕੇ, ਜੂਨ 20 ਤੁਸੀਂ ਕੀ ਬੋਲੇ ਹੋ ਦੁਬਾਰਾ? 29 2019, ਓਕੇ, 2019 ਚ ਲਗਾਈ। ਓਕੇ, ਸੋ ਪੀਆਰ ਦਾ ਤੁਸੀਂ ਪੁੱਛਣਾ ਕਦੋਂ ਲੱਗੇਗੀ, ਠੀਕ ਹੈ। ਇਹ ਤਾਂ ਦੇਖੋ ਜੀ ਸਪੈਸੀਫਿਕ ਜਿਹੜੇ ਠੀਕ ਹੈ ਕੇਸਿਸ ਜੀ। ਆ, ਸਪੈਸੀਫਿਕ ਕੇਸਿਸ ਆ, ਤੁਹਾਨੂੰ ਜਿਹੜਾ ਤੁਹਾਡਾ ਲੋਕਲ ਐਮਪੀ ਹੈਗੇ ਆ ਜਾਂ ਉਹਨਾਂ ਦੇ ਆਫਿਸ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ। ਇਦਾਂ ਬਿਲਕੁਲ। ਸਪੈਸੀਫਿਕਲੀ ਅਸੀਂ ਨਹੀਂ ਨਾਮ ਦੱਸਿਆ, ਮੇਰੇ ਉਹ ਦੱਸ ਫਾਈਲ ਸਕਦੇ ਰਿਵਿਊ ਹਾਂ। ਕਰਕੇ ਪਤਾ ਲੱਗ ਗਿਆ ਵੀ, ਪਰ ਇਹ 'ਚ ਇਹ ਜ਼ਰੂਰ ਗੱਲ ਕੀਤੀ ਜਾ ਸਕਦੀ ਹੈ ਕਿ 2019 ਦੀਆਂ ਫਾਈਲਾਂ ਉਹਨਾਂ ਦੀ ਕੀ ਹੈ ਨਾ ਅੱਗੇ ਚੱਲ ਰਿਹਾ ਹੈਗਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਗੱਲ ਕਰ ਸਕਦੇ ਹੋ ਜੀ? ਜੀ ਬਿਲਕੁਲ ਜੀ, ਗੱਲ ਕਰ ਸਕਦੇ ਹੋ। ਕੀ ਸਵਾਲ ਹੈ ਤੁਹਾਡਾ? ਮੇਰਾ ਸਵਾਲ ਇਹ ਹੈ ਜੀ ਸਰਾਏ ਸਾਹਿਬ ਦੇ ਨਾਲ ਕਿ ਇਹ ਜਿਹੜਾ ਤੁਸੀਂ ਪੇਰੈਂਟਸ ਨੂੰ ਵੀਜ਼ਾ ਦਿੰਦੇ ਹੋ, ਪੇਰੈਂਟਸ ਨੂੰ ਇੱਕ ਤਾਂ ਸੁਪਰ ਵੀਜ਼ਾ ਤੁਸੀਂ ਦਿੰਦੇ ਹੋ। ਹੈਲੋ, ਹਾਂਜੀ ਹਾਂਜੀ, ਬਿਲਕੁਲ ਬੋਲੋ ਜੀ। ਹਾਂਜੀ, ਜਿਹੜਾ ਸੁਪਰ ਵੀਜ਼ਾ ਤੁਸੀਂ ਦਿੰਦੇ ਹੋ ਉਹਦੇ ਵਿੱਚ ਨਾ 2 ਸਾਲ ਲਈ ਇੱਥੇ ਮੈਂ ਪੇਰੈਂਟਸ ਹਾਂ, ਅਸੀਂ ਇੱਥੇ ਆ ਗਏ, ਸਾਨੂੰ ਆ ਕੇ ਕੋਈ ਕੰਮ ਨਹੀਂ ਅਸੀਂ ਕਰ ਸਕਦੇ, ਸਾਨੂੰ ਕੰਮ ਕਰਨ ਦਾ ਰਾਈਟ ਨਹੀਂ ਹੈਗਾ। ਅਲਬਰਟਾ ਦੇ ਵਿੱਚ ਡਰਾਈਵਿੰਗ ਦਾ ਵੀ ਨਹੀਂ ਹੈਗਾ। ਮਤਲਬ ਇੱਥੇ 2 ਸਾਲ ਕਿਸ ਤਰ੍ਹਾਂ ਦੀ ਝੱਖ ਮਾਰਦੇ ਰਹੀਏ ਵੀ ਗੁਰਦੁਆਰੇ ਜਾਈਏ, ਕਿਸੇ ਨਾਲ ਮੂੰਹ ਜਾ ਕੇ ਗੱਲਾਂ, ਕੀ ਸਮਝ ਨਹੀਂ ਆਉਂਦੀ ਤੁਸੀਂ ਰਾਈਟ ਕਿਉਂ ਨਹੀਂ ਦਿੰਦੇ ਕੰਮ ਕਰਨ ਦਾ। ਦੂਜੀ ਗੱਲ ਇਹ ਹੈ ਹੈਲੋ, ਹਾਂਜੀ ਹਾਂਜੀ ਸਰ, ਬੋਲੋ ਜੀ। ਦੂਜੀ ਗੱਲ ਕੀ ਹੈ? ਦੂਜੀ ਗੱਲ ਇਹ ਹੈ ਜੀ ਕਿ ਜਿਸ ਤਰ੍ਹਾਂ ਤੁਸੀਂ ਪੇਰੈਂਟਸ ਨੂੰ ਉਹਨਾਂ ਦੀ ਲੋਟਰੀ ਦਾ ਸਿਸਟਮ ਰੱਖਿਆ ਹੋਇਆ ਹੈ, ਮੈਨੂੰ ਇਹ ਵੀ ਸਾਡੇ ਪੇਰੈਂਟਸ ਨੂੰ ਬੜਾ ਮਜ਼ਾਕ ਲੱਗਦਾ ਹੈ ਕਿ ਅਸੀਂ ਬੱਚੇ ਨੂੰ 2 ਸਾਲ ਇੱਥੇ ਪੜ੍ਹਨ ਵਾਸਤੇ ਭੇਜਿਆ, 30-40 ਲੱਖ ਰੁਪਇਆ ਉਹਦਾ ਲਗਾਤਾ। ਉਸ ਤੋਂ ਬਾਅਦ ਉਹਦੀ ਜਦੋਂ ਪੀਆਰ ਹੋ ਗਈ, ਪੀਆਰ ਹੋਣ ਤੋਂ ਬਾਅਦ ਅਸੀਂ ਉਹਦੇ ਉਸ ਚ ਲਾਟਰੀ ਜਾ ਕੇ 2-3 ਸਾਲਾਂ ਬਾਅਦ ਮੂੰਹ ਚੱਕ ਕੇ ਦੇਖੀ ਜਾਂਦੇ ਆ ਨਿਕਲੇਗੀ ਨਹੀਂ ਨਿਕਲੇਗੀ। ਜਦੋਂ ਉਹਦੀ ਪੀਆਰ ਹੋ ਗਈ 1 ਸਾਲ ਬਾਅਦ ਉਹਦਾ ਸਿਸਟਮ ਸੈੱਟ ਹੋ ਗਿਆ ਤੇ ਅਸੀਂ ਇੱਥੇ ਆਉਂਦੇ, ਸਾਨੂੰ ਪੀਆਰ ਦਾ ਕਾਰਡ ਦਿੱਤਾ ਜਾਵੇ, ਪੈਸੇ ਅਸੀਂ ਲਾਏ, ਸਾਰਾ ਕੁਝ ਅਸੀਂ ਕੀਤਾ, ਲਟਕੇ ਵੀ ਅਸੀਂ ਪਏ ਹਾਂ। ਜੀ, ਬੜੀ ਵੱਡੀ ਪਰੇਸ਼ਾਨੀ ਹੈ ਇਸ ਚੀਜ਼ ਦੀ। ਤੁਸੀਂ ਨਾਲ ਦੀ ਨਾਲ ਕਿਉਂ ਨਹੀਂ ਦਿੰਦੇ? ਜਿਨ੍ਹਾਂ ਦਾ ਹੁਣ ਤੁਸੀਂ ਪਿੱਛੇ 40,000 ਕਰਦੇ, ਇਹਨਾਂ ਨੇ ਗਵਰਨਮੈਂਟ ਨੇ ਵੀ 40,000 ਦੀ ਲੋਟਰੀ ਕੱਢੀ ਹੈ, ਹਾਂਜੀ, ਉਹਦੇ ਚ ਮੇਰੇ 10-15,000 ਦੇ ਕਾਗਜ਼ ਹੀ ਪੂਰੇ ਨਹੀਂ ਹੈਗੇ, ਉਹ ਨਿਕਲ ਗਏ, ਬਾਕੀ 25,000 ਹੀ ਰਹਿ ਗਏ ਨਾ ਜੀ। ਨੰਬਰ ਜਦੋਂ ਬੋਲਣਗੇ 40,000 ਬੋਲਣਗੇ, 40,000 ਦੇ ਕੱਢੇ ਹੈ, 15,000 ਡਾਕੂਮੈਂਟ ਪੂਰੇ ਨਹੀਂ। ਪਹਿਲਾਂ ਹੀ ਸਿਸਟਮ ਇਸ ਤਰ੍ਹਾਂ ਸਿਸਟਮ ਸੈੱਟ ਕੀਤਾ ਜਾਵੇ ਕਿ ਪੀਆਰ ਜਦੋਂ ਹੋ ਗਈ ਹੈ ਬੱਚੇ ਦੀ, ਉਸ ਤੋਂ ਬਾਅਦ ਅਸੀਂ ਪੈਸੇ ਲਾਏ ਹੋਏ ਆ, 10 ਲੱਖ ਹੋਰ ਵਧਾ ਦਿਓ ਜੀ, ਜੇ ਬੱਚੇ ਨੂੰ 10 ਲੱਖ ਹੋਰ ਦੇਣਾ, ਠੀਕ ਹੈ ਜੀ ਜੀ। ਲਟਕੇ ਤਾਂ ਨਾ ਰਹੀਏ। ਇੱਥੇ ਆ ਕੇ ਸਾਡੀ ਬਜ਼ੁਰਗਾਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਜੀ ਕਿ ਸਾਨੂੰ ਮੂੰਹ ਚੁੱਕ ਕੇ ਦੇਖਣਾ ਪੈਂਦਾ। ਬਿਲਕੁਲ, ਅਸੀਂ ਕਿਤੇ ਜਾਣ ਜੋਗੇ ਨਹੀਂ, ਗੱਡੀ ਚਲਾਉਣ ਜੋਗੇ ਨਹੀਂ, ਕੋਈ ਕੰਮ ਕਰਨ ਜੋਗੇ ਨਹੀਂ। ਜੀ ਟੈਕਸ ਲਓ, ਜੀ ਜੀ ਜੀ, ਪੇ ਕਰਾਂਗੇ, ਤੁਹਾਨੂੰ ਟੈਂਪਰੇਰੀ ਤੇ ਰੱਖ ਲਓ। ਬਿਲਕੁਲ ਠੀਕ ਹੈ ਜੀ ਸਰ। ਮੈਡੀਕਲ ਤੁਸੀਂ ਆਪਣਾ ਲਓਗੇ, ਅਸੀਂ ਮੈਡੀਕਲ ਆਪਣਾ ਲੈ ਲਾਂਗੇ। ਹਾਂਜੀ ਹਾਂਜੀ, ਲੇਕਿਨ ਕੰਮ ਕਰਨ ਦਾ ਰਾਈਟ ਤਾਂ ਹੋਵੇ ਘੱਟੋ ਘੱਟ। ਜੀ ਜੀ ਜੀ, ਠੀਕ ਹੈ ਸਰ। ਇਸ ਸੰਬੰਧੀ ਆਪਾਂ ਕਰਦੇ ਹਾਂ ਜੀ ਰਣਦੀਪ ਜੀ ਨਾਲ ਗੱਲ। ਥੈਂਕ ਯੂ ਸੋ ਮਚ ਜੀ। ਰਣਦੀਪ ਜੀ, ਇਹ ਉਹ ਪੇਰੈਂਟਸ ਦੀ ਸਾਰੀ ਤੁਸੀਂ ਗੱਲ ਸੁਣੀ ਲਈ ਹੈ, ਔਰ ਤਕਰੀਬਨ ਮੈਂ ਵੀ ਬਹੁਤ ਸਾਰੇ ਇੱਦਾਂ ਦੇ ਪਰਿਵਾਰਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਜਿਹੜੇ ਕਿ ਰੁਕਦੇ ਨਹੀਂ ਇੱਥੇ। ਫਿਰ ਇਹ ਵੀ ਉਹੀ ਪੇਰੈਂਟਸ ਨੇ, ਉਹ ਪੇਰੈਂਟਸ ਕਹਿੰਦੇ ਸੀ ਆਪਣੇ ਬੱਚੇ ਕੋਲ ਸਾਡਾ ਦਿਲ ਨਹੀਂ ਲੱਗਦਾ, ਅਸੀਂ ਵਾਪਸ ਚਲੇ ਆਉਂਦੇ, ਤੇ ਬੱਚੇ ਕਲਪਦੇ ਵੀ ਸਾਡੇ ਪੇਰੈਂਟਸ ਸਾਡੇ ਕੋਲ ਰੁਕਦੇ ਨਹੀਂ ਹੈ, ਇਹਨਾਂ ਦਾ ਦਿਲ ਕਿਉਂ ਨਹੀਂ ਲੱਗਦਾ। ਹੁਣ ਉਹ ਦਿਲ ਲੱਗਣ ਦੇ ਵਿੱਚ ਬੜੀ ਵੱਡੀ ਜਿਹੜੀ ਪਰੇਸ਼ਾਨੀ ਇਹਨਾਂ ਨੇ ਜ਼ਿਕਰ ਕੀਤਾ ਵੀ ਉਹ ਕਰਨ ਤੇ ਕੀ ਕਰਨ, ਮੂੰਹ ਚੁੱਕ ਕੇ ਸਾਰਾ ਦਿਨ ਦੇਖਦੇ ਰਹਿੰਦੇ ਨੇ ਵੀ ਗੁਰਦੁਆਰੇ ਚਲੇ ਜਾਂਦੇ ਆ ਕੀ। ਸੋ ਕੀ ਇਹ ਕੁਝ ਹੋ ਸਕਦਾ ਇਹਨਾਂ ਦਾ? ਦੇਖੋ, ਜਦੋਂ ਗਵਰਨਮੈਂਟ ਬਣਾਉਂਦੀ ਪਾਲਿਸੀਜ਼ ਉਹਨਾਂ ਨੂੰ ਹਰ ਇੱਕ ਚੀਜ਼ ਦੇਖਣੀ ਪੈਂਦੀ। ਜਦੋਂ ਪਰਮਨੈਂਟ ਰੈਜ਼ੀਡੈਂਟ ਦਿੰਦੇ ਆ, ਉਹ ਕੈਨੇਡਾ ਦੇ ਸਹੂਲਤਾਂ ਦੇ ਹੱਕਦਾਰ ਹੋ ਜਾਂਦੇ ਆ। ਉਸ ਵੇਲੇ ਉਹਨਾਂ ਨੂੰ ਗਵਰਨਮੈਂਟ ਸਹਾਇਤਾ ਵੀ ਮਿਲਦੀ, ਮੈਡੀਕਲ ਵੀ ਉਹਨਾਂ ਨੂੰ ਹੋਣਾ ਪੈਂਦਾ, ਉਹਨਾਂ ਨੂੰ ਪੈਨਸ਼ਨ ਦੇ ਹੱਕਦਾਰ ਵੀ ਹੋ ਜਾਂਦੇ ਆ। ਜੇ ਬੱਚੇ ਘਰੋਂ ਬਾਹਰ ਕੱਢ ਦੇਣ, ਉਹਨਾਂ ਨੂੰ ਉਹਦੀ ਜ਼ਿੰਮੇਵਾਰੀ ਹੋ ਜਾਂਦੀ ਆ। ਸੋ ਉਹ ਚੀਜ਼ ਵਾਸਤੇ ਕੈਨੇਡਾ ਆਲਵੇਜ਼ ਪਲਾਨ ਕਰਕੇ ਇੱਕ ਨੰਬਰ ਦੱਸਦਾ ਹੁੰਦਾ, ਔਰ ਕੈਬਨਿਟ ਉਹ ਦੱਸਦੀ ਆ ਕਿੰਨੇ ਹਰ ਸਾਲ ਕਿੰਨੇ ਕਰਨੇ। ਜਿਵੇਂ ਲਾਸਟ ਈਅਰ 4 ਲੱਖ 1,000, 4 ਲੱਖ 11,000, ਉਹਦੇ ਵਿੱਚੋਂ ਤਦੇ ਪੇਰੈਂਟਸ ਜਿਹੜੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦਾ ਪ੍ਰੋਗਰਾਮ ਹੈਗਾ PGP ਦਾ, ਜਿਹੜਾ ਉਹ 40,000 ਅਸੀਂ 2 ਸਾਲਾਂ ਦੇ ਵਿੱਚ ਲਿਆਂਦਾ। ਉਹ ਵਿਅਕਤੀ ਔਰ ਉਹ ਜਿਹੜੀ ਉਹ ਗੱਲ ਗਲਤ ਹੈ, ਜਿਹੜੇ ਉਹ ਕਹਿੰਦੇ 15,000 ਵਿੱਚੋਂ ਨਿਕਲ ਗਿਆ, 15,000 ਪੂਲ ਦੇ ਵਿੱਚੋਂ ਨਿਕਲ ਗਿਆ। ਜਿਹੜਾ 15,000 ਪੂਲ ਦੇ ਵਿੱਚੋਂ ਘੱਟ ਇਨਫੋਰਮੇਸ਼ਨ ਹੋ ਗਈ, ਗਲਤ ਹੋ ਗਈ, ਇਨਐਲੀਜੀਬਲ ਹੋਣਗੇ। ਪਰ ਜਿਹੜੇ ਵਿਅਕਤੀ ਆ ਉਹ 30,000, 10,000, 20 ਦਾ 30,000 ਲਾਸਟ ਈਅਰ ਦਾ ਉਹ ਪ੍ਰੋਸੈਸ ਹੋਏ ਆ, ਤਦੇ 4 ਲੱਖ 1,000 ਟਾਰਗੇਟ ਉਹ ਹੋਇਆ। ਸੋ ਉਹ 30,000
40,000 ਵਿਅਕਤੀ ਨਹੀਂ, ਉਹ 40,000 ਐਪਲੀਕੇਸ਼ਨ ਆ। ਸੋ 40,000 ਐਪਲੀਕੇਸ਼ਨ ਦੇ ਨਾਲ ਤਿੰਨ ਐਵਰੇਜ 4 ਕਿਉਂਕਿ ਹਸਬੈਂਡ ਵਾਈਫ ਪਲੱਸ ਅਨਮੈਰਿਡ ਡਿਪੈਂਡੈਂਟ ਚਿਲਡਰਨ, ਉਹ ਸਾਰੇ ਚਾਹੁੰਦੇ। ਜਿਹੜਾ ਸੁਪਰ ਵੀਜ਼ਾ, ਇਹ ਇੱਕ ਸੈਕਿੰਡ ਰਾਹ ਦਿੱਤਾ ਗਿਆ ਕਿ ਜਿੰਨਾ ਚਿਰ ਤੁਸੀਂ ਵੇਟ ਕਰਦੇ, ਜੇ ਤੁਸੀਂ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰਨ ਵਾਸਤੇ ਆਉਣਾ ਚਾਹੁੰਦੇ, ਤੁਹਾਨੂੰ ਇਹ ਰਾਹ ਦਿੱਤਾ, ਪਰ ਉਹਦਾ ਇਹ ਨਹੀਂ ਹੱਕ ਦਿੱਤਾ ਕਿ ਤੁਸੀਂ ਕੰਮ ਕਰ ਸਕਦੇ ਉਹਦੇ ਨਾਲ। ਜੀ ਬਿਲਕੁਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਟੀਵੀ ਦੀ ਵੋਲਿਊਮ ਪਲੀਜ਼ ਘਟਾ ਦਿਓ। ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਮੇਰਾ ਨਾਮ ਜੀ ਸਤਪ੍ਰੀਤ ਸਿੰਘ ਆ ਜੀ। ਜੀ, ਤੇ ਸਵਾਲ ਕੀ ਹੈ ਜੀ ਤੁਹਾਡਾ? ਹਾਂਜੀ, ਰਾਏ ਸਾਹਿਬ ਨੂੰ ਇਹੀ ਕਹਿਣਾ ਸੀਗਾ ਜੀ, ਕਿੱਦਾਂ ਹੁਣ ਪੇਰੈਂਟਸ ਹੈਗੇ ਆ ਤੇ ਬੜਾ ਸਿਸਟਮ ਔਖਾ ਹੋਇਆ ਪਿਆ, ਕਿੱਦਾਂ ਲਾਈਕ ਹੁਣ ਮੇਰੇ ਡੈਡੀ ਉਹਨਾਂ ਨੂੰ 3 ਸਾਲ ਹੋ ਗਏ ਇੱਥੇ ਆਇਆ ਨੂੰ। ਹਾਂ। ਤੇ ਮੇਰੇ ਜਿਹੜੇ ਭੂਆ ਜੀ ਸੀਗੇ ਉਹਨਾਂ ਨੂੰ ਤਾਂ ਆਲਮੋਸਟ 10 ਸਾਲ ਹੀ ਹੋ ਗਏ ਆਇਆ ਨੂੰ, ਤੇ ਲਾਈਕ ਕੋਈ ਫਾਈਲ ਦੀ ਹੁੰਦੀ ਨਹੀਂ ਗੀ, ਕੋਈ ਆਪਸ਼ਨ ਹੀ ਹੈ ਨਹੀਂ ਗਾ। ਜਾਂ ਤਾਂ ਕੋਈ ਸੈਕੰਡ ਆਪਸ਼ਨ ਹੋਵੇ, ਕੋਈ ਆਪਸ਼ਨ ਹੈ ਕਿ ਲੋਟਰੀ ਸਿਸਟਮ ਹੈ ਨਾ। ਹਾਂਜੀ। ਜਾਂ ਸੈਕੰਡ ਆਪਸ਼ਨ ਹੋਵੇ ਕਿ ਹਾਂ ਵੀ ਤੁਸੀਂ ਫਾਈਲ ਲਾਤੀ ਆ, 4 ਸਾਲ ਬਾਅਦ ਤੁਹਾਡੀ PR ਆ ਜਾਣੀ ਹੈ ਨਾ। ਪਹਿਲਾਂ ਸੀਗਾ ਏਦਾਂ ਦਾ, ਹੁਣ ਇਹਨਾਂ ਨੇ ਉਹ ਪ੍ਰੋਗਰਾਮ ਬੰਦ ਕਰਤਾ। ਆਈ ਡੋਨਟ ਨੋ ਵਾਈ। ਤੇ ਲਾਈਕ ਹੁਣ ਉਹੀ ਗੱਲ ਜਿਹੜੇ ਪਿਛਲੇ ਕਾਲਰ ਗਏ ਆ ਕਿ ਉਹ ਬੈਠੇ ਰਹਿੰਦੇ ਵਿਚਾਰੇ, ਕਰਨ ਤਾਂ ਕੀ ਕਰਨ। ਫਿਰ ਹੁਣ ਡੈਡੀ ਉਹਨੇ ਵੀ ਕਹਿੰਦੇ ਕਿ ਅਸੀਂ ਵਾਪਸ ਚਲ ਜੰਨੇ ਆ ਨਾ, ਕਿ ਪਤਾ ਨਹੀਂ PR ਕਦੋਂ ਹੋਣੀ ਆ। ਮਤਲਬ ਸੋ ਡਿਸਅਪਾਇੰਟਡ ਆ ਕਿ ਲਾਈਕ ਹੁਣ ਮੇਰੀ ਮੰਮੀ ਵੀ ਹੈ ਨੀ ਗੀ, ਪਿੱਛੇ ਹੈ ਹੀ ਨਹੀਂਗਾ ਕੋਈ ਕਿੱਦਾਂ ਸਾਡੇ ਘਰ ਉੱਥੇ ਇੰਡੀਆ 'ਚ। ਤੇ ਸਾਡੇ ਲਈ ਬੜਾ ਉਹ ਸਟ੍ਰੈਸਫੁਲ ਆ ਕਿ ਲਾਈਕ ਹੁਣ ਵੀ ਕਰੀਏ ਤਾਂ ਕੀ ਕਰੀਏ। ਲਾਈਕ ਜਾਂ ਤਾਂ ਤੁਸੀਂ ਕੋਈ ਏਦਾਂ ਦਾ ਕੋਈ ਕਲੌਜ਼ ਬਣਾ ਦਿਓ ਜਿਨ੍ਹਾਂ ਤੋਂ ਸਾਡੇ ਕੋਲ ਪੈਸਾ ਹੈਗਾ, ਸਾਰਾ ਕੁਛ ਹੈਗਾ, ਪ੍ਰਾਪਰਟੀਆਂ ਵੀ ਹੈਗੀਆਂ ਨਾ ਇੱਥੇ, ਅਸੀਂ ਟੈਕਸ ਪੇ ਵੀ ਕਰ ਸਕਦੇ ਹਾਂ, ਐਕਸਟਰਾ ਮਨੀ ਵੀ ਦੇ ਸਕਦੇ ਹਾਂ। ਜਾਂ ਕਲੌਜ਼ ਬਣਾ ਦਿਓ ਕਿ ਹਾਂ ਵੀ ਜਿਨ੍ਹਾਂ ਦੀ ਇਨਕਮ ਆ ਉਹਨਾਂ ਦੀਆਂ ਪਹਿਲਾਂ ਫਾਈਲਾਂ ਲੈਣੀਆਂ, ਜਾਂ ਕੋਈ ਤਾਂ ਰੂਲ ਹੋਵੇ ਨਾ ਜਿਹੜਾ ਸਾਲ ਪਹਿਲਾਂ ਆਇਆ ਉਹਨਾਂ ਦੀ PR ਆਵੇਗੀ ਸਾਡੇ ਰਿਲੇਟਿਵ। ਅਸੀਂ ਇੰਨੇ ਸਾਲ ਦੇ ਵੇਟ ਕਰੀ ਜਾਂਦੇ, ਹਰੇਕ ਸਾਲ ਫਾਈਲ ਲਾਉਂਦੇ ਆ। ਤੇ ਮਤਲਬ ਕੋਈ ਉਹ ਹੈ ਨੀਗਾ, ਪ੍ਰੋਸੈਸ ਨਹੀਂ ਹੈਗਾ, ਕੋਈ ਸੀਕੁਐਂਸ ਹੈ ਹੀ ਨੀਗਾ ਕਿ ਲਾਈਕ ਜਾਂ ਤਾਂ ਕੋਈ ਇਨਕਮ ਬੇਸ ਕਰ ਦੋ, ਜਾਂ ਤਾਂ ਕਰ ਦੋ ਕਿ ਹਾਂ ਵੀ ਤੁਸੀਂ 4 ਸਾਲ ਵੇਟ ਕਰ ਲਓ, ਫਾਈਲ ਲਾ ਦੋ। ਪੈਨਸ਼ਨ ਦੀ ਗੱਲ ਕਰਦੇ ਆ, ਪੈਨਸ਼ਨ ਤਾਂ ਜਦੋਂ ਤੁਹਾਨੂੰ PR ਮਿਲਦੀ ਆ ਕੋਈ 10 ਸਾਲ ਬਾਅਦ ਹੁੰਦੇ। ਹੁਣ ਮੇਰੇ ਡੈਡੀ ਦੀ ਉਮਰ 65 ਸਾਲ ਤਾਂ ਆਲਰੇਡੀ ਹੈਗੀ ਆ। ਹੁਣ ਅਸੀਂ ਪਿੱਛੇ ਜੇ ਇਹਨਾਂ ਨੂੰ ਭੇਜੀਏ ਤੇ ਉੱਥੇ ਕੋਈ ਟੇਕ ਕੇਅਰ ਕਰਨ ਨੂੰ ਵੀ ਹੈ ਨੀਗਾ ਹਨਾ। ਬਿਲਕੁਲ। ਮਤਲਬ ਮੈਂ ਤਾਂ ਇਕੱਲਾ ਹੀ ਏਦਾਂ ਦਾ, ਪਤਾ ਨੀ ਮੇਰੇ ਤੋਂ ਇਲਾਵਾ ਕਿੰਨੇ ਆ, ਤੁਹਾਨੂੰ ਕਿੰਨੇ ਫੋਨ ਜੀ ਬਿਲਕੁਲ। ਮਤਲਬ ਪ੍ਰੋਸੈਸ ਤਾਂ ਹੋਵੇ ਕਿ ਜਾਂ ਤਾਂ ਆਪਸ਼ਨ ਸੈਕਿੰਡ ਆਪਸ਼ਨ ਹੋਵੇ ਕਿ ਹਾਂ ਵੀ 4 ਸਾਲ ਤੁਸੀਂ ਵੇਟ ਕਰ ਲਓ, ਫਾਈਲ ਲਾ ਦੋ, 4 ਸਾਲ ਬਾਅਦ ਤੁਹਾਡੀ PR ਆ ਜਾਣੀ। ਫਿਰ ਅਸੀਂ ਕੋਈ ਸੋਰਸ ਬਣਾ ਲਾਂਗੇ ਨਾ, ਅਸੀਂ ਡੈਡੀ ਉਹਨਾਂ ਨੂੰ ਉੱਥੇ ਭੇਜ ਦਾਂਗੇ। ਤੇ ਹੁਣ ਅਸੀਂ ਡੈਡੀ ਉਹਨਾਂ ਦਾ ਆਪਰੇਸ਼ਨ ਹੋਣਾ ਹੈ ਕਿ ਲਾਈਕ ਸਾਨੂੰ ਹੁਣ ਇੰਡੀਆ ਜਾਣਾ ਪੈਣਾ ਹੈ, ਕਰੋਨਾ ਆ ਗਿਆ ਤੇ ਉਹ ਹੈਗਾ ਵੀ ਕਿਡਨੀ ਦਾ ਆਪਰੇਸ਼ਨ ਆ, ਜਾਂ ਤਾਂ ਫਿਰ ਇੱਥੇ ਕਰਾਉਂਦੇ ਆ ਤੇ ਉਹ ਮਹਿੰਗਾ ਬਹੁਤ ਹੈ। ਜੀ ਬਿਲਕੁਲ। ਉਹਨਾਂ ਨੇ ਦੱਸਿਆ ਸਾਨੂੰ 1.5 ਲੱਖ ਜਾਂ 2 ਲੱਖ ਡਾਲਰ ਲੱਗ ਜਾਣਾ ਨਾ ਉੱਤੇ। ਤੇ ਫਿਰ ਵੀ ਲਾਈਕ ਮਤਲਬ ਰਿਸਕ ਹੈਗਾ ਕਿ ਲਾਈਕ ਜੇ ਸੀਰੀਅਸ ਹੋ ਗਿਆ ਤੇ ਪਤਾ ਨਹੀਂ ਮਿਲੀਅਨ ਡਾਲਰ ਤੇ ਵੀ। ਬਿਲਕੁਲ। ਠੀਕ ਹੈ ਜੀ, ਅਸੀਂ ਇਸ ਰਿਗਾਰਡਿੰਗ ਕਰਦੇ ਹਾਂ ਕੁਝ ਪ੍ਰੋਸੈਸ ਕੋਈ ਕਲੌਜ਼ ਬਣਾ ਦੋ ਕਿ ਹਾਂ ਵੀ ਇੰਨੀ ਇਨਕਮ ਵਾਲੇ ਦੀ ਜਾਂ ਪਹਿਲਾਂ ਫਾਈਲ ਲੈਣੀ ਆ, ਜਾਂ ਇੰਨੀ ਇਨਕਮ ਵਾਲਿਆਂ ਦੀ ਅਸੀਂ ਬਾਅਦ ਚ ਲੈਣੀ ਆ। ਕੁਛ ਮਤਲਬ ਇਹਨਾਂ ਨੂੰ ਕਰਨਾ ਚਾਹੀਦਾ, ਇਹ ਕਰ ਸਕਦੇ ਆ। ਠੀਕ ਹੈ ਜੀ, ਠੀਕ ਹੈ, ਥੈਂਕ ਯੂ। ਓਕੇ ਜੀ। ਰਣਦੀਪ ਜੀ, ਹੁਣ ਇਹ ਤਾਂ ਉਹ ਪਰੇਸ਼ਾਨੀ ਹੋ ਗਈ ਕਿ ਮੈਨੂੰ ਲੱਗਦਾ ਸਾਰੇ ਪੈਰੈਂਟਸ ਦੀ ਵੀ ਅੱਜ ਜਿਹੜੀ ਹੈ ਜ਼ਿਆਦਾਤਰ ਕਾਲ ਆ ਰਹੀ ਹੈ ਪੈਰੈਂਟਸ ਰਿਗਾਰਡਿੰਗ। ਅਤੇ ਵੈਸੇ ਇਹਦੇ ਬਾਰੇ ਜੇ ਸੋਚਿਆ ਜਾਵੇ ਤਾਂ ਜਿੰਨੀ ਪਰੇਸ਼ਾਨੀ ਆ ਰਹੀ ਹੈ ਹੁਣ, ਜਿਹੜਾ ਇਹਨਾਂ ਨੇ ਚੀਜ਼ਾਂ ਦੱਸੀਆਂ, ਇਹ ਸਭ ਘਰ ਨਾਲ, ਇਹ ਹਰ ਘਰ ਦੀ ਕਹਾਣੀ ਹੈ, ਹਰ ਘਰ ਨਾਲ ਜੁੜੀ ਹੈ। ਹਰ ਪੈਰੈਂਟਸ ਕਿਵੇਂ ਵਾਪਸ ਜਾਂਦੇ, ਔਰ ਇਹ ਅਸੀਂ ਉਹ ਚੀਜ਼ ਹੈ ਜਿਹੜਾ ਅਸੀਂ ਅਸੈਂਸ਼ੀਅਲ ਨਾਨ ਅਸੈਂਸ਼ੀਅਲ ਟਰੈਵਲ ਰੋਕਣ ਦੀ ਵੀ ਗੱਲ ਕਰਦੇ ਹਾਂ ਵੀ ਟਰੈਵਲ ਜਿਹੜਾ ਆ ਨਾ ਕਰੋ, ਪਰ ਉਹਨਾਂ ਦੀ ਜਿਹੜੀ ਸਮੱਸਿਆ ਆਪਰੇਸ਼ਨ ਦੀ, ਉਹ ਟਰੈਵਲ ਲਈ ਉਹ ਇੱਥੇ ਨਹੀਂ ਕਰਾ ਸਕਦੇ, ਮਹਿੰਗਾ। ਸੋ ਇਹ ਚੀਜ਼ਾਂ ਬਾਰੇ ਦੇਖੋ ਉਹਨਾਂ ਨੂੰ ਪਹਿਲੇ ਗੱਲ ਤਾਂ ਮੈਂ ਕਲੀਅਰ ਕਰਨਾ, ਅਸੀਂ ਨਹੀਂ ਬੰਦ ਕੀਤੀ ਸੀ ਜਿਹੜੀ ਉਹ ਕਿਊ ਦੀ ਗੱਲ ਹੈ। ਉਹ ਕੰਜ਼ਰਵੇਟਿਵ ਗਵਰਨਮੈਂਟ ਨੇ 2012 ਚ ਪੈਰੈਂਟ ਐਂਡ ਗ੍ਰੈਂਡ ਪੈਰੈਂਟ ਪ੍ਰੋਗਰਾਮ ਹੀ ਬੰਦ ਕਰਤਾ ਸੀ, ਉਹਨੇ ਬਿਲਕੁਲ ਰੱਦ ਕਰਤਾ ਸੀ। ਉਹਨੇ 2015 ਦੀ ਬਿਗਿਨਿੰਗ ਦੇ ਵਿੱਚ ਜਾਂ 14 ਦੇ ਵਿੱਚ ਮੇਰੇ ਖਿਆਲ ਉਹਨੇ ਸਿਰਫ 5000 ਐਪਲੀਕੇਸ਼ਨ ਲੈਣ ਲਈ ਇੱਕ ਉਹ ਵੀ ਉਹਨੇ ਕੀਤਾ ਸੀਗਾ ਕਿ ਜਿਹੜਾ ਸਭ ਤੋਂ ਪਹਿਲਾਂ ਉੱਥੇ ਕੋਰੀਅਰ ਕਰਕੇ ਭੇਜ ਦਿੰਦਾ ਸੀ ਉਹਨੂੰ ਆ ਜਾਂਦਾ ਸੀਗਾ। ਉਸ ਤੋਂ ਬਾਅਦ ਫਿਰ ਅਸੀਂ ਕਈ ਮਿਨਿਸਟਰਾਂ ਨੇ ਟਰਾਈ ਕੀਤੇ ਆ, ਲੋਟਰੀ ਵੀ ਟਰਾਈ ਕੀਤੀ, ਫਸਟ ਕਮ ਫਸਟ ਸਰਵ ਵੀ ਕੀਤਾ ਵੀ ਇੰਨੀਆਂ ਆਉਣੀਆਂ ਜਿਹੜਾ ਪਹਿਲਾਂ ਪਹੁੰਚਾ ਦੇਵੇ। ਜਿਹੜੀ ਗੱਲ ਪੈਸੇ ਦੀ ਹੈ, ਜਿਹੜਾ ਜ਼ਿਆਦਾ ਟੈਕਸ ਹੁੰਦਾ ਥੋੜਾ ਉਹ ਨਹੀਂ ਕੈਨੇਡਾ ਕਦੇ ਕਰਦਾ, ਕਿਉਂਕਿ ਅਸੀਂ ਅਮੀਰ ਨੂੰ ਇਹਦਾ ਅਵਾਰਡ ਨਹੀਂ ਕਰਦੇ ਔਰ ਗਰੀਬ ਨੂੰ ਪਨਿਸ਼ ਨਹੀਂ ਕਰਦੇ। ਮਿਨੀਮਮ ਸਟੈਂਡਰਡ ਹੈਗਾ ਕਿ ਇੰਨੀ ਤੁਹਾਡੀ ਆਮਦਨ ਚਾਹੀਦੀ ਆ, ਤੁਸੀਂ ਉਹਨੂੰ ਸਪੋਰਟ ਕਰਨ ਵਾਸਤੇ ਉਹ ਜ਼ਰੂਰ ਹੈਗਾ ਕਿ ਤੁਸੀਂ ਇਹ ਨਹੀਂ ਮੰਗਾ ਲਓ ਤਾਂ ਉਹ ਇੱਥੇ ਤੁਸੀਂ ਰੋਟੀ ਦੇਣ ਜੋਗੇ ਵੀ ਨਾ ਹੋਵੇ, ਉਹ ਸਟੈਂਡਰਡ ਹੈਗਾ, ਹੋਰ ਨਹੀਂ ਹੈਗਾ। ਔਰ ਜਿਹੜਾ ਬਾਕੀ ਆ ਉਹ ਹੁਣ ਹੈਗੀ ਉਹਨਾਂ ਕੋਲ, ਜਿਹੜਾ ਜੇ ਉਹਨੇ ਲੋਟਰੀ ਦੇ ਵਿੱਚ ਪਾਇਆ 2020 ਦੇ ਵਿੱਚ, ਉਹਨਾਂ ਦਾ 1 ਸਾਲ 2 ਸਾਲ 3 ਸਾਲ 4 ਸਾਲ ਦੇ ਵਿੱਚ ਨਾਲ ਨਿਕਲ ਆਉਣਾ। ਸੋ ਉਹ ਇਸੇ ਕਰਕੇ ਕੀਤਾ ਕਿ ਉਹ ਕਲੋਜ਼ ਕਰ ਦਿੱਤੀ ਕਿ ਜਿੰਨਾ ਚਿਰ ਉਹਨਾਂ ਦੇ ਨਾਂ
ਨਾਂ ਜਿਹੜੇ ਵਿੱਚ ਪਏ ਆ, ਜਿਹੜੇ ਪਹਿਲਾਂ ਪ੍ਰਾਇੋਰਟੀ ਵਾਲੇ ਉਹਨਾਂ ਦਾ ਵਿਦਨ 4-5 ਈਅਰਸ ਦੇ ਵਿੱਚ ਨਾਂ ਨਿਕਲ ਜਾਊਗਾ। ਸੋ ਉਹ ਉਹਨਾਂ ਨੂੰ ਥੋੜ੍ਹੀ ਜਿਹੀ ਅਸ਼ੋਰਟੀ ਦਿੱਤੀ ਆ। ਜੇ ਕਿਊ ਵੀ ਹੁੰਦਾ ਤਾਂ ਵੀ ਉਹ ਸੇਮ ਗੱਲ, ਉਹਨਾਂ ਦਾ 7-8 ਸਾਲ ਲੱਗ ਜਾਂਦੇ ਸੀ ਉਸ ਵੇਲੇ ਜਦੋਂ any program end ਕੀਤਾ। ਸੋ ਇਸ ਕਰਕੇ ਥੋੜਾ ਪੇਸ਼ੈਂਸ ਰੱਖੋ। ਇਹ ਦਿੱਤੇ ਆ ਸਾਧਨ, ਸੋ ਐਟਲੀਸਟ ਇਹ ਆਪਾਂ ਗ੍ਰੇਟਫੁਲ ਹੋਈਏ। ਕੰਟਰੀ ਵੀਜ਼ਾ ਦਿੰਦੀ ਆ ਮਾਪਿਆਂ ਨੂੰ, ਸੁਪਰ ਵੀਜ਼ਾ ਦਿੰਦੀ ਆ 10 ਸਾਲ ਦਾ ਉਹਨਾਂ ਨੂੰ ਆਉਣ ਵਾਸਤੇ, ਜਿੰਨਾ ਚਿਰ ਤੱਕ ਤੁਸੀਂ ਪੀਆਰ ਕਰਦੇ, ਤਾਂ ਕਿ ਮਿਲਣ ਵਾਲਾ ਆਪਦਾ। ਪਰ ਜੇ ਆਪਾਂ ਕਹੀਏ ਉਹਨਾਂ ਨੂੰ ਰਾਈਟ ਵੇ ਐਮਪਲੋਇਮੈਂਟ ਦਾ ਵੀ ਹੱਕਦਾਰ ਹੋਣ, ਬੈਨੀਫਿਟਸ ਦੇ ਵੀ ਹੱਕਦਾਰ ਹੋਣ, ਉਹ ਚੀਜ਼ ਅਸੀਂ ਉਨਾ ਹੀ ਸੋ ਮਚ ਕੈਨੇਡਾ ਅਫੋਰਡ ਕਰ ਸਕਦਾ। ਔਰ ਕੈਨੇਡਾ ਦਾ ਐਪੇਟਾਈਟ ਹੈਗਾ, ਉਹਦੇ ਵਾਸਤੇ ਕਰ ਰਹੇ ਹਾਂ। ਔਰ ਐਵਰੀ ਈਅਰ ਵਧਾ ਰਹੇ ਹਾਂ, 5000 ਤੋਂ 10 ਤੋਂ 15 ਤੋਂ 20 ਤੋਂ 30,000 ਐਪਲੀਕੇਸ਼ਨ ਆਉਣ ਲੱਗ ਪਏ, ਜਿੰਨਾ ਆਲਮੋਸਟ 1 ਲੱਖ ਵਿਅਕਤੀ ਹੁੰਦਾ ਜੀ। ਓਕੇ, ਸੋ ਜਿਹੜੇ ਕਾਲਰ ਹੁਣ ਕਾਲ ਕਰ ਰਹੇ ਆ ਪਲੀਜ਼ ਉਹ ਦੁਬਾਰਾ ਕਾਲ ਕਰ ਸਕਦੇ ਆ। ਐਕਚੁਅਲੀ ਕਾਲ ਇੱਥੋਂ ਰਣਦੀਪ ਜੀ, ਤੁਸੀਂ ਜਿਹੜੀ ਹੁਣ ਇਸ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ, ਜਿਹੜੇ ਅਸੀਂ ਪੈਰੈਂਟਸ ਕੇਸਿਸ ਦੀ ਗੱਲ ਕਰ ਰਹੇ ਸੀ, ਤੁਸੀਂ ਕਿਹਾ ਸੀਗਾ ਵੀ ਉਹ ਪਿਛਲੀ ਸਰਕਾਰ ਨੇ ਇਹ ਚੀਜ਼ ਕੀਤਾ ਸੀ। ਹੁਣ ਜੇ ਤੁਸੀਂ ਇਹਨੂੰ ਸੋਲਵ ਕਰਨਾ ਹੋਵੇ ਤਾਂ ਕੀ ਆਪਣੇ ਤੌਰ ਦੇ ਉੱਤੇ ਕੁਝ ਇੱਦਾਂ ਦਾ ਕੀਤਾ ਜਾ ਸਕਦਾ ਹੈਗਾ ਵੀ ਤੁਸੀਂ ਇਹਦੀ ਆਵਾਜ਼ ਚੁੱਕੋ? ਜਿਵੇਂ ਤੁਸੀਂ ਹੁਣ ਬਿੱਲਿਆਂ ਦੀ ਗੱਲ ਕਹਿ ਰਹੇ ਹੋ, ਤਾਂ ਕਿਤੇ ਨਾ ਕਿਤੇ ਪੈਰੈਂਟਸ ਵਾਲਾ ਜਿਹੜੇ ਆਹ ਛੋਟੇ ਛੋਟੇ ਇਸ਼ੂਜ਼ ਹੈਗੇ ਆ, ਕਿਤੇ ਨਾ ਕਿਤੇ ਇਹਨਾਂ ਸੰਬੰਧੀ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਕੁਝ ਇੱਦਾਂ ਦਾ ਪ੍ਰੋਗਰਾਮ ਤੁਹਾਡੀ ਗਵਰਨਮੈਂਟ ਵੀ ਲਿਆ ਸਕਦੀ ਹੈ 2022 ਦੇ ਵਿੱਚ, ਜਿਨ੍ਹਾਂ ਨਾਲ ਪੈਰੈਂਟਸ ਨੂੰ ਰਾਹਤ ਮਿਲ ਸਕੇ। ਦੇਖੋ ਅਸੀਂ ਬਹੁਤ ਪੁਸ਼ ਕਰਕੇ ਜਿਹੜਾ, ਔਰ ਮੈਂ ਤਾਂ ਮੇਰੇ ਕਾਫੀ ਕਾਲੀਗਸ ਜਿਹੜੇ ਇੱਥੇ ਸਰੀ ਤੋਂ, ਬਰੈਂਪਟਨ ਤੋਂ, ਕੈਲਗਰੀ ਤੋਂ, ਅਸੀਂ ਇਹ ਧੱਕਾ ਲਾ ਕੇ ਕਰਵਾਇਆ ਸੀਗਾ ਕਿ ਇਹ ਜਿਹੜਾ ਪਹਿਲਾ ਸਿਸਟਮ ਲੋਕ ਸਾਰੇ ਕਹਿੰਦੇ ਸੀ ਨਹੀਂ ਸੀ ਖੁਸ਼, ਜਿਹੜੀ ਲਾਈਨ ਸੀ ਉਹ 8-10 ਸਾਲ ਲੱਗ ਜਾਂਦੇ ਸੀਗੇ। ਜਦੋਂ ਇਹ ਫਸਟ ਕਮ ਫਸਟ ਸਰਵ ਕੋਰੀਅਰ ਦਾ ਸਿਸਟਮ ਹੋਇਆ ਸੀ, ਉਹਦੇ ਨਾਲ ਜਿਹੜੇ BC ਦੇ ਰੈਜ਼ੀਡੈਂਟਸ ਹੈ ਜਾਂ ਦੂਸਰੇ ਸੂਬਿਆਂ ਦੇ ਜਾਂ ਜਿਹੜੇ ਕੰਸਲਟੈਂਟ ਤੋਂ ਨਹੀਂ ਐਪਲੀਕੇਸ਼ਨ ਪਾਉਂਦੇ ਸੀ, ਉਹ ਪਿੱਛੇ ਰਹਿ ਜਾਂਦੇ ਸੀਗੇ। ਤਾਂ ਜਿਹੜਾ 300-300 400 ਐਪਲੀਕੇਸ਼ਨ ਇਕੱਠੀ ਕਰਕੇ ਕੋਰੀਅਰ ਪਹਿਲਾਂ ਆ ਜਾਂਦਾ ਸੀਗਾ, ਉਹ ਸਾਰਿਆਂ ਦੀ ਹੋ ਜਾਂਦੀ ਸੀ। ਉਹ ਉਹਨੂੰ ਬ੍ਰੇਕ ਡਾਊਨ ਕਰਕੇ ਇਹ ਜਿਹੜਾ ਨਵਾਂ ਸਿਸਟਮ ਹੈ, ਇਹ ਬਿਟਵੀਨ ਸਾਡੇ ਪੁਸ਼ ਦੇ ਨਾਲ ਔਰ ਮਿਨਿਸਟਰ ਦੇ ਮੰਨਣ ਦੇ ਨਾਲ ਔਰ ਡਿਪਾਰਟਮੈਂਟ ਨੂੰ ਐਕਸੈਪਟ ਕਰਨ ਦੇ ਨਾਲ ਇਹ ਬੈਸਟ ਕਿਹਾ ਗਿਆ ਸੀਗਾ ਕਿ ਤੁਸੀਂ ਐਪਲੀਕੇਸ਼ਨ ਇੱਕ ਵਾਰੀ ਲੈ ਲਓ, ਉਹਦੇ ਵਿੱਚੋਂ ਅਸੀਂ ਡਰਾ ਕਰਾਂਗੇ। ਡਰਾ ਪਰ ਅਸੀਂ ਪੂਲ ਨਹੀਂ ਉਹ ਖੋਲਾਂਗੇ। ਤਾਂ ਉਹਦੇ ਨਾਲ ਜਿਹੜੇ ਪਹਿਲਾਂ ਆਲਰੇਡੀ ਹੁਣ 2020 ਦੇ ਵਿੱਚ ਐਪਲੀਕੇਸ਼ਨ ਪਾਈਆਂ, ਉਹਦੇ ਵਿੱਚੋਂ ਛਾਣਬੀਨ ਕਰਕੇ ਜਿਹੜਾ 10-15 ਗਲਤ ਆ ਜਾਂ ਡਬਲ ਐਪਲੀਕੇਸ਼ਨ ਜਾਂ ਅਨਕੁਆਲ, ਉਹ ਨਿਕਲ ਜਾਣਗੀਆਂ। ਬਾਕੀਆਂ ਨੂੰ ਬਾਰੀ ਸਿਰ ਆਪਣੇ ਉਹਨਾਂ ਦਾ ਡਰਾ ਕੱਢ ਕੇ ਇਹ ਸਿਸਟਮ ਉਹਨੇ ਡਰਾ ਹੀ ਰੱਖਿਆ ਉਹਦੇ ਵਿੱਚੋਂ। ਪਰ ਤੁਹਾਨੂੰ ਐਟਲੀਸਟ ਪਤਾ ਕਿ ਸਾਰਾ ਡਰਾ, ਔਰ ਐਵਰੀ ਈਅਰ ਜਦੋਂ ਨਿਕਲ ਜਾਂਦਾ ਉਹ ਪੂਲ, ਜੇ 1 ਲੱਖ ਆ ਉਹ 'ਚੋਂ 30 ਜਾਂ 40 ਨਿਕਲ ਗਿਆ, ਤੁਹਾਨੂੰ ਪਤਾ 60,000 ਐਪਲੀਕੇਸ਼ਨਾਂ ਰਹਿ ਗਈਆਂ। 60,000 ਮੇਰੇ 1 ਸਾਲ 2 ਸਾਲ 3 ਸਾਲ ਦੇ ਵਿੱਚ ਆ ਜਾਣੀਆਂ। ਸੋ ਉਹ ਰੈਡੀ ਬਣਾਇਆ ਗਿਆ। ਇਨ ਦ ਮੀਨ ਟਾਈਮ ਉਹ ਆਪਣੇ ਆਪ ਦੀ ਪ੍ਰਾਈਵੇਟ ਇੰਸ਼ੋਰੈਂਸ ਦੇ ਨਾਲ ਉਹਨਾਂ ਨੂੰ ਵਿਜ਼ਿਟਰ ਵੀਜ਼ੇ ਦੇ ਰਾਹੀਂ ਜਾਂ ਸੁਪਰ ਵੀਜ਼ੇ ਨਾਲ ਲਿਆ ਸਕਦੇ ਇੱਥੇ। ਸੋ ਇਹ ਚੀਜ਼ ਸਿਸਟਮ ਦੇ ਵਿੱਚ ਬਿਲਟ ਇਨ ਹੈਗੀ ਆ, ਔਰ ਅੱਗੇ ਨਾਲੋਂ ਕਿਤੇ ਵਧੀਆ ਹੈਗੀ ਆ। ਜਿੱਥੇ ਅੱਗੇ ਕੋਈ ਆਪਸ਼ਨ ਉਹਨਾਂ ਕੋਲ ਸ਼ੁੱਟ ਸੁਪਰ ਵੀਜ਼ਾ ਹੈ ਨਹੀਂ ਸੀਗੀ, ਹੁਣ ਉਹਨਾਂ ਕੋਲ ਸੁਪਰ ਵੀਜ਼ਾ ਵੀ ਹੈਗਾ, ਵਿਜ਼ਿਟਰ ਵੀਜ਼ੇ ਵੀ। ਤਕਰੀਬਨ 2 ਮਿਲੀਅਨ ਇੰਡੀਅਨ ਵੀਜ਼ੇ ਮਿਲੇ ਆ, ਜਿਨ੍ਹਾਂ 'ਚ ਬਹੁਤ ਸਾਰੇ ਸਾਡੇ ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਨੂੰ ਦਿੱਤੇ ਆ ਤਾਂ ਕਿ ਉਹ ਵਾਪਸ ਆ ਜਾ ਸਕਦੇ ਆ। ਔਰ ਜਦੋਂ ਉਹਨਾਂ ਦੀ ਵਾਰੀ ਆ ਗਈ PR ਵਾਸਤੇ, ਫਿਰ ਗਵਰਨਮੈਂਟ ਉਹਨਾਂ ਨੂੰ ਸਹੂਲਤਾਂ ਵੀ ਦੇਊਗੀ, ਜਿਵੇਂ ਮੈਡੀਕਲ ਦਾ ਸਾਰਾ ਕੁਝ, ਫਿਰ PR ਵੀ ਦਿੰਦੇ ਆ। ਔਰ ਆਈ ਥਿੰਕ ਉਹਨੂੰ ਐਕਸਪੈਂਡ ਕੀਤਾ ਜਾਊਗਾ, ਪਰ ਨਾ ਕਿ ਇਹ ਕੋਈ ਹੋਰ ਨਵਾਂ ਨਹੀਂ ਇਹ ਤੋਂ ਕਰਨਾ, ਕਿਉਂਕਿ ਇਹਦਾ ਬ੍ਰਿਜ ਪ੍ਰੋਗਰਾਮ ਆਲਰੇਡੀ ਬਣਿਆ। ਵਿਜ਼ਿਟਰ ਦਾ ਹੈਗਾ, ਵਿਜ਼ਿਟਰ ਤੋਂ ਸੁਪਰ ਵੀਜ਼ਾ ਹੈਗਾ, ਸੁਪਰ ਵੀਜ਼ਾ ਤੋਂ PR ਹੈਗਾ। ਬਿਲਕੁਲ, ਕਿਉਂਕਿ ਰਣਦੀਪ ਜੀ ਇਹ ਹੋਣਾ ਵੀ ਜ਼ਰੂਰੀ ਹੈ, ਕਿਉਂਕਿ ਜਦੋਂ ਤੱਕ ਜਨਤਾ ਪਰੇਸ਼ਾਨ ਰਹੇਗੀ ਉਦੋਂ ਤੱਕ ਸਰਕਾਰ ਨੂੰ ਵੀ ਪਰੇਸ਼ਾਨ ਹੋਣਾ ਪੈਣਾ ਨਾਲ। ਤੇ ਇੱਥੇ ਤੁਹਾਨੂੰ ਇੰਟਰਵਿਊ ਦੇ ਵਿੱਚ ਵੀ ਅਸੀਂ ਬਿਠਾਈ ਰੱਖਣਾ ਕਿ ਰਣਦੀਪ ਜੀ ਜਵਾਬ ਦੇ ਕੇ ਜਾਓ। ਐਨੀਵੇ, ਥੈਂਕ ਯੂ ਸੋ ਮਚ ਰਣਦੀਪ ਜੀ। ਔਰ ਉਮੀਦ ਕਰਦੇ ਹਾਂ ਕਿ 2022 ਦੇ ਵਿੱਚ ਬਹੁਤ ਸਾਰੇ ਜਿਹੇ ਪ੍ਰੋਗਰਾਮ, ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਲੋਕ ਬਹੁਤ ਪਰੇਸ਼ਾਨ ਨੇ, ਉਹਨਾਂ ਸੰਬੰਧੀ ਕੋਈ ਨਾ ਕੋਈ ਚੰਗੇ ਪ੍ਰੋਗਰਾਮ ਜਿਹੜੇ ਨੇ ਉਹ ਤੁਹਾਡੇ ਵੱਲੋਂ ਲਿਆਂਦੇ ਜਾਣਗੇ। ਥੈਂਕ ਯੂ ਜੀ। ਸੋ ਰਣਦੀਪ ਸਰਾਏ ਜੀ ਜੁੜੇ ਹੋਏ ਸੀ। ਸੋ MP ਰਣਦੀਪ ਸਰਾਏ ਨਾਲ ਬਹੁਤ ਸਾਰੀਆਂ ਗੱਲਾਂ ਹੋਈਆਂ। ਸਪੈਸ਼ਲੀ ਮੈਂ ਉਹਨਾਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗੀ ਜਿਨ੍ਹਾਂ ਜਿਹੜੇ ਬਾਅਦ ਦੇ ਵਿੱਚ ਕਈ ਕਾਲਰਸ ਦੀ ਕਾਲ ਆ ਰਹੀ ਸੀਗੀ, ਬਟ ਕਾਲ ਅਟੈਂਡ ਨਹੀਂ ਹੋ ਪਾਈ ਕਿਉਂਕਿ ਸਮਾਂ ਜਿਹੜਾ ਅੱਗੇ ਇਜਾਜ਼ਤ ਨਹੀਂ ਦਿੰਦਾ। ਪਰ ਸ਼ੋਅ ਦੇ ਵਿੱਚ ਲਗਾਤਾਰ ਅਸੀਂ ਇਸ ਸੰਬੰਧੀ ਗੱਲਬਾਤ ਕਰਦੇ ਰਹਿੰਦੇ ਹਾਂ। ਤੁਹਾਡੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਸਾਡੇ ਤੱਕ ਪਹੁੰਚਣੀਆਂ ਬਹੁਤ ਜ਼ਰੂਰੀ ਨੇ, ਕਿਉਂਕਿ ਜਦੋਂ ਤੁਸੀਂ ਆਪਣੀਆਂ ਪਰੇਸ਼ਾਨੀਆਂ ਸਾਡੇ ਤੱਕ ਪਹੁੰਚਾਓਗੇ, ਅਸੀਂ ਤਾਂ ਹੀ ਉਹਨਾਂ ਦਾ ਹੱਲ ਜਿਹੜਾ ਉਹ ਸਰਕਾਰਾਂ ਤੋਂ ਸਵਾਲ ਪੁੱਛ ਕੇ ਕਢਵਾ ਸਕਦੇ ਹਾਂ। ਤੇ ਸਰਕਾਰਾਂ ਦੇ ਉੱਤੇ ਵੀ ਇਸ ਚੀਜ਼ ਦੇ ਨਾਲ ਹੀ ਉਹਨਾਂ ਦੇ ਤੱਕ ਵੀ ਇਹ ਗੱਲ ਪਹੁੰਚਦੀ, ਕਿਉਂਕਿ ਕਈ ਵਾਰੀ ਸਰਕਾਰੀ ਨੁਮਾਇੰਦਿਆਂ ਨੂੰ ਨਹੀਂ ਪਤਾ ਹੁੰਦਾ ਵੀ ਕਿਹੜੀ ਇਸ਼ੂ ਜਿਹੜੇ ਨੇ ਉਹ ਚੱਲ ਰਹੀ ਆ, ਲੋਕ ਕਿਹੜੀ ਗੱਲੋਂ ਖੱਜਲ ਹੋ ਰਹੇ ਨੇ। MP ਰਣਦੀਪ ਸਰਾਏ ਹੋਣੀ ਲਗਾਤਾਰ ਸਾਡੇ ਸਟੂਡੀਓ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਹਰ ਮੁੱਦੇ ਦੇ ਉੱਤੇ ਹਮੇਸ਼ਾ ਗੱਲ ਕਰਦੇ ਰਹਿੰਦੇ ਨੇ। ਸੋ ਜਿਵੇਂ ਕਿ ਹੁਣ ਬਿੱਲ ਇੱਕ ਲਿਆਂਦਾ ਜਾ ਰਿਹਾ, ਹੋ ਸਕਦਾ ਕਿ ਅੱਗੇ ਹੋਰ ਇਮੀਗ੍ਰੇਸ਼ਨ ਦੇ ਪ੍ਰੋਗਰਾਮਾਂ ਦੇ ਵਿੱਚ ਤੇਜ਼ੀ ਆਵੇ ਤੇ ਹੋਰ ਚੰਗੇ ਪ੍ਰੋਗਰਾਮ ਜਿਹੜੇ ਨੇ ਉਹ ਲਿਆਂਦੇ ਜਾ ਸਕਦੇ ਨੇ। ਜਿਹੜੇ ਕਾਲਰ ਦੀ ਅੱਜ ਕਾਲ ਅਟੈਂਡ ਨਹੀਂ ਹੋ ਪਾਈ ਬਾਅਦ ਦੇ ਵਿੱਚ, ਉਹ ਫਿਰ ਤੋਂ ਕਾਲ ਕਰ ਸਕਦੇ ਨੇ। ਦ ਮਾਰਨਿੰਗ ਸ਼ੋਅ ਦੇ ਵਿੱਚ ਇਸ ਸੰਬੰਧੀ ਗੱਲਬਾਤ ਕਰਦੇ ਰਵਾਂਗੇ। ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।